ਸੋ ਫਿਲਹਾਲ ਰੁਕ ਕਰਦੇ ਆ ਪੰਜਾਬ ਡਿਬੇਟ ਦਾ। ਜੀ ਹਾਂ, ਪੰਜਾਬ ਡਿਬੇਟ ਲੈ ਕੇ ਹਾਜ਼ਰ ਹਾਂ ਮੈਂ ਬਲਦੀਪ ਸਿੰਘ। ਤੁਸੀਂ ਦੇਖ ਰਹੇ ਹੋ ਇੰਡੀਆ ਨਿਊਜ਼ ਪੰਜਾਬ। ਤੇ ਜੋ ਡਿਬੇਟ ਕਰਨੀ ਆ ਅੱਜ ਉਹ ਕੈਪਟਨ ਅਮਰਿੰਦਰ ਸਿੰਘ ਦੇ ਉੱਪਰ ਕਰਨੀ ਹੈ। ਜੀ ਹਾਂ, ਕੈਪਟਨ ਅਮਰਿੰਦਰ ਸਿੰਘ ਵੱਲੋਂ ਜਿਹੜਾ ਬਿਆਨ ਦਿੱਤਾ ਗਿਆ, ਦਰਅਸਲ ਅੱਜ ਜੋ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਲੋਕ ਕਾਂਗਰਸ ਦੀ ਜਿਹੜੀ ਪਹਿਲੀ ਸੂਚੀ ਹੈ ਉਹ ਜਾਰੀ ਕੀਤੀ ਆ। ਸੂਚੀ ਦੇ ਵਿੱਚ 22 ਉਮੀਦਵਾਰਾਂ ਦਾ ਐਲਾਨ ਕੀਤਾ ਔਰ ਇਸੇ ਦੌਰਾਨ ਜਦੋਂ ਉਮੀਦਵਾਰਾਂ ਦਾ ਐਲਾਨ ਕਰ ਰਹੇ ਸੀ ਕੈਪਟਨ ਅਮਰਿੰਦਰ ਸਿੰਘ ਤਾਂ ਉਸ ਵੇਲੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਔਰ ਰੇਤ ਮਾਫੀਆ ਦਾ ਕਨੈਕਸ਼ਨ ਹੈ ਜਿਹੜਾ ਉਹ ਜੋੜ ਦਿੱਤਾ ਅਤੇ ਕਿਹਾ ਕਿ ਮੁੱਖ ਮੰਤਰੀ ਚੰਨੀ ਨੇ ਜਿਹੜੇ ਉਹ ਸਾਫ਼ ਤੌਰ ਤੇ ਜੋ ਰੇਤ ਮਾਫੀਆ ਦੇ ਵਿੱਚ ਉਹਨਾਂ ਦਾ ਨਾਂ ਜਿਹੜਾ ਉਹ ਸਾਹਮਣੇ ਆਇਆ ਸੀ। ਤਾਂ ਇਸੇ ਦੇ ਉੱਪਰ ਜਿਹੜੀ ਅੱਜ ਦੀ ਡਿਬੇਟ ਕਰਾਂਗੇ, ਚਰਚਾ ਕਰਾਂਗੇ ਔਰ ਕਹਿ ਰਹੇ ਨੇ ਕਿ ਉਸ ਵੇਲੇ ਮੈਂ ਹਾਈ ਕਮਾਂਡ ਨੂੰ ਇਸ ਬਾਰੇ ਜਾਣੂ ਕਰਵਾਇਆ ਸੀ ਕਿ 42 ਕਾਂਗਰਸੀ ਆਗੂ ਨੇ ਜਿਹੜੇ ਉਹ ਇਸ ਪੂਰੇ ਜੋ ਰੇਤ ਮਾਫੀਆ ਦੇ ਵਿੱਚ ਅਵੈਧ ਰੇਤ ਮਾਫੀਆ ਇਲੀਗਲ ਮਾਈਨਿੰਗ ਦੇ ਵਿੱਚ ਸ਼ਾਮਲ ਨੇ ਔਰ ਮੈਂ ਸੋਨੀਆ ਗਾਂਧੀ ਨੂੰ ਇਸ ਬਾਰੇ ਅਵਗਤ ਕਰਾਇਆ ਸੀ ਪਰ ਉਹਨਾਂ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ। ਸੋ ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ ਕਿ ਮੁੱਖ ਮੰਤਰੀ ਜਿਸ ਵੇਲੇ ਕੈਪਟਨ ਅਮਰਿੰਦਰ ਸਿੰਘ ਸਨ ਉਸ ਵੇਲੇ ਅਗਰ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਰੇਤ ਮਾਫੀਆ ਜਿਹੜਾ ਸਰਗਰਮ ਹੈ ਔਰ ਕਾਂਗਰਸ ਦੇ ਹੀ ਆਗੂ ਜਿਹੜੇ ਉਸ ਦੇ ਵਿੱਚ ਸ਼ਾਮਲ ਨੇ ਔਰ ਮੁੱਖ ਮੰਤਰੀ ਚੰਨੀ ਉਸ ਦੇ ਵਿੱਚ ਸ਼ਾਮਲ ਨੇ ਜੋ ਕਿ ਉਸ ਵੇਲੇ ਕੈਬਨਿਟ ਮੰਤਰੀ ਸੀ, ਤਾਂ ਕੈਪਟਨ ਅਮਰਿੰਦਰ ਸਿੰਘ ਨੇ ਉਸ ਵੇਲੇ ਕਾਰਵਾਈ ਕਿਉਂ ਨਹੀਂ ਕੀਤੀ? ਕੀ ਪਾਰਟੀ ਦਾ ਹੇਜ ਕੈਪਟਨ ਅਮਰਿੰਦਰ ਸਿੰਘ ਨੂੰ ਮਾਰ ਗਿਆ? ਕੀ ਇਹ ਨਹੀਂ ਸਵਾਲ ਖੜਾ ਹੋਣਾ ਚਾਹੀਦਾ ਕਿ ਪੰਜਾਬ ਦੇ ਹਿੱਤ ਕੈਪਟਨ ਅਮਰਿੰਦਰ ਸਿੰਘ ਨੇ ਪਿੱਛੇ ਰੱਖ ਦਿੱਤੇ? ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਜਿਸ ਵੇਲੇ ਮੁੱਖ ਮੰਤਰੀ ਚੰਨੀ ਅਹੁਦਾ ਸੰਭਾਲਦੇ ਨੇ ਮੁੱਖ ਮੰਤਰੀ ਦਾ ਤਾਂ ਉਸ ਵੇਲੇ ਕਹਿੰਦੇ ਕਿ ਬਹੁਤ ਅੱਛੇ ਨੇ, ਉਹਨਾਂ ਦੀ ਤਾਰੀਫ ਕਰਦੇ ਨੇ ਔਰ ਉਸ ਦੇ ਵਿੱਚ ਕੋਈ ਨੁਕਸ ਨਹੀਂ ਕੱਢਿਆ ਜਾਂਦਾ ਔਰ ਬਾਅਦ ਦੇ ਵਿੱਚ ਹੁਣ ਜਾ ਕੇ ਜਦੋਂ ਈਡੀ ਦੀ ਰੇਡ ਹੁੰਦੀ ਹੈ ਤਾਂ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਇਸ ਚੀਜ਼ ਦਾ ਜ਼ਿਕਰ ਕਰਦੇ ਨੇ ਕਿ ਮਾਫੀਆ ਦੇ ਵਿੱਚ ਮੁੱਖ ਮੰਤਰੀ ਚੰਨੀ ਵੀ ਸ਼ਾਮਲ ਸੀ। ਹਾਲਾਂਕਿ ਕਾਂਗਰਸੀ ਲਗਾਤਾਰ ਇਹ ਕਹਿੰਦੇ ਰਹੇ ਨੇ ਕਿ ਕੈਪਟਨ ਭਾਜਪਾ ਦੇ ਨਾਲ ਰਲੇ ਹੋਏ ਸੀ ਔਰ ਅਗਰ ਕੈਪਟਨ ਭਾਜਪਾ ਦੇ ਨਾਲ ਰਲੇ ਹੋਏ ਸੀ ਤਾਂ ਉਸ ਵੇਲੇ ਕੈਪਟਨ ਨੇ ਇਹ ਚੀਜ਼ ਕਿਉਂ ਨਹੀਂ ਉਠਾਈ ਹੈ? ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ। ਇਸੇ ਦੇ ਉੱਪਰ ਗੱਲਬਾਤ ਕਰਾਂਗੇ, ਇਸੇ ਦੇ ਉੱਪਰ ਚਰਚਾ ਕਰਾਂਗੇ ਪਰ ਫਿਲਹਾਲ ਤੁਹਾਨੂੰ ਕੈਪਟਨ ਦੀ ਉਹ ਬਾਈਟ ਸੁਣਾ ਦਿੰਦੇ ਆ, ਕੈਪਟਨ ਦਾ ਉਹ ਬਿਆਨ ਸੁਣਾ ਦਿੰਦੇ ਆ ਜਿਸ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਚੰਨੀ ਦੇ ਉੱਪਰ ਨਿਸ਼ਾਨੇ ਲਾ ਰਹੇ ਨੇ। ਇਹ ਗੱਲ ਸਹੀ ਹੈ that मैं जा रहा सी इधर ਨੂੰ मेरे ਹੁਸ਼ਿਆਰਪੁਰ वाले हो कहते और ऑन टॉप ऑफ दी सतलुज मैंने देखे ट्रक और डिगर वगैरह उत्थे लगे हुए सी ਤੇ ਜਦ ਮੈਂ ਵਾਪਸ ਆਇਆ ਮੈਂ ਉੱਥੇ ਉਹਨਾਂ ਨੂੰ ਕਿਹਾ ਕਿ ਇਨਵੈਸਟੀਗੇਟ ਕਰੋ ਪਰ ਇਨਫੈਕਟ ਆਈ ਟੋਲਡ ਰੋਪੜ ਪੁਲਿਸ ਕਿ ਤੁਸੀਂ ਪਤਾ ਕਰਕੇ ਆਓ ਕਿਆ ਹੋ ਰਿਹਾ ਇੱਥੇ ਤੇ that was ਜਿੱਥੇ ਤਾਈਂ ਉਹਨਾਂ ਦੀ ਪਤਾ ਲੱਗਿਆ ਕਿ ਉੱਥੇ ਕਈ ਪਾਰਟੀਆਂ ਇਨਵੋਲਵ ਹੋਈਆਂ ਨੇ ਐਂਡ ਜਿੱਥੇ ਤਾਈਂ ਚੰਨੀ ਦਾ ਮਸਲਾ ਹੈ there was at that stage his name did feature ਉਹਦੇ ਤੇ ਹੋਰ ਇੱਕ ਦੋ ਬੰਦਿਆਂ ਦਾ ਨਾਮ ਆਇਆ ਸੀ ਉਹਦੇ ਵਿੱਚ ਐਂਡ that was handed over to the investigation team. Now investigation team we have STF which is looking after this and ਉਹਦੇ ਨਾਲ ਹੀ ਮੈਂ in fact I had set up a second team under I think an IG to go in for these investigations and to find them and to pick them up. वो काम भी ਉੱਥੇ ਸ਼ੁਰੂ ਹੋ ਗਿਆ ਸੀਗਾ। So facts are facts. I can't we cannot hide facts. ਇਹ ਜ਼ਰੂਰ ਉਹਨਾਂ ਦਾ ਹੱਥ ਉਹਦੇ ਵਿੱਚ ਸੀਗਾ। To what extent ਇੱਧਰ ਹੀ ਸੀ ਰੋਪੜ ਇੱਥੇ ਹੀ ਕਰਨਾ ਸੀਗਾ। But Captain sir, you have submitted names of 42 Congress leaders. Will you make these names public now? No, I won't make them public now. But because I've said so, that investigation will only when you make somebody's name, you must know the results of the investigation. There are no results. There was no investigation carried out. But I did say this to the Congress president. ਜਦੋਂ ਕਾਂਗਰਸ ਪ੍ਰੈਜ਼ੀਡੈਂਟ ਨੇ ਮੈਨੂੰ ਪੁੱਛਿਆ ਸੀ ਕਿ ਕੀ ਤੁਸੀਂ ਉੱਥੇ ਮੈंने ਸੁਣਿਆ ਕਿ ਉੱਥੇ ਬਹੁਤ ਤੰਦਰਾ ਮਚਿਆ ਹੋਇਆ ਹੈ ਔਰ ਰੇਤਾ I said yes ma'am. So she said what are you doing about it? I said what would you like me to do about it? Would you like me to arrest them? Chup. So I did nothing. CM ਨਾ ਬਣਾਇਆ ਸੀ ਠੀਕ ਹੈ that is all right. I was chief minister of Punjab. ਲੇਕਿਨ ਜਦੋਂ ਤੁਸੀਂ ਐਕਸ਼ਨ ਲੈਣੇ ਹੋ if I want to you are my minister of finance I want to arrest you. Do I ask the chief minister the prime Congress president ਜਾਂ ਕਿਹਨੂੰ ਪੁੱਛਾਂ ਮੈਂ?
ਸੋ ਸੁਣਿਆ ਤੁਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਬਿਆਨ ਦੇ ਰਹੇ ਨੇ ਤੇ ਕਹਿ ਰਹੇ ਨੇ ਕਿ ਚੰਨੀ ਦੇ ਵਿੱਚ ਸ਼ਾਮਲ ਹੋਣ ਦੇ ਬਾਰੇ ਜਿਹੜੀ ਆ ਉਹਨਾਂ ਨੇ ਗੱਲ ਕਹੀ ਸੀ ਜੋ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਨੂੰ ਕਿ ਮਾਈਨਿੰਗ ਮਾਫੀਆ ਦੇ ਵਿੱਚ ਚੰਨੀ ਸਰਗਰਮ ਨੇ, ਚੰਨੀ ਸ਼ਾਮਲ ਨੇ ਔਰ ਇਸ ਦੇ ਨਾਲ ਹੋਰ ਵੀ ਜਿਹੜੇ ਕਾਂਗਰਸੀ ਆਗੂ ਨੇ ਉਹ ਸ਼ਾਮਲ ਨੇ। ਪਰ ਵੱਡਾ ਸਵਾਲ ਇਹੀ ਕਿ ਅਗਰ ਸ਼ਾਮਲ ਸੀ ਤਾਂ ਫਿਰ ਕਾਰਵਾਈ ਕਿਉਂ ਨਹੀਂ ਕੀਤੀ? ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਕਿਉਂ ਨਹੀਂ ਬੋਲੇ? ਉਸ ਵੇਲੇ ਕੀ ਅਜਿਹੀ ਗੱਲ ਸੀ ਜੋ ਕੈਪਟਨ ਅਮਰਿੰਦਰ ਸਿੰਘ ਚੁੱਪ ਰਹੇ ਔਰ ਹੁਣ ਪਾਰਟੀ ਤੋਂ ਬਾਹਰ ਹੋ ਕੇ ਔਰ ਆਪਣੀ ਪਾਰਟੀ ਦਾ ਗਠਨ ਕਰਕੇ ਹੁਣ ਜਿਹੜਾ ਇਸ ਸਾਰੇ ਮਾਮਲੇ ਦੇ ਉੱਪਰ ਬਿਆਨ ਦੇ ਰਹੇ ਨੇ? ਉਸ ਵੇਲੇ ਕੀ ਗੱਲ ਪੰਜਾਬ ਦੇ ਬਾਰੇ ਨਹੀਂ ਸੋਚਿਆ ਕੈਪਟਨ ਅਮਰਿੰਦਰ ਸਿੰਘ ਨੇ? ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ ਕਿ ਪੰਜਾਬ ਦੇ ਲੋਕਾਂ ਬਾਰੇ, ਪੰਜਾਬ ਦੀ ਭਲਾਈ ਬਾਰੇ ਕਿ ਕੈਪਟਨ ਅਮਰਿੰਦਰ ਸਿੰਘ ਨੇ ਨਹੀਂ ਸੋਚਿਆ। ਸੋ तमाम ਇਸ ਮਸਲੇ ਦੇ ਉੱਪਰ ਗੱਲਬਾਤ ਕਰਾਂਗੇ ਔਰ ਅੱਜ ਚਰਚਾ ਦੇ ਵਿੱਚ ਆਮ ਆਦਮੀ ਪਾਰਟੀ ਤੋਂ ਅਮਰਜੀਤ ਮਹਿਤਾ, ਬੀਜੇਪੀ ਤੋਂ ਕੁਲਦੀਪ ਧਾਲੀਵਾਲ, ਪੰਜਾਬ ਲੋਕ ਕਾਂਗਰਸ ਤੋਂ MK ਸ਼ਰਮਾ, ਸ਼੍ਰੋਮਣੀ ਅਕਾਲੀ ਦਲ ਤੋਂ ਗੁਰਜਿੰਦਰ ਸਿੰਘ ਸਿੱਧੂ ਔਰ ਕਾਂਗਰਸ ਤੋਂ ਅਰਸ਼ਪ੍ਰੀਤ ਖੜਿਆਲ ਸਾਡੇ ਨਾਲ ਜੁੜ ਗਏ ਨੇ। ਸਾਰੇ ਮਹਿਮਾਨਾਂ ਦਾ ਮੈਂ ਬਹੁਤ-ਬਹੁਤ ਸਵਾਗਤ ਕਰਦਾ ਇੰਡੀਆ ਨਿਊਜ਼ ਪੰਜਾਬ ਦੇ ਉੱਪਰ। ਸੋ ਸ਼ੁਰੂਆਤ ਖੜਿਆਲ ਸਾਹਿਬ ਤੋਂ ਕਰਾਂਗਾ। ਖੜਿਆਲ ਸਾਹਿਬ, ਜੋ ਕੈਪਟਨ ਅਮਰਿੰਦਰ ਸਿੰਘ ਨੇ ਬਿਆਨ ਦਿੱਤਾ ਸੁਣਿਆ ਤੁਸੀਂ, ਕਿਵੇਂ ਦੇਖਦੀ ਹੈ ਕਾਂਗਰਸ? ਕੈਪਟਨ ਅਮਰਿੰਦਰ ਸਿੰਘ ਜਿਸ ਵੇਲੇ ਕਾਂਗਰਸ 'ਚ ਸੀ ਉਸ ਵੇਲੇ ਉਹਨਾਂ ਨੇ ਕੁਝ ਨਹੀਂ ਕਿਹਾ। ਉਹ ਮੁੱਖ ਮੰਤਰੀ ਚੰਨੀ ਜਦੋਂ ਮੁੱਖ ਮੰਤਰੀ ਦੇ ਅਹੁਦੇ ਤੇ ਬਹਿੰਦੇ ਨੇ ਉਸ ਵੇਲੇ ਕਹਿੰਦੇ ਨੇ ਕਿ ਮੁੱਖ ਮੰਤਰੀ ਚੰਨੀ ਨੇ ਜਿਹੜੇ ਉਹ ਕਾਫੀ ਜੋ ਅੱਛੇ ਨੇ ਔਰ ਕੰਮ ਕਰਨ ਦੇ ਵਿੱਚ ਵਧੀਆ ਨੇ। ਪਰ ਹੁਣ ਜਦੋਂ ਆਪਣੀ ਪਾਰਟੀ ਬਣਾਉਣ ਤੋਂ ਬਾਅਦ ਹੁਣ ਕਹਿ ਰਹੇ ਨੇ ਕਿ ਮਾਈਨਿੰਗ ਦੇ ਵਿੱਚ ਸਰਗਰਮ ਸੀ ਚੰਨੀ ਔਰ ਇਸ ਦੇ ਨਾਲ ਹੋਰ ਕਾਂਗਰਸੀ ਆਗੂ ਵੀ ਸਰਗਰਮ ਸੀ ਔਰ ਉਹਨਾਂ ਨੇ ਬਕਾਇਦਾ ਤੌਰ ਇਹ ਸੋਨੀਆ ਗਾਂਧੀ ਨੂੰ ਦੱਸਿਆ ਸੀ। ਕਿਵੇਂ ਦੇਖਦੀ ਹੈ ਕਾਂਗਰਸ ਇਸ ਨੂੰ? And ਬੀਜੇਪੀ ਦੇ ਕ੍ਰਿਮੀਨਲ ਬੈਕਗ੍ਰਾਉਂਡ ਦੇ ਹੈ। ਮੈਂ ਨਹੀਂ ਕਹਿੰਦਾ ਐਸੋਸੀਏਸ਼ਨ ਆਫ ਡੈਮੋਕ੍ਰੈਟਿਕ ਰਿਫਾਰਮ ਕਹਿੰਦੀ ਹੈ, ਇਹ ਕਹਿੰਦੇ ਵੀ ਆਪਣਾ ਪਦ ਛੱਡ ਦੋ। ਮੋਦੀ ਸਾਹਿਬ ਪਦ ਛੱਡਣ, ਕੇਜਰੀਵਾਲ ਸਾਹਿਬ ਪਦ ਛੱਡਣ। ਵਿਨੇ ਬਾਂਸਲ ਦਾ ਜਿਹੜਾ ਇਸ਼ੂ ਹੋਇਆ ADR ਦਾ ਰਿਪੋਰਟ ਹੈ, ਕੈਪਟਨ ਸਾਹਿਬ ਦਾ ਹੋਇਆ, ਆਪਣਾ ਮੋਦੀ ਸਾਹਿਬ ਨੂੰ ਛੱਡਣਾ ਚਾਹੀਦਾ ਹੈ। ਬਟ ਆਪਣਾ ਮਜੀਠੀਆ ਸਾਹਿਬ ਵੀ ਪ੍ਰੈਸ ਕਾਨਫਰੰਸ ਕਰਦੇ ਆ। ਮਜੀਠੀਆ ਸਾਹਿਬ ਦੇ ਸ਼ਬਦਾਂ ਦੀ ਜ਼ੀਰੋ ਵੈਲਿਊ ਹੈ ਬਿਕੋਜ਼ ਉਹ ਵਿਅਕਤੀ ਨੇ ਜਿਹੜੇ ਡਰੱਗ ਪੈਡਲਿੰਗ ਦੇ ਕੇਸ ਦੇ ਵਿੱਚ ਇਨਵੋਲਡ ਹੈ। ਇੰਟੈਨਮ ਰਿਲੀਫ ਤੇ ਹਜੇ ਵਿਚਾਰੇ ਹੈਗੇ ਨੇ, ਬੇਲ ਹਜੇ ਐਬਸੋਲੂਟ ਵੀ ਨਹੀਂ ਹੋਈ। ਲੇਕਿਨ ਜਿਹੜੀ ਫੋਟੋਆਂ ਵੀਡੀਓਆਂ ਦੀਆਂ ਗੱਲਾਂ ਕਰਦੇ ਆ ਉਹਨਾਂ ਨੂੰ ਪੁੱਛੋ ਵੀ ਵੈਰੀਫਾਈਡ ਆ ਉਹ? ਤੁਹਾਨੂੰ 50 ਫੋਟੋਆਂ ਮੈਂ ਡਾਕਟਰ ਕਰਕੇ ਦੇ ਸਕਦਾ ਹੈ, ਕੋਈ ਕਿਸੇ ਮਰਜ਼ੀ ਤੋਂ ਤੁਸੀਂ ਡਾਕਟਰ ਕਰਾ ਕੇ ਲੈ ਲਓ ਕਿਸੇ ਵੀ ਐਡੀਟਿੰਗ ਦੁਕਾਨ ਤੋਂ। ਇਟਸ ਨੋ ਬਿਗ ਡੀਲ ਐਟ ਆਲ। ਬਟ ਦ ਫੈਕਟ ਆਫ ਦ ਮੈਟਰ ਇਜ਼ ਕਿ ਮਜੀਠੀਆ ਸਾਹਿਬ ਜਿਹੜੇ ਆਪ ਬੇਲ ਤੇ ਨੇ, ਸੁਖਬੀਰ ਬਾਦਲ ਸਾਹਿਬ ਜਿਹੜੇ ਫੌਰਜਰੀ ਕੇਸ ਦੇ ਵਿੱਚ, ਡੂਅਲ ਕਨਸਟੀਟਿਊਸ਼ਨ ਕੇਸ ਦੇ ਵਿੱਚ ਬੇਲ ਤੇ ਨੇ, ਉਹਨਾਂ ਦੇ ਸ਼ਬਦਾਂ ਦੀ ਕੀ ਵੈਲਿਊ? ਹੁਣ ਫੈਕਟ ਇਹ ਹੈ ਮਾਰਚ 7 2018 ਨੂੰ ਜਿਹੜੀ FIR ਹੁੰਦੀ ਹੈ ਉਹਦੇ ਵਿੱਚ ਚੰਨੀ ਸਾਹਿਬ ਦੇ ਨੈਫਿਊ ਦਾ ਨਾਮ ਨਹੀਂ, ਕੋਈ ਐਕੁਜ਼ੀਸ਼ਨ ਨਹੀਂ, ਕੋਈ ਐਲੀਗੇਸ਼ਨ ਨਹੀਂ, ਕੋਈ ਵਿਟਨੈਸ ਨਹੀਂ, ਕੋਈ ਐਵੀਡੈਂਸ ਨਹੀਂ, ਨਥਿੰਗ ਐਟ ਆਲ। 10 ਕਰੋੜ ਰੁਪਏ ਲਾਸਟ ਈਅਰ ਨਵੰਬਰ ਦੇ ਵਿੱਚ ਜਲੰਧਰ ਬਸ ਕੰਕਲੂਡ ਕਰ ਰਹੇ ਬਸ ਕੰਕਲੂਡ ਕਰ ਰਹੇ ਕਾਈਂਡਲੀ। I want to ask you one question को 10 करोड़ रुपए ਕਿਹੜੇ ਕਰੋੜ ਨਿਕਲੇ? ਸੁਣ ਲਿਓ, ਸੁਣਤਾ ਲਓ ਕਾਈਂਡਲੀ। ਤੁਸੀਂ ਕਹਿ ਰਹੇ ਹੋ ਸੁਖਵੀਰ ਦੀ ਕੋਈ ਵੈਲਿਊ ਨਹੀਂ, ਉਹ ਤੋਂ ਬਾਅਦ ਪੁੱਛ ਲਿਓ 10 ਕਰੋੜ ਰੁਪਏ ਨਿਕਲੇ ਕਾਈਂਡਲੀ ਪਲੀਜ਼ ਸਿੱਧੂ ਸਾਹਿਬ ਪਲੀਜ਼। ਥੈਂਕ ਯੂ। ECIR ਹੁੰਦੀ ਹੈ ਲਾਸਟ ਈਅਰ ਨਵੰਬਰ ਦੇ ਵਿੱਚ, ਉਹਦੇ ਵਿੱਚ ਵੀ ਚੰਨੀ ਸਾਹਿਬ ਦੇ ਨੈਫਿਊ ਦਾ ਨਾਮ ਹੀ ਨਹੀਂ, ਕੋਈ ਐਲੀਗੇਸ਼ਨ ਨਹੀਂ, ਕੋਈ ਐਕੂਜ਼ੇਸ਼ਨ ਨਹੀਂ, ਨਥਿੰਗ ਐਟ ਆਲ। ਹੁਣ ਇਹ ਕਹਿ ਰਹੇ ਕਿ ਰਿਕਵਰੀ ਹੋਈ। ਪ੍ਰਿੰਸੀਪਲ ਆਫ ਨੈਚੁਰਲ ਜਸਟਿਸ ਕਹਿੰਦਾ ਹੈ one is to be presumed innocent until proven guilty। ਜਿੰਨਾ ਚਿਰ ਪ੍ਰੂਵ ਨਹੀਂ ਹੁੰਦਾ ਕੋਰਟ ਦੇ ਵਿੱਚ ਇਹ ਕਿਸੇ ਨੂੰ ਦੋਸ਼ੀ ਕਰਾਰ ਨਹੀਂ ਕਰ ਸਕਦੇ। ਤੇ ਜਿਹੜੀ ਕੇਜਰੀਵਾਲ ਸਾਹਿਬ ਨੇ ਗਲਤੀ ਪਹਿਲਾਂ ਕੀਤੀ ਸੀ, ਐਲੀਗੇਸ਼ਨ ਲਾ ਕੇ ਮਾਫੀ ਮੰਗੀ ਸੀ, ਹਿਸਟਰੀ ਆਪਦੇ ਆਪ ਨੂੰ ਰਿਪੀਟ ਕਰੂਗੀ। ਤੁਸੀਂ ਦੇਖੋਗੇ ਬੀਜੇਪੀ ਦਾ ਪੈਟਰਨ ਹੈ। ਇਹਨਾਂ ਨੇ ਮਮਤਾ ਬੈਨਰਜੀ ਨੂੰ ਟਾਰਗੇਟ ਕੀਤਾ, ਉਹਨਾਂ ਦੇ ਨੈਫਿਊ ਨੂੰ ਟਾਰਗੇਟ ਕੀਤਾ ਅਭਿਸ਼ੇਕ ਬੈਨਰਜੀ ਨੂੰ, MK ਸਟਾਲਿਨ ਦੀ ਬੇਟੀ ਨੂੰ ਟਾਰਗੇਟ ਕੀਤਾ, ਸ਼ਰਦ ਪਵਾਰ ਨੂੰ ਟਾਰਗੇਟ ਕੀਤਾ, ਅਰਵਿੰਦ ਕੇਜਰੀਵਾਲ ਨੂੰ ਟਾਰਗੇਟ ਕੀਤਾ, ਚਰਨਜੀਤ ਸਿੰਘ ਚੰਨੀ ਸਾਹਿਬ ਨੂੰ ਟਾਰਗੇਟ ਕੀਤਾ।
ਤੇ ਉਹ ਤੋਂ ਬਾਅਦ ਜਦੋਂ ਇਲੈਕਸ਼ਨ ਖਤਮ ਹੋ ਗਏ ਸਾਰਾ ਕੁਝ ਠੰਡੇ ਵਸਤੇ ਪੈ ਗਿਆ। ਇਹਨਾਂ ਦਾ ਪੈਟਰਨ ਹੈ ਮਡ ਸਲੈਂਗਿੰਗ ਤੇ ਪੋਲੀਟੀਕਲ ਵਿਚ ਹੰਟ ਕਰਨ ਦੀ ਕੋਸ਼ਿਸ਼ ਕਰਦੇ ਆ। 700 ਪਲੱਸ ਕੇਸਿਸ ਅੱਜ ਤੱਕ ਈਡੀ ਨੇ ਰਜਿਸਟਰ ਕੀਤੇ, ਉਹਨਾਂ ਚੋਂ ਸਿਰਫ ਔਰ ਸਿਰਫ 9 ਕਨਵਿਕਸ਼ਨ ਰੇਟ ਤੱਕ ਪਹੁੰਚੇ। ਸਕਸੈਸ ਰੇਟ ਕਿੰਨਾ ਹੈ? 1% ਤੋਂ ਵੀ ਘੱਟ। ਸਿਰਫ ਔਰ ਸਿਰਫ 9 ਆਊਟ ਆਫ 700 ਵਾਕਈ ਸਕਸੈਸਫੁਲ ਹੋਏ ਤੇ ਕਨਵਿਕਸ਼ਨ ਹੋ ਸਕੀ। ਤੇ ਤੋਂ ਪਤਾ ਲੱਗਦਾ ਕਿ ਕੈਂਪੇਨ ਸਟਾਈਲ ਬੀਜੇਪੀ ਦਾ ਵੱਖਰਾ ਹੈ। ਇਹ ਆਈਟੀ, ਈਡੀ ਤੇ ਸੀਬੀਆਈ ਦੁਆਰਾ ਕੈਂਪੇਨਿੰਗ ਕਰਦੇ ਆ ਤੇ ਇਹਨਾਂ ਨੂੰ ਪਤਾ ਹੈ ਕਿ ਸਾਡੀ ਇੱਥੇ ਐਗਜ਼ਿਸਟੈਂਸ ਖਤਮ ਹੋ ਚੁੱਕੀ ਹੈ, ਬੀਜੇਪੀ ਮੁਕਤ ਪੰਜਾਬ ਹੋ ਚੁੱਕਿਆ ਹੈ, ਤਾਂ ਕਰਕੇ ਆਮ ਆਦਮੀ ਪਾਰਟੀ ਦੀ ਬੀ ਟੀਮ ਵਾਂਗੂ ਇਹ ਬਿਹੇਵ ਕਰ ਰਿਹਾ ਹੈ। ਲੇਕਿਨ ਆਉਣ ਵਾਲਾ ਟਾਈਮ ਇਸ ਚੀਜ਼ ਦਾ ਗਵਾਹ ਹੋਊਗਾ ਕਿ ਬੀਜੇਪੀ ਨੂੰ ਤੇ ਆਮ ਆਦਮੀ ਪਾਰਟੀ ਨੂੰ ਖੜਿਆਲ ਸਾਹਿਬ ਤੁਹਾਡੇ ਤੱਕ ਮੇਰੀ ਆਵਾਜ਼ ਪਹੁੰਚ ਰਹੀ ਹੈ? ਖੜਿਆਲ ਸਾਹਿਬ ਆ ਰਹੀ ਜੀ, ਆਵਾਜ਼ ਆ ਰਹੀ ਹੈ? ਹਾਂਜੀ ਖੜਿਆਲ ਸਾਹਿਬ, ਮੈਂ ਠੀਕ ਹੈ, ਤੁਸੀਂ ਇਹ ਸਾਰੀ ਚੀਜ਼ ਦਾ ਜ਼ਿਕਰ ਕਰ ਰਹੇ ਹੋ। ਮੇਰੇ ਖਿਆਲ ਪਹਿਲਾਂ ਵਿੱਚ ਕਮਿਊਨੀਕੇਸ਼ਨ ਪ੍ਰੋਬਲਮ ਸੀ, ਮੇਰੀ ਆਵਾਜ਼ ਸ਼ਾਇਦ ਤੁਹਾਡੇ ਤੱਕ ਨਹੀਂ ਸੀ ਪਹੁੰਚ ਪਾ ਰਹੀ। ਮੈਂ ਸਵਾਲ ਇਹ ਪੁੱਛਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਠੀਕ ਹੈ ਤੁਸੀਂ ਇਹ ਸਾਰੀ ਚੀਜ਼ ਦਾ ਜ਼ਿਕਰ ਕਰ ਰਹੇ ਹੋ, ਪਰ ਬੀਤੇ ਦਿਨੀ ਮੁੱਖ ਮੰਤਰੀ ਚੰਨੀ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ, ਉਹਦੇ ਵਿੱਚ ਕਿਹਾ ਗਿਆ ਕਿ ਮੇਰੀ ਗਲਤੀ ਇਹ ਰਹੀ ਕਿ ਮੈਂ ਆਪਣੇ ਰਿਸ਼ਤੇਦਾਰਾਂ ਤੇ ਨਿਗਾਹ ਨਹੀਂ ਰੱਖ ਸਕਿਆ। ਇਸ ਦੇ ਕੀ ਮਾਇਨੇ ਨੇ? ਦੇਖੋ, ਪਹਿਲੀ ਗੱਲ ਤਾਂ ਇਹ ਚੰਨੀ ਸਾਹਿਬ ਵੱਲ ਉਂਗਲਾਂ ਜਿਹੜੀਆਂ ਚੱਕ ਰਹੇ ਆ, ਚੰਨੀ ਸਾਹਿਬ ਦੇ ਘਰੋਂ ਪੈਸੇ ਨਹੀਂ ਖਾਏ ਗਏ। ਚੰਨੀ ਸਾਹਿਬ ਬੇਦਾਗ ਛਵੀ ਨੇ, ਮੋਸਟ ਐਜੂਕੇਟਿਡ ਸੀਐਮ ਨੇ ਪੂਰੇ ਹਿੰਦੁਸਤਾਨ ਦੇ ਵਿੱਚ ਐਜ਼ ਆਫ ਨਾਓ। ਤੇ ਜਿੱਥੋਂ ਤੱਕ ਐਲੀਗੇਸ਼ਨ ਦੀ ਗੱਲ ਹੈ, ਮੈਂ ਤੁਹਾਨੂੰ ਪ੍ਰਿੰਸੀਪਲ ਆਫ ਨੈਚੁਰਲ ਜਸਟਿਸ ਦੱਸਦਾ, ਕਾਨੂੰਨ ਦੱਸਦਾ। ਇਹ ਚੰਨੀ ਸਾਹਿਬ ਵੱਲ ਉਂਗਲ ਵੀ ਨਹੀਂ ਕਰ ਸਕਦੇ ਤੇ ਇਹਨਾਂ ਨੂੰ ਪਤਾ ਹੈ ਵੀ ਚੰਨੀ ਸਾਹਿਬ ਨੇ ਕੰਮ ਕੀਤਾ ਹੈ ਤੇ ਕਾਂਗਰਸ ਪਾਰਟੀ ਰਿਪੀਟ ਕਰੂਗੀ, ਤਾਂ ਇਹਦੀਆਂ ਸਾਜ਼ਿਸ਼ਾਂ ਰਚਦੇ ਆ। ਲੇਕਿਨ ਪੰਜਾਬ ਬਿਫਿਟਿੰਗ ਰਿਪਲਾਈ ਦਊਗਾ ਇਸ ਚੀਜ਼ ਦਾ। ਚਲੋ ਠੀਕ ਹੈ, ਠੀਕ ਹੈ। ਪੰਜਾਬ ਲੋਕ ਕਾਂਗਰਸ ਤੋਂ MK ਸ਼ਰਮਾ ਜੀ ਨੇ। ਸ਼ਰਮਾ ਜੀ, ਕੈਪਟਨ ਅਮਰਿੰਦਰ ਸਿੰਘ ਅੱਜ ਜ਼ਿਕਰ ਕਰ ਰਹੇ ਨੇ ਕਿ ਮੁੱਖ ਮੰਤਰੀ ਚੰਨੀ, ਜੋ ਕਿ ਉਸ ਵੇਲੇ ਕੈਬਨਿਟ ਮੰਤਰੀ ਸੀ, ਉਹ ਮਾਫੀਆ ਦੇ ਵਿੱਚ ਸਰਗਰਮ ਸੀ। ਅੱਜ ਕੈਪਟਨ ਅਮਰਿੰਦਰ ਸਿੰਘ ਇਸ ਚੀਜ਼ ਦਾ ਜ਼ਿਕਰ ਕਰ ਰਹੇ ਨੇ ਔਰ ਕਹਿ ਰਹੇ ਨੇ ਕਿ ਮੈਂ ਸੋਨੀਆ ਗਾਂਧੀ ਉਹਨਾਂ ਨੂੰ ਇਸ ਚੀਜ਼ ਬਾਰੇ ਦੱਸਿਆ ਸੀਗਾ। ਪਰ ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਨੇ ਕਿਉਂ ਨਹੀਂ ਕੋਈ ਐਕਸ਼ਨ ਲਿਆ? ਕਿਉਂ ਨਹੀਂ ਕੋਈ ਸਟ੍ਰਿਕਟ ਜਿਹੜੀ ਕਾਰਵਾਈ ਕੀਤੀ ਹੈਗੀ ਹੈ? ਕੀ ਪਾਰਟੀ ਦਾ ਹੇਜ ਜ਼ਿਆਦਾ ਸੀਗਾ ਉਹਨਾਂ ਨੂੰ ਪੰਜਾਬ ਨਾਲੋਂ? ਦੇਖੋ ਇੰਜ ਕਿ ਜਿਹਦਾ ਟੁਕਵਾ ਜਵਾਬ ਜਿਹੜਾ ਇਹ ਤੇ ਤੁਹਾਨੂੰ ਕੈਪਟਨ ਅਮਰਿੰਦਰ ਸਿੰਘ ਖੁਦ ਹੀ ਦੇ ਸਕਦੇ ਨੇ, ਲੇਕਿਨ ਉਹਨਾਂ ਨੇ ਆਪਣੀ ਅੱਜ ਦੀ ਸਟੇਟਮੈਂਟ ਦੇ ਵਿੱਚ ਬੜਾ ਕਲੀਅਰਲੀ ਮੈਂਸ਼ਨ ਕੀਤਾ ਕਿ ਐਵਰੀਥਿੰਗ ਵਾਸ ਵੈਰੀ ਕਲੀਅਰਲੀ ਸਟੇਟਡ ਟੂ ਪ੍ਰੈਜ਼ੀਡੈਂਟ ਕਾਂਗਰਸ। ਸੋਨੀਆ ਗਾਂਧੀ ਜੀ ਨੂੰ ਇਹਦੇ ਬਾਰੇ ਪੂਰਾ ਦੱਸ ਦਿੱਤਾ ਗਿਆ ਸੀ ਔਰ ਮੈਡਮ ਸੋਨੀਆ ਗਾਂਧੀ ਨੇ ਕੋਈ ਵੀ ਐਕਸ਼ਨ ਲੈਣ ਤੋਂ ਰੋਕ ਦਿੱਤਾ। ਸੋ ਇਹ ਜਿਹੜੀ ਸਿਆਸਤ ਜਿਹੜੀ ਚੱਲ ਰਹੀ ਹੈ, ਹਿੰਦੁਸਤਾਨ ਦੀ ਸਿਆਸਤ ਹੈ, ਭਾਵੇਂ ਪੰਜਾਬ ਦੀ ਹੈ, ਯੂਪੀ ਦੀ ਹੈ, ਦਿੱਲੀ ਦੀ ਹੈ, ਇਹਦੇ ਵਿੱਚ ਜਿਹੜੀ ਹਾਈ ਕਮਾਂਡ ਹੈ ਉਹ ਬਹੁਤ ਹਾਵੀ ਹੈ। ਉਹਦੇ ਰਿਮੋਟ ਕੰਟਰੋਲ ਦੇ ਨਾਲ ਹੀ ਸਰਕਾਰਾਂ ਜਿਹੜੀਆਂ ਉਹ ਚੱਲਦੀਆਂ ਪਈਆਂ ਨੇ। ਅੱਜ ਦੀ ਸਟੇਟਮੈਂਟ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਤੇ ਨਾ ਕਿਤੇ ਐਕਸੈਪਟ ਵੀ ਕੀਤਾ ਹੈ ਕਿ ਇਟ ਵਾਸ ਮਾਈ ਮਿਸਟੇਕ। ਕਿਤੇ ਨਾ ਕਿਤੇ ਉਹਨਾਂ ਨੇ ਐਕਸੈਪਟ ਕੀਤਾ ਕਿ ਮੇਰੀ ਮਿਸਟੇਕ ਹੈ ਔਰ ਉਹਦਾ ਜਿਹੜਾ ਮੈਂ ਖਮਿਆਜਾ ਵੀ ਭੁਗਤ ਰਿਹਾ ਵਾਂ। ਔਰ ਜਿਹੜਾ ਪੰਜਾਬ ਜਾਂ ਪੰਜਾਬੀਅਤ ਦਾ ਸਵਾਲ ਹੈ, ਉਹਦੇ ਲਈ ਕੈਪਟਨ ਅਮਰਿੰਦਰ ਸਿੰਘ ਜਿਹੜੇ ਨੇ ਉਹ ਸਦਾ ਅੱਗੇ ਰਹੇ ਨੇ ਔਰ ਉਹਨਾਂ ਦਾ ਹਿੱਤ ਪੰਜਾਬ ਦੀ ਬਿਹਤਰੀ ਲਈ ਹੈ, ਨਾ ਕਿ ਕਿਸੇ ਹੋਰ ਲਈ ਹੈ। ਮੇਰੇ ਵੀਰ ਅਰਸ਼ਦੀਪ ਹੋਰੀ, ਜੇ ਵਿਕਰਮ ਸਿੰਘ ਮਜੀਠੀਆ ਵਰੀ ਨੇ, ਉਹਨਾਂ ਲਈ ਕਹਿੰਦੇ ਕਿ ਉਹਨਾਂ ਦੀ ਜ਼ੀਰੋ ਕ੍ਰੈਡੀਬਿਲਿਟੀ। ਜੇ ਕੈਪਟਨ ਅਮਰਿੰਦਰ ਸਿੰਘ ਨੇ, ਉਹਨਾਂ ਦੀ ਜ਼ੀਰੋ ਕ੍ਰੈਡੀਬਿਲਿਟੀ। ਤੇ ਦੁੱਧ ਨਾਲ ਨਾਤੀ ਸਿਰਫ ਜਿਹੜੀ ਇਹਨਾਂ ਦੀ ਪਾਰਟੀ ਰਹਿ ਗਈ ਹੈ। ਇਹ ਥੋੜਾ ਜਿਹਾ ਇੰਨੇ ਖੁੱਲੇ ਫਾਜ਼ਾਂ ਦੇ ਵਿੱਚ ਇੰਨਾ ਕੁਝ ਨਹੀਂ ਬੋਲ ਦੇਣਾ ਚਾਹੀਦਾ। ਇਹ ਜੋ ਕੁਝ ਬੋਲ ਰਹੇ ਨੇ ਕਿਤਾਬਾਂ 'ਚ ਲਿਖਿਆ ਸਾਰੇ ਲੋਕ ਪੜ੍ਹਦੇ ਨੇ, ਲੇਕਿਨ ਹਕੀਕਤ ਦੇ ਵਿੱਚ ਜ਼ਮੀਨੀ ਤੌਰ ਤੇ ਕੀ ਚੀਜ਼ਾਂ ਵਾਪਰ ਰਹੀਆਂ ਨੇ ਇਹਨਾਂ ਨੂੰ ਬੜੇ ਧਿਆਨ ਨਾਲ ਦੇਖਣਾ ਚਾਹੀਦਾ ਹੈ। ਦੇਖੋ, ਇੱਕ ਚੀਜ਼ ਮੈਂ ਥੋੜੀ ਜਿਹੀ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਿਹੜਾ ਚੰਨੀ ਜੀ ਤੇ ਮੀਟੂ ਵਾਲਾ ਮਸਲਾ ਸੀ, ਉਹਦੇ 'ਚ ਵੀ ਉਹਨਾਂ ਨੇ ਬਿਲਕੁਲ ਕਲੀਅਰ ਕਰ ਦਿੱਤਾ ਅੱਜ ਕਿ ਜਿਹੜਾ IAS ਆਫੀਸਰ ਸੀ, ਦੋਵੇਂ ਕਪਲ ਜਿਹੜੇ ਨੇ ਉਹਨਾਂ ਨੇ ਅਪਰੋਚ ਕੀਤਾ ਕੈਪਟਨ ਸਾਹਿਬ ਨੂੰ ਕਿ ਇਹ ਮੈਨੂੰ ਚੰਨੀ ਜੀ ਰਾਤੀ 1 ਵਜੇ 2 ਵਜੇ ਕਾਲ ਕਰਦੇ ਨੇ ਔਰ ਐਕਸ਼ਨ ਲੈਣਾ ਸੀ ਕੈਪਟਨ ਸਾਹਿਬ ਨੇ। ਲੇਕਿਨ ਉਸ ਤੋਂ ਬਾਅਦ ਉਹਨਾਂ ਨੇ ਮੀਟਿੰਗ ਕਰਾਤੀ, ਉਹਨਾਂ ਨੇ ਅਪੋਲੋਜਾਈਜ਼ ਕਰ ਲਿਆ। ਇਹਨਾਂ ਨੇ ਚੰਨੀ ਸਾਹਿਬ ਨੇ ਅਪੋਲੋਜਾਈਜ਼ ਕੀਤਾ। ਮੈਂ ਸ਼ਰਮਾ ਜੀ ਮੈਂ ਮਾਫੀ ਚਾਹੁੰਦਾ, ਰੋਕਣਾ ਚਾਹੁੰਦਾ ਵਿੱਚ। ਮੈਂ ਜਾਣਨਾ ਇਹ ਚਾਹੁੰਦਾ ਕਿ ਉਸ ਵੇਲੇ ਜਿਸ ਵੇਲੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀ, ਇੱਕ ਬਹੁਤ ਬੜਾ ਅਹੁਦਾ ਹੁੰਦਾ ਮੁੱਖ ਮੰਤਰੀ ਦਾ, ਔਰ ਅਗਰ ਮੁੱਖ ਮੰਤਰੀ ਚਾਹਣ ਤਾਂ ਜਿਹੜੀ ਇਹ ਕਾਰਵਾਈ ਹੋ ਸਕਦੀ ਹੈ। ਅਗਰ ਉਹਨਾਂ ਨੂੰ ਇਸ ਚੀਜ਼ ਦਾ ਪਤਾ ਸੀ ਤਾਂ ਉਸ ਵੇਲੇ ਮੈਂ ਇਹ ਜਾਣਨਾ ਚਾਹੁੰਦਾ ਕਿ ਉਸ ਵੇਲੇ ਕਾਰਵਾਈ ਕਿਉਂ ਨਹੀਂ ਹੋਈ? ਕਿ ਜਿਹੜੇ ਕਾਂਗਰਸ ਦੀ ਹਾਈ ਕਮਾਂਡ ਸੀ, ਵਾਕਈ ਉਹ ਮੁੱਖ ਮੰਤਰੀ ਦੇ ਅਹੁਦੇ ਤੋਂ ਵੀ ਉੱਪਰ ਦੀ ਹੈ? ਦੇਖੋ, ਕਾਂਗਰਸ ਦਾ ਕਲਚਰ ਇਹੋ ਹੀ ਹੈ ਔਰ ਜਿੱਥੇ ਕੈਪਟਨ ਅਮਰਿੰਦਰ ਸਿੰਘ ਹੋਰੀ ਹਾਵੀ ਹੋਏ, ਉਹਨਾਂ ਨੇ ਰਾਣਾ ਗੁਰਜੀਤ ਹੋਰਾਂ ਨੂੰ ਕੈਬਨਿਟ ਦਾ ਬਾਹਰ ਦਾ ਰਸਤਾ ਵੀ ਵਿਖਾਇਆ। ਜੇ ਆਪਾਂ ਮਸਲਾ ਉਹਲਾ ਛੇੜਦੇ ਤਾਂ ਆਪਾਂ ਮਸਲਾ ਵੀ ਦੇਖੀਏ। ਜੇ ਤੁਹਾਨੂੰ ਯਾਦ ਹੋਏਗਾ ਕਿ ਰਾਣਾ ਗੁਰਜੀਤ ਹੋਰਾਂ ਦਾ ਜਦੋਂ ਚੀਜ਼ ਹਾਈਲਾਈਟ ਹੋਈ
ਕਿ ਇੱਥੇ ਇਲੀਗਲ ਮਾਈਨਿੰਗ ਜਾਂ ਕਿ ਜਿਹੜੇ ਵੀ ਮਸਲੇ ਦੇ ਵਿੱਚ ਸ਼ਰਾਬ ਦੇ ਮਸਲੇ ਵਿੱਚ ਇਨਵੋਲਵ ਸੀ, ਤੇ ਜਦੋਂ ਉਹਨਾਂ ਨੇ ਦੇਖਿਆ ਕਿ ਸਰਕਾਰ ਤੇ ਇਹਦੀ ਰਿਫਲੈਕਸ਼ਨ ਆ ਰਹੀ ਹੈ, ਉਹਨਾਂ ਨੂੰ ਕੈਬਨਿਟ ਦਾ ਬਾਹਰ ਦਾ ਰਸਤਾ ਵੀ ਦਿਖਾਇਆ। ਲੇਕਿਨ ਜਿੱਥੇ ਉੱਪਰੋਂ ਪ੍ਰੈਸ਼ਰ ਹੈ ਤੁਹਾਨੂੰ, ਉੱਥੇ ਆਪਣਾ ਕਿਤੇ ਨਾ ਕਿਤੇ ਤੁਹਾਨੂੰ ਕੰਪਰੋਮਾਈਜ਼ ਕਰਨਾ ਪਿਆ, ਔਰ ਉਹ ਕੰਪਰੋਮਾਈਜ਼ ਕਰਨ ਦਾ ਖਮਿਆਜਾ ਵੀ ਉਹਨਾਂ ਨੂੰ ਭੁਗਤਣਾ ਪਿਆ। ਮੈਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕਾ, ਹੁਣ ਦੁਬਾਰਾ ਆਖਦਾ ਵਾਂ ਕਿ ਇਹ ਜਿਹੜੀ ਪਾਰਟਿਕੂਲਰ ਇਹਦਾ ਜਵਾਬ ਢੁਕਵਾਂ ਜਵਾਬ ਹੈ, ਇਹ ਕੈਪਟਨ ਅਮਰਿੰਦਰ ਸਿੰਘ ਹੋਰੀ ਖੁਦ ਦੇ ਸਕਦੇ ਨੇ ਕਿ ਉਦੋਂ ਕੀ ਅੱਜ ਦੀ ਜਿਹੜੀ ਮੀਟਿੰਗ, ਅੱਜ ਦੀ ਜਿਹੜੀ ਪੀਸੀ ਸੀ, ਉਹਦੇ ਚ ਸ਼ਾਰਟ ਪੀਰੀਅਡ ਦੇ ਵਿੱਚ ਹੀ ਕੁਡ ਨਾਟ ਐਕਸਪਲੇਨ ਕਿ ਐਗਜ਼ੈਕਟਲੀ ਵਾਟ ਹੈਪਨਡ, ਕਿ ਹੋਇਆ ਕੀ ਹੈ। ਉਹਨਾਂ ਨੇ ਸ਼ਾਰਟ ਦੇ ਵਿੱਚ ਦੱਸਿਆ ਕਿ ਸਾਡਾ ਇੰਜ ਮੈਂ ਸੋਨੀਆ ਗਾਂਧੀ ਜੀ ਨੂੰ ਸਾਰਾ ਦੱਸ ਦਿੱਤਾ ਸੀ ਕਿ ਇਹਦੇ ਵਿੱਚ ਚੰਨੀ ਹੋਰਾਂ ਦੀ ਵੀ ਇਨਵੋਲਵਮੈਂਟ ਹੈ, ਔਰ ਇਹ ਜਿਹੜੀ 2018 ਦੀ ਜਿਹੜੀ FIR ਹੈ, ਉਹਦਾ ਜਿਹੜਾ ਹੁਣ ਐਕਸ਼ਨ ਹੋਇਆ, ਜਿਹੜਾ 10 ਕਰੋੜ ਰੁਪਇਆ ਫੜਿਆ ਗਿਆ, ਜਾਂ ਜਿਹੜੀਆਂ ਮਿਸਟਰ ਮਜੀਠੀਆ ਨੇ ਕੱਲ ਜਿਹੜੀ ਪ੍ਰੈਸ ਕਾਨਫਰੰਸ ਕਰਕੇ ਉਹ ਜਿਹੜਾ ਦਿਖਾਇਆ ਕਿ CM ਸਾਹਿਬ ਦੀਆਂ ਜਿਹੜੀ ਸਿਕਿਉਰਿਟੀ ਦੀ ਉਹ ਗਾਰਡ ਤੇ ਉਹ ਸਟਿੱਕਰ ਜਿਹੜੇ ਨੇ VIP ਕਲਚਰ ਦੇ MLA ਸਟਿੱਕਰ ਤੇ ਉਹ ਸਾਰੇ ਕਿੱਥੋਂ ਯੂਜ਼ ਹੋ ਰਹੇ ਨੇ। ਸੋ ਕਿਤੇ ਨਾ ਕਿਤੇ ਕਨੈਕਸ਼ਨ ਤੇ ਜੁੜਦਾ ਪਿਆ। ਸੋ ਉਹ ਕਨੈਕਸ਼ਨ ਜਿਹੜਾ ਉਹ ਚੰਨੀ ਸਾਹਿਬ ਦਾ, ਉਹ ਕਨੈਕਸ਼ਨ ਚੰਨੀ ਹਨੀ ਐਂਡ ਮਨੀ, ਉਹ ਕਿਤੇ ਨਾ ਕਿਤੇ ਤੇ ਹੈ ਹੀ ਹੈ। ਔਰ ਇਹ ਇਨਵੈਸਟੀਗੇਸ਼ਨਸ ਜਦੋਂ ਹੋਣਗੀਆਂ ਤੇ ਆਟੋਮੈਟਿਕਲੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਏਗਾ। ਚਲੋ ਠੀਕ ਹੈ, ਤੁਸੀਂ ਇਹ ਗੱਲ ਮੰਨ ਰਹੇ ਹੋ ਕਿ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਗਲਤੀ ਹੋਈ ਹੈ ਕਿਤੇ ਨਾ ਕਿਤੇ, ਔਰ ਕਾਰਵਾਈ ਜਿਹੜੀ ਉਹਨਾਂ ਨੇ ਨਹੀਂ ਕੀਤੀ ਉਸ ਵੇਲੇ, ਉਸ ਦਾ ਖਾਮਿਆਜ਼ਾ, ਖੈਰ ਉਹ ਤੁਸੀਂ ਕਹਿ ਰਹੇ ਹੋ ਵੀ ਖਾਮਿਆਜ਼ਾ ਭੁਗਤਣਾ ਪਿਆ। ਸ਼੍ਰੋਮਣੀ ਅਕਾਲੀ ਦਲ ਤੋਂ ਗੁਰਜਿੰਦਰ ਸਿੰਘ ਸਿੱਧੂ ਨੇ, ਸਿੱਧੂ ਸਾਹਿਬ ਜਿਵੇਂ ਤੁਸੀਂ ਸੁਣਿਆ ਕਿ ਜੋ ਪੰਜਾਬ ਲੋਕ ਕਾਂਗਰਸ ਦੇ ਬੁਲਾਰੇ ਨੇ ਕਹਿ ਰਹੇ ਨੇ ਕਿ ਜੋ ਕੈਪਟਨ ਅਮਰਿੰਦਰ ਸਿੰਘ ਤੋਂ ਉਸ ਵੇਲੇ ਗਲਤੀ ਹੋਈ ਹੈ। ਮੇਰਾ ਬੜਾ ਸਿੱਧਾ ਜਿਹਾ ਸਵਾਲ ਹੈ ਕਿ ਇੱਕ ਹਾਈ ਕਮਾਂਡ ਹੈ ਔਰ ਇੱਕ ਸੂਬੇ ਦਾ ਮੁੱਖ ਮੰਤਰੀ ਹੈ, ਕੀ ਸੂਬੇ ਦਾ ਮੁੱਖ ਮੰਤਰੀ ਪਾਰਟੀ ਹਾਈ ਕਮਾਂਡ ਨੂੰ ਜਵਾਬਦੇਹ ਹੈ ਜਾਂ ਪੰਜਾਬ ਦੇ ਲੋਕਾਂ ਨੂੰ ਜਵਾਬਦੇਹ ਹੈ? ਨਹੀਂ, ਇਹਦੇ ਵਿੱਚ ਬਲਦੀਪ ਜੀ ਦੋ ਗੱਲਾਂ ਨੇ। ਇੱਕ ਤਾਂ ਇਹ ਹੈ ਕਿ ਜਦੋਂ ਕੈਪਟਨ ਸਾਹਿਬ ਆਪਣੇ ਗੁਰਜੀਤ ਜੀ ਨੂੰ ਬਾਹਰਲਾ ਰਸਤਾ ਦਿਖਾ ਸਕਦੇ ਨੇ, ਤਾਂ ਚੰਨੀ ਕਿਹੜਾ ਬਹੁਤ ਵੱਡੀ ਗੱਲ ਸੀ ਉਹਨਾਂ ਵਾਸਤੇ, ਬਿਕੋਜ਼ ਹੀ ਵਾਸ CM ਐਂਡ ਹੀ ਵਾਸ ਹਿਸ ਕੈਬਨਿਟ ਮਿਨਿਸਟਰ। ਤਾਂ ਚੰਨੀ ਜੀ ਨੂੰ ਵੀ ਬਾਹਰ ਦਾ ਰਸਤਾ ਦਿਖਾ ਦਿੰਦੇ। ਸੋ ਇਸ ਲਈ ਕਿਤੇ ਨਾ ਕਿਤੇ ਜਿਹੜਾ ਕੈਪਟਨ ਸਾਹਿਬ ਆ ਉਹ ਝੂਠ ਬੋਲ ਰਹੇ ਨੇ, ਕਿਉਂਕਿ ਜਿਹੜੀ ਹਾਈ ਕਮਾਂਡ ਹੈ, ਹਾਈ ਕਮਾਂਡ ਨਾਲ ਲਗਾਤਾਰ ਇਹਨਾਂ ਦੀ ਨੋਕ ਝੋਕ ਹੁੰਦੀ ਰਹੀ ਹੈ ਕਿਸੇ ਨਾ ਕਿਸੇ ਗੱਲ ਤੇ, ਕਿਉਂਕਿ ਹਾਈ ਕਮਾਂਡ ਇਹਨਾਂ ਤੋਂ ਖਫਾ ਸੀ ਕਿ ਆਪਣੇ ਮਹਿਲਾਂ ਚ ਉੱਠ ਕੇ ਬਾਹਰ ਨਹੀਂ ਆਏ, ਲੋਕਾਂ ਦੀਆਂ ਤਕਲੀਫਾਂ ਨਹੀਂ ਦੇਖੀਆਂ, 4.5 ਸਾਲ ਸੁੱਤੇ ਰਹੇ। ਨਹੀਂ ਸਿੱਧੂ ਸਾਹਿਬ, ਤੁਸੀਂ ਕਹਿ ਰਹੇ ਹੋ ਝੂਠ ਬੋਲ ਰਹੇ ਨੇ, ਤਾਂ ਇਹਦਾ ਮਤਲਬ ਇਹ ਤੁਸੀਂ ਇਹ ਵੀ ਕਹਿ ਰਹੇ ਹੋ ਨਾਲ ਵੀ ਚੰਨੀ ਫਿਰ ਮਾਈਨਿੰਗ ਦੇ ਵਿੱਚ ਸ਼ਾਮਲ ਨਹੀਂ ਸੀ, ਇਹ ਇਸ ਗੱਲ ਦੇ ਉੱਪਰ ਝੂਠ ਬੋਲ ਰਹੇ ਨੇ? No, not on that issue. I'm talking ਕਿ ਹਾਈ ਕਮਾਂਡ ਉਹਦੀ ਸੁਣਦੀ ਨਹੀਂ ਸੀ, ਉਸ ਵਿਸ਼ੇ ਦੇ ਉੱਤੇ ਉਹਨਾਂ ਨੇ ਝੂਠ ਬੋਲਿਆ। ਜਿੱਥੋਂ ਤੱਕ ਚੰਨੀ ਦਾ ਸਵਾਲ ਹੈ, ਮੇਰਾ ਖਿਆਲ ਹੈ ਇਹਨਾਂ ਦੀ ਸਾਰੀ ਰਲੀ ਮਿਲੀ ਭੁਗਤ ਹੈ, ਕੋਈ ਚੰਨੀ ਕੱਲਾ ਨਹੀਂ ਕਰ ਸਕਦਾ। ਜਿਵੇਂ ਕੈਪਟਨ ਸਾਹਿਬ ਕਹਿੰਦੇ ਮੈਂ ਦੇਖਿਆ ਮਾਈਨਿੰਗ ਉੱਥੇ ਹੋ ਰਹੀ ਹੈ, ਮੈਂ ਰੋਪੜ ਪੁਲਿਸ ਨੂੰ ਕਿਹਾ ਤੁਸੀਂ ਦੇਖੋ, ਇਹ ਦੇਖਣ ਵਾਲੀ ਕਿਹੜੀ ਗੱਲ ਹੈ? ਹੀ ਸ਼ੁਡ ਹੈਵ ਅਰੈਸਟਡ them। ਇਹ ਕੌਣ ਸੀ? ਤੇ CM ਨੂੰ ਕੋਈ ਕਿਸੇ ਦੀ ਕੰਸੈਂਟ ਲੈਣ ਦੀ ਲੋੜ ਨਹੀਂ ਹੈ। ਜੋ CM ਨੇ ਆਪਦੇ ਅੱਖੀਂ ਦੇਖ ਲਿਆ ਮਾਈਨਿੰਗ ਹੋ ਰਹੀ ਹੈ, ਉਹਨਾਂ ਨੂੰ ਫੜ ਕੇ ਅੰਦਰ ਤੁੰਨੋ, ਉਹਨਾਂ ਨੂੰ ਕਿਉਂ ਨਹੀਂ ਤੁਰਦੇ ਅੰਦਰੋਂ? ਫਿਰ ਮੈਂ ਕਾਂਗਰਸ ਵਾਲੇ ਵੀਰ ਜਿਹੜੇ ਆਪਣੇ ਅਰਸ਼ਦੀਪ ਜੀ ਨੇ, ਉਹਨਾਂ ਨੂੰ ਮੈਂ ਵਿੱਚ ਵੀ ਇੰਟਰਪਟ ਕੀਤਾ ਸੀ। ਉਹਨਾਂ ਨੇ ਇਹ ਪ੍ਰਟੈਂਡ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਕਾਂਗਰਸ ਬਿਲਕੁਲ ਦੁੱਧ ਧੋਤੀ ਹੈ, ਬਾਕੀ ਸਾਰੀਆਂ ਪਾਰਟੀਆਂ ਬਿਲਕੁਲ ਨਲਾਇਕ ਨੇ, ਜਾਂ ਉਹਨਾਂ ਨੂੰ ਕੋਈ ਰਾਜ ਕਰਨ ਦਾ ਮਤਲਬ ਕੋਈ ਬਹੁਤਾ ਚੱਜ ਨਹੀਂ ਹੈ। ਸੋ ਅਰਸ਼ਦੀਪ ਜੀ, ਮੈਂ ਤੁਹਾਨੂੰ ਬੇਨਤੀ ਕਰਦਾ ਕਿ 1984 ਦੇ ਵਿੱਚ ਜਿਹੜੀ ਕਾਂਗਰਸ ਪਾਰਟੀ ਹੈ, ਇਹਨੇ ਜਿਹੜਾ ਸਿੱਖਾਂ ਦੇ ਉੱਤੇ ਕਹਿਰ ਢਾਇਆ, ਈਵਨ ਮੈਂ ਕਹਿੰਦਾ ਜਿਹੜੇ ਫੌਜੀ ਸੀਗੇ ਡਿਊਟੀਆਂ ਤੋਂ ਆ ਜਾ ਰਹੇ ਸੀਗੇ, ਵਰਦੀਧਾਰੀ ਫੌਜੀਆਂ ਦੇ ਗਲਾਂ ਦੇ ਵਿੱਚ ਵੀ ਟਾਇਰ ਪਾ ਕੇ ਕਾਂਗਰਸੀ ਗੁੰਡਿਆਂ ਨੇ ਉਹਨਾਂ ਨੂੰ ਚਲਾਇਆ ਗੱਡੀਆਂ ਚੋਂ ਕੱਢ ਕੇ। ਤੇ ਕੀ ਤੁਸੀਂ ਅੱਜ ਇਹ ਗੱਲ ਕਹਿ ਰਹੇ ਹੋ ਕਿ ਕਾਂਗਰਸ ਬਹੁਤ ਸ਼ਰੀਫ ਹੈ? ਚਲੋ ਮੈਂ ਡਿਬੇਟ ਨੂੰ ਦੂਜੇ ਪਾਸੇ ਨਹੀਂ ਲੈ ਕੇ ਜਾਣਾ ਚਾਹੁੰਦਾ, ਪਰ ਕਾਂਗਰਸ ਇੱਕ ਬਹੁਤ ਵੱਡੀ ਗੁੰਡਾ ਜਮਾਤ ਹੈ ਜਿਨ੍ਹਾਂ ਨੇ ਮਤਲਬ ਪਿਛਲੇ 70 ਸਾਲਾਂ ਦੇ ਵਿੱਚੋਂ 45 ਸਾਲ ਰਾਜ ਕੀਤਾ, ਤੇ ਉਹਨਾਂ ਨੇ ਦੇਸ਼ ਨੂੰ ਮਤਲਬ ਕਿਸੇ ਚੰਗੇ ਪਾਸੇ ਲੈ ਕੇ ਜਾਣ ਦੀ ਬਜਾਏ ਉਹਨਾਂ ਨੇ ਜਿਹੜੇ ਚੰਗੇ ਲੀਡਰ ਸੀ ਕਾਂਗਰਸ ਦੇ ਵਿੱਚ, ਉਹਨਾਂ ਨੂੰ ਵੀ ਕਿਡਨੈਪ ਕਰਕੇ ਉਹਨਾਂ ਨੇ ਆਪ ਦੀ ਜਿਹੜਾ ਰਾਜ ਸਥਾਪਿਤ ਕੀਤਾ। ਤੋ ਇਸੇ ਤਰ੍ਹਾਂ ਕੈਪਟਨ ਸਾਹਿਬ ਵੀ ਇੱਕ ਮਤਲਬ ਮਹਾਰਾਜਾ ਪਰਿਵਾਰ ਚੋਂ ਨੇ। ਮੈਨੂੰ ਨਹੀਂ ਲੱਗਦਾ ਕਿ ਉਹਨਾਂ ਦੇ ਦਿਲ ਦੇ ਵਿੱਚ ਕੋਈ ਗਰੀਬਾਂ ਪ੍ਰਤੀ ਦਰਦ ਝਲਕਦਾ ਹੋਊਗਾ। ਅੱਜ ਜਿਹੜੀ ਪੰਜਾਬ ਦੀ ਦੁਰਦਸ਼ਾ ਕੀਤੀ ਹੈ, ਇਹਦੇ ਵਿੱਚ ਕੈਪਟਨ ਸਾਹਿਬ ਕਿਤੇ ਨਾ ਕਿਤੇ, ਕਿਉਂਕਿ ਜਿੱਥੋਂ ਤੱਕ ਅਰਸ਼ਦੀਪ ਜੀ ਦਾ ਸਵਾਲ ਆ, ਉਹਨਾਂ ਨੇ ਕਿਹਾ ਕਿ ਚੰਨੀ ਕਿਹੜਾ ਜੇ ਉਹ ਕਨਵਿਕਟ ਹੋ ਗਏ ਨੇ, ਤਾਂ ਮੈਂ ਉਹਨਾਂ ਨੂੰ ਇਹ ਗੱਲ ਪੁੱਛਣੀ ਚਾਹੁੰਦਾ ਕਿ ਨਾ ਹੀ ਮਜੀਠੀਆ ਕਨਵਿਕਟ ਹੋਇਆ, ਨਾ ਹੀ ਸੁਖਵੀਰ ਜੀ ਹੋਏ ਨੇ, ਨਾ ਹੀ ਚੰਨੀ ਜੀ ਕਨਵਿਕਟ ਹੋਏ ਨੇ।
तो ये तो कानून ਨੂੰ ਦੱਸਣ ਦਿਓ ਜਦੋਂ ਸਮਾਂ ਆਊਗਾ ਕਿ ਕੌਣ ਕਿਹੜਾ ਦੋਸ਼ੀ ਹੈ ਕਿਹੜਾ ਨਹੀਂ ਦੋਸ਼ੀ ਹੈ। तो ਆਪਾਂ ਨੂੰ ਇਸ ਵੇਲੇ ਇਹੋ ਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਬਾਕੀ ਰਹੀ ਗੱਲ ਜਿਹੜੀ ਗੱਲ ਕੈਪਟਨ ਸਾਹਿਬ ਦੀ, ਉਹਨਾਂ ਨੇ ਬਹੁਤ ਵੱਡਾ ਜਿਹੜਾ ਛੁਰਾ ਸੀਗਾ ਪੰਜਾਬ ਦੀ ਪਿੱਠ ਦੇ ਵਿੱਚ ਮਾਰਿਆ। ਤੇ ਰਹੀ ਗੱਲ ਹੁਣ ਮੈਂ ਆਮ ਆਦਮੀ ਪਾਰਟੀ ਦੀ ਵੀ ਹੁਣੀ ਕਰ ਲਵਾਂ ਕਿਉਂਕਿ ਸ਼ਾਇਦ ਤੁਸੀਂ ਮੈਨੂੰ ਫਿਰ ਟਾਈਮ ਨਾ ਦਿਓ। ਨਹੀਂ ਸਿੱਧੂ ਸਾਹਿਬ ਆਪਾਂ ਮਸਲੇ ਤੇ ਰਹੀਏ, ਆਪਾਂ ਉਸ ਡੀਰੇਲ ਨਾ ਹੋਈਏ ਕਿਉਂਕਿ ਡਿਬੇਟ ਸਾਰੀ ਫਿਰ ਡੀਰੇਲ ਹੋਏਗੀ। ਆਪਾਂ ਉਸ ਚੀਜ਼ ਤੇ ਰਹੀਏ। ਚਲੋ ਠੀਕ ਹੈ ਸਿੱਧੂ ਸਾਹਿਬ, ਮੈਂ ਤੁਹਾਡੇ ਕੋਲ ਆਉਂਗਾ। ਫਿਲਹਾਲ ਬੀਜੇਪੀ ਤੋਂ ਕੁਲਦੀਪ ਧਾਲੀਵਾਲ ਜੁੜੇ ਹੋਏ ਨੇ। ਧਾਲੀਵਾਲ ਸਾਹਿਬ, ਕੈਪਟਨ ਅਮਰਿੰਦਰ ਸਿੰਘ ਦੇ ਉੱਪਰ ਵਿਰੋਧੀ ਪਾਰਟੀਆਂ ਇਹੀ ਇਲਜ਼ਾਮ ਲਾਉਂਦੀਆਂ ਰਹੀਆਂ ਕਿ ਵਿਰੋਧੀ ਪਾਰਟੀ ਨਹੀਂ, ਮਾਫ ਕਰਨਾ, ਜੋ ਕਾਂਗਰਸ ਦੇ ਅੰਦਰ ਦੇ ਆਗੂ ਸੀ, ਕਿ ਕੈਪਟਨ ਨੇ ਜਿਹੜੇ ਉਹ ਭਾਜਪਾ ਦੇ ਨਾਲ ਰਲੇ ਹੋਏ ਨੇ। ਪਰ ਜਿਸ ਹਿਸਾਬ ਨਾਲ ਹੁਣ ਕੈਪਟਨ ਔਰ ਉਹਨਾਂ ਦੀ ਪਾਰਟੀ ਇਹ ਗੱਲ ਕਹਿ ਰਹੀ ਹੈ ਕਿ ਜਿਹੜਾ ਕਿ ਜੋ ਰੇਤ ਮਾਫੀਆ ਸੀਗਾ ਉਸ ਦੇ ਖਿਲਾਫ ਕੋਈ ਐਕਸ਼ਨ ਲੈਣ ਤੋਂ ਕੈਪਟਨ ਸਾਹਿਬ ਨਹੀਂ ਲਿਆ, ਇਹ ਗਲਤੀ ਰਹੀ ਕੈਪਟਨ ਸਾਹਿਬ ਦੀ, ਤਾਂ ਮੰਨਦੇ ਹੋ ਕਿ ਇਹ ਇਲਜ਼ਾਮ ਜਿਹੜਾ ਦੋਹਰੇ ਸਟੈਂਡਰਡਸ ਨੇ, ਇੱਕ ਪਾਸੇ ਕਹਿ ਰਹੇ ਨੇ ਕਿ ਭਾਜਪਾ ਨਾਲ ਰਲੇ ਹੋਏ ਨੇ, ਇੱਕ ਪਾਸੇ ਕੈਪਟਨ ਉਸ ਦੇ ਉੱਪਰ ਐਕਸ਼ਨ ਨਹੀਂ ਲੈ ਰਹੇ ਕੋਈ? ਇਹ ਦੇਖੋ, ਮੈਂ ਇਸ ਉੱਪਰ ਸਭ ਤੋਂ ਪਹਿਲਾਂ ਤਾਂ ਤੁਹਾਡੇ ਦਰਸ਼ਕਾਂ ਨਾਲ ਇਹ ਗੱਲ ਜ਼ਰੂਰ ਸਾਂਝੀ ਕਰਨੀ ਚਾਹੁੰਦਾ ਕਿ ਮੈਂ ਖੁਸ਼ ਹੁੰਦਾ ਜੇ ਕਿਤੇ ਕੈਪਟਨ ਸਾਹਿਬ ਭਾਜਪਾ ਨਾਲ ਰਲੇ ਹੁੰਦੇ। ਇਹ ਸਾਰੀ ਜਿਹੜੀ ਗੁੰਡਾ ਜਮਾਤ ਹੈ ਅੱਜ ਸਲਾਖਾਂ ਦੇ ਪਿੱਛੇ ਹੁੰਦੀ, ਔਰ ਪੰਜਾਬ ਭਾਜਪਾ ਨਾਲ ਰਲੇ, ਕਾਂਗਰਸ ਅੰਦਰੋਂ ਚਲੋ ਜੋ ਵੀ ਉਹ ਕਰਦੇ ਨੇ, ਪਰ ਅੱਜ ਕੈਪਟਨ ਸਾਹਿਬ ਨੇ ਪੀਸੀ ਕਰਕੇ ਇੱਕ ਗੱਲ ਤਾਂ ਸਾਬਤ ਕਰਤੀ ਹੈ ਜਿਹੜੀ ਇਹ ਸਾਰੀ ਥੱਲੇ ਜਿਹੜਾ ਸਿੱਧੂ ਸਾਹਿਬ ਕਹਿੰਦੇ, ਮੈਂ ਨਹੀਂ ਕਹਿੰਦਾ, ਇਹਨਾਂ ਦੇ ਪ੍ਰਧਾਨ ਨੇ ਕਹੀ ਹੈ ਸਿੱਧੂ ਸਾਹਿਬ ਨੇ ਕਿ ਆਗੇ ਅਲੀ ਬਾਬਾ ਪਿੱਛੇ ਚੋਰੋਂ ਕੀ ਬਰਾਤ, ਤੇ ਚੋਰੋਂ ਕੀ ਬਰਾਤ ਸਾਰੀ ਜਿਹੜੀ ਹੈਗੀ ਹੈ ਅੱਜ ਕੈਪਟਨ ਸਾਹਿਬ ਨੇ ਵੀ ਨੰਗੀ ਕਰਤੀ। ਪਹਿਲਾਂ ਸਿੱਧੂ ਸਾਹਿਬ ਨੇ ਵੀ ਉਹਦੇ ਬਾਰੇ ਬੋਲਿਆ, ਮੇਰੇ ਬੋਲਣ ਦੀ ਲੋੜ ਨਹੀਂ, ਬਿਆਲੀ ਕਰਤੇ, ਉਹ ਮੇਰੇ ਬੋਲਣ ਦੀ ਲੋੜ ਨਹੀਂ। ਪਰ ਮੈਂ ਗੱਲ ਕਰਨੀ ਚਾਹਣਾ ਮੇਰੇ ਸਾਥੀ ਦੀ, ਖੜਿਆਲ ਸਾਹਿਬ ਦੀ, ਬੜੇ ਵਕੀਲ ਨੇ, ਮਾਨਯੋਗ ਸੁਪਰੀਮ ਕੋਰਟ ਦੇ, ਯੰਗ ਵੀ ਨੇ, ਬੋਲਦੇ ਵੀ ਬੜਾ ਅੱਛਾ ਨੇ, ਤੱਥ ਵੀ ਬੜੇ ਅੱਛੇ ਦਿੰਦੇ ਨੇ। ਪਰ ਇਹਨਾਂ ਨੇ ਜਿਹੜੀ ਅੱਜ ਇਹ ਗੱਲ ਕੀਤੀ ਨਾ ਕਿ ਕੈਪਟਨ ਸਾਹਿਬ ਦੀ ਗੱਲ ਦਾ ਕੋਈ ਵਜਨ ਨਹੀਂ ਹੈ, 0% ਕ੍ਰੈਡੀਬਿਲਿਟੀ ਹੈ, ਇਹਦੇ ਤੇ ਮੈਨੂੰ ਜ਼ਰੂਰ ਆਪੱਤੀ ਹੈ। ਮੈਂ ਇਹ ਗੱਲ ਕਹਿਣੀ ਚਾਹਣਾ, ਵਕੀਲ ਸਾਹਿਬ ਦੇਖੋ ਠੀਕ ਆ, ਆਪਣੀਆਂ ਉਮਰਾਂ ਛੋਟੀਆਂ ਨੇ, ਆਪਾਂ ਹੁਣੇ ਅਜੇ ਰਾਜਨੀਤੀ ਦੇ ਵਿੱਚ ਆਏ ਹਾਂ, ਪਰ ਕੈਪਟਨ ਸਾਹਿਬ ਦਾ ਜਿਹੜਾ ਪਰਿਵਾਰ ਹੈ ਉਹ ਜੱਦੀ ਪੁਸ਼ਤੀ ਮਹਾਰਾਜਾ ਪਰਿਵਾਰ ਆ, ਔਰ 6ਵੇਂ ਪਾਤਸ਼ਾਹ ਨੇ ਵਰ ਦਿੱਤਾ ਉਹਨਾਂ ਨੂੰ ਪੰਜਾਬ ਦੇ ਵਿੱਚ ਜਿਹੜਾ ਹੈਗਾ ਰਾਜ ਕਰਨ ਦਾ, ਔਰ ਉਸ ਤੋਂ ਬਾਅਦ ਪੀੜ੍ਹੀ ਦਰ ਪੀੜ੍ਹੀ ਅੱਗੇ ਉਹਨਾਂ ਨੇ ਲੋਕਾਂ ਦੀ ਸੇਵਾ ਕੀਤੀ ਹੈ। ਭਾਵੇਂ ਡੈਮੋਕ੍ਰੇਸੀ ਆ ਗਈ ਤਾਂ ਉੱਥੇ ਆ ਕੇ ਵੀ ਉਹਨਾਂ ਨੇ ਸੇਵਾ ਕੀਤੀ ਹੈ। ਤਾਂ ਇਹ ਗੱਲ ਕਹਿ ਦੇਣੀ ਉਹਨਾਂ ਦੇ ਪਰਿਵਾਰ ਦੇ ਉੱਤੇ ਕਿ 0% ਕ੍ਰੈਡੀਬਿਲਿਟੀ ਹੈ, ਇਹ ਕਿਤੇ ਨਾ ਕਿਤੇ ਇੱਕ ਵੱਡਾ ਕੁਐਸਚਨ ਮਾਰਕ ਹੈ। ਇਸ ਤਰ੍ਹਾਂ ਦੀ ਗੱਲ ਨਹੀਂ ਕਹਿਣੀ ਚਾਹੀਦੀ। ਧਾਲੀਵਾਲ ਸਾਹਿਬ, ਤੁਸੀਂ ਆਪਦੇ ਆਪ ਨੂੰ ਦੀ ਗੱਲ ਉਸ ਵੇਲੇ ਵੀ ਵੱਡੀ ਹੋ ਜਾਂਦੀ ਹੈ। ਧਾਲੀਵਾਲ ਸਾਹਿਬ, ਕ੍ਰੈਡੀਬਿਲਿਟੀ ਦੀ ਗੱਲ ਉਸ ਵੇਲੇ ਵੀ ਵੱਡੀ ਹੋ ਜਾਂਦੀ ਹੈ। ਅੱਜ ਕੈਪਟਨ ਅਮਰਿੰਦਰ ਸਿੰਘ ਖੁਦ ਜਦੋਂ ਇਹ ਕਹਿ ਰਹੇ ਨੇ ਕਿ ਮੈਂ ਜਿਹੜੀ ਹੈ ਕਾਰਵਾਈ ਜਿਹੜੀ ਹੈ ਨਹੀਂ ਕੀਤੀ, ਉਸ ਵੇਲੇ ਮੈਂ ਹਾਈ ਕਮਾਂਡ ਨੂੰ ਜ਼ਰੂਰ ਦੱਸਿਆ, ਤਾਂ ਫਿਰ ਕੀ ਕ੍ਰੈਡੀਬਿਲਿਟੀ ਤੇ ਸਵਾਲ ਨਹੀਂ ਹੈ? ਮੈਂ ਗੱਲ ਰੱਖਣ ਲੱਗਿਆ ਜੀ ਉਹੀ ਕਿ ਹਾਈ ਕਮਾਂਡ ਕਾਂਗਰਸ, ਇੱਥੇ ਪੰਜਾਬ ਦੇ ਵਿੱਚ ਕਾਂਗਰਸ ਨੂੰ ਕਦੇ ਵੋਟ ਨਹੀਂ ਪਈ। ਪੰਜਾਬ ਦੇ ਵਿੱਚ ਕੈਪਟਨ ਸਾਹਿਬ ਨੂੰ ਬਲੀ ਦਾ ਬੱਕਰਾ ਬਣਾ ਕੇ ਉਹਨਾਂ ਦੇ ਮੋਢਿਆਂ ਤੇ ਚੜ੍ਹ ਕੇ ਕਾਂਗਰਸ ਰਾਜ ਕਰਦੀ ਰਹੀ ਹੈ। ਕਾਂਗਰਸ ਆਪਦੇ ਪੰਜੇ ਦੇ ਨਿਸ਼ਾਨ ਤੇ ਅੱਜ ਇਲੈਕਸ਼ਨ ਲੜਦੇ, ਜਿਵੇਂ ਅਸੀਂ ਕਹਿੰਦੇ ਕਮਲ ਦੇ ਨਿਸ਼ਾਨ ਨੂੰ ਮੋਹਰਾਂ ਲਾਓ, ਕਮਲ ਦੇ, ਕਾਂਗਰਸ ਕਹੇ ਪੰਜੇ ਨੂੰ ਮੋਹਰਾਂ ਲਾਓ। ਪੰਜਾਬ ਦੇ ਵਿੱਚ ਇਹਨਾਂ ਦਾ ਸੂਪੜਾ ਸਾਫ਼ ਹੋ ਜਾਊਗਾ। ਇਹ ਹਮੇਸ਼ਾ ਇੱਕ ਸਿੱਖ ਆਗੂ ਨੂੰ ਅੱਗੇ ਕਰਦੇ ਆ। ਇਹਨਾਂ ਨੇ ਪਿਛਲੀਆਂ ਕੰਪੇਨ ਤੁਸੀਂ ਦੇਖ ਲਓ, ਕਾਫੀ ਵਿਦ ਕੈਪਟਨ, ਫਲਾਨਾ ਵਿਦ ਕੈਪਟਨ, ਕਾਂਗਰਸ ਤਾਂ ਖਤਮ ਹੀ ਸੀ, ਬੈਨਰਾਂ ਤੇ ਹੈ ਹੀ ਨਹੀਂ ਸੀ ਕਿਤੇ, ਨਾ ਕਿਤੇ ਪੰਜਾ ਦਿਖਾਉਂਦੇ ਸੀ ਕਿਉਂਕਿ ਉਹਨੂੰ ਖੂਨੀ ਪੰਜਾ ਸੀ, ਉਹ ਸਾਰੇ ਜਾਣਦੇ ਆ ਆਪਾਂ। ਤਾਂ ਇਸ ਕਰਕੇ ਜਿਹੜਾ ਉਹ ਜਕੜ ਕੇ ਰੱਖਿਆ ਹੋਇਆ ਸੀ ਮਹਾਰਾਜਾ ਸਾਹਿਬ ਨੂੰ, ਉਹ ਗੱਲ ਜਿਹੜੀ ਅੱਜ ਹੈਗੀ ਹੈ ਉਹ ਸਾਹਮਣੇ ਆ ਗਈ ਹੈ। ਔਰ ਕਿਸ ਤਰੀਕੇ ਨਾਲ ਆਪਦੇ ਚਹੇਤਿਆਂ ਨੂੰ, ਕਿਉਂਕਿ ਚੰਨੀ ਸਾਹਿਬ ਤਾਂ ਹੀ ਮੁੱਖ ਮੰਤਰੀ ਬਣੇ ਜੇ ਉਹ ਚਹੇਤੇ ਸੀਗੇ ਮੈਡਮ ਸੋਨੀਆ ਦੇ, ਉਹ ਭਾਵੇਂ ਮੀ-ਟੂ 'ਚ ਫਸੇ ਤਾਂ ਵੀ ਬਚਾਏ ਗਏ, ਸਮਝੌਤਾ ਕਰਾਇਆ ਗਿਆ, ਭਾਈ ਵੱਡੇ ਬੰਦੇ ਸੀ। ਮੈਂ ਤਾਂ ਚੰਨੀ ਸਾਹਿਬ ਤੇ ਇਹ ਵੀ ਸਵਾਲ ਲਾਉਣਾ, ਖੜਿਆਲ ਸਾਹਿਬ ਨੂੰ ਕਹਿਣਾ, ਇਹ ਕਹਿੰਦੇ ਆ ਕਿ ਉਹ ਗਰੀਬ ਦਲਿਤ ਮੁੱਖ ਮੰਤਰੀ ਨੇ, ਨਾ ਉਹ ਗਰੀਬ ਹੈ, ਤੇ ਮੈਂ ਉਹਨਾਂ ਦੇ ਦਲਿਤ ਹੋਣ ਤੇ ਵੀ ਸਵਾਲੀਆ ਨਿਸ਼ਾਨ ਲਾਉਣਾ ਕਿ ਉਹ ਹਾਲੇਲੂਇਆ ਉਹਨਾਂ ਦੇ ਪਰਿਵਾਰ ਨੇ ਜਿਹੜਾ ਹੈਗਾ ਸਾਰੇ ਨੇ ਕੀਤਾ ਹੋਇਆ, ਕਿਉਂਕਿ ਸਾਡੇ ਇੱਥੇ ਕਾਨੂੰਨ ਹੈ ਨਹੀਂ ਕੋਈ ਕਿ ਜਿਹੜਾ ਕੋਈ ਹਾਲੇਲੂਇਆ ਕਰ ਲਵੇ ਤੇ ਉਹ ਮੁੜ ਕੇ ਜਿਹੜਾ ਹੈਗਾ ਉਹਦੀ ਜਾਤੀ ਤਬਦੀਲ ਹੋ ਜਾਂਦੀ ਹੈ, ਉਹ ਜਰਨਲ 'ਚ ਆ ਜਾਂਦਾ ਹੈ, ਕਈ ਸਟੇਟਾਂ 'ਚ ਹੈਗਾ। ਤਾਂ ਇਹਦੇ ਕਰਕੇ ਜਿਹੜਾ ਹੈਗਾ ਉਹਨਾਂ ਨੂੰ ਦਲਿਤ ਦਾ ਅਵਾਰਡ ਜਿਹੜਾ ਹੈਗਾ ਉਹ ਮਿਲਿਆ ਹੋਇਆ। ਤਾਂ ਉਹ ਕਾਂਗਰਸ ਉਸ ਚੀਜ਼ ਨੂੰ ਬਿਨਾਂ ਗੱਲ ਤੋਂ ਬਣਾ ਰਹੀ ਹੈ, ਵਾਰ-ਵਾਰ ਬਣਾ ਰਹੀ ਹੈ। ਜਿਹੜੀਆਂ ਚੀਜ਼ਾਂ, ਮੈਂ ਇੱਕ ਗੱਲ ਹੋਰ ਇਹਨਾਂ ਨੂੰ ਕਹਿਣੀ ਚਾਹੁੰਦਾ ਕਿ 1% ਇਹ ਕਹਿੰਦੇ ਜੀ ਜਿਹੜੀਆਂ ਰੇਡ ਹੋਈਆਂ ਉਹਨਾਂ 'ਚੋਂ 1% ਸਕਸੈਸ ਹੈ। ਮੈਂ ਮਾਫੀ ਚਾਹੁੰਦਾ ਖੜਿਆਲ ਸਾਹਿਬ, ਪਰ ਉਹ 1% 'ਚ ਹੀ ਇਹ ਰੇਡ ਆ ਗਈ, ਕਿਉਂਕਿ ਇਹਦੇ ਵਿੱਚ ਜਿਹੜੀ ਹੈਗੀ ਹੈ ਪੈਸੇ ਸਾਹਮਣੇ ਲੋਕਾਂ ਨੇ ਦੇਖ ਲਏ, ਇਹ ਚਿੱਟੇ ਦਿਨ ਵਾਂਗੂ ਸਾਫ਼ ਹੈ। ਇਹਦੇ ਵਿੱਚ ਕੁਝ ਵੀ ਇਹ ਨਹੀਂ ਹੈਗਾ ਕਿ ਪੈਸਾ ਹੈ ਨਹੀਂ। ਇਹ ਤੁਸੀਂ ਅੱਜ ਪਿੰਡ ਦੇ ਕਿਸੇ ਬੱਚੇ ਨੂੰ ਵੀ ਪੁੱਛ ਲਓ ਨਾ, ਪਿੰਡ 'ਚ ਚਲੇ ਜਾਓ,
ਉਹ ਜਿਹੜੇ ਕਹਿੰਦੇ ਸੀਗੇ ਵੀ ਘਰ ਘਰ ਠੀਕ ਹੈ ਚੰਨੀ ਧਾਲੀਵਾਲ ਗੱਲ ਜੀ, ਤੁਸੀਂ ਕਹਿੰਦਾ ਰੇਤੇ ਦੇ ਇਲਜ਼ਾਮ ਲਾ ਰਹੇ ਹੋ ਪੈਸੇ ਕਾਂਗਰਸ ਦੇ ਚੰਨੀ ਉੱਪਰ, ਰੱਖਦਾ ਕਾਂਗਰਸ ਦੇ ਉੱਪਰ ਭਾਣਜੇ ਸੀਐਮ ਚੰਨੀ ਤੇ ਇਲਜ਼ਾਮ ਲਾ ਰਹੇ ਹੋ। ਠੀਕ ਹੈ, ਤੁਹਾਡਾ ਪੁਆਇੰਟ ਆ ਗਿਆ। ਆਮ ਆਦਮੀ ਪਾਰਟੀ ਤੋਂ ਅਮਰਜੀਤ ਮਹਿਤਾ ਜੁੜੇ ਨੇ। ਅਮਰਜੀਤ ਜੀ, ਕਿਵੇਂ ਦੇਖਦੇ ਹੋ ਜੋ ਅੱਜ ਕੈਪਟਨ ਅਮਰਿੰਦਰ ਸਿੰਘ ਨੇ ਬਿਆਨ ਦਿੱਤਾ ਹੈਗਾ? ਔਰ ਮੇਰਾ ਸਵਾਲ ਉਹੀ ਕਿ ਕੀ ਵਾਕਈ ਜਿਹੜਾ ਹਾਈ ਕਮਾਂਡ ਕਲਚਰ ਹੈ ਕਾਂਗਰਸ ਦੇ ਵਿੱਚ ਹਾਵੀ ਹੈ? ਉਸ ਤੋਂ ਬਾਅਦ ਮੈਂ ਖੜਿਆਲ ਸਾਹਿਬ ਕੋਲ ਆਊਂਗਾ ਫਿਰ। ਬਿਲਕੁਲ ਜੀ, ਪਹਿਲਾਂ ਤਾਂ ਜਿਵੇਂ ਕਿ ਮੇਰੀ ਆਵਾਜ਼ ਆ ਰਹੀ ਹੈ ਸਰ? ਪਹਿਲਾਂ ਜੀ ਜੀ ਸਰ, ਮੈਂ ਖੜਿਆਲ ਸਾਹਿਬ ਨੇ ਆਪ ਹੀ ਕਹਿਤਾ ਵੀ ਕੀ ਕੈਪਟਨ ਸਾਹਿਬ ਜਿਹੜੇ ਹੈਗੇ ਨੇ ਉਹਨਾਂ ਦਾ ਮੁੱਖ ਮੰਤਰੀ ਦਾ ਅਹੁਦਾ ਬਹੁਤ ਵੱਡਾ ਸੀ, ਉਹ ਹਾਈ ਕਮਾਂਡ ਤੋਂ ਉੱਪਰ ਸੀ ਔਰ ਉਹ ਖੁਦ ਕੋਈ ਨਾ ਕੋਈ ਐਕਸ਼ਨ ਲੈ ਸਕਦੇ ਸੀ, ਇਹ ਖੜਿਆਲ ਸਾਹਿਬ ਨੇ ਕਿਹਾ। ਤੇ ਜੇ ਖੜਿਆਲ ਸਾਹਿਬ ਮੈਂ ਤੁਹਾਡੇ ਹਿਸਾਬ ਨਾਲ ਹੀ ਚੱਲਾਂ ਤਾਂ ਚੰਨੀ ਸਾਹਿਬ ਜਦੋਂ ਦੇ ਮੁੱਖ ਮੰਤਰੀ ਬਣੇ ਆ ਉਸ ਤੋਂ ਬਾਅਦ ਆਪਣੇ ਬਠਿੰਡਾ ਦੇ ਜਿਹੜੇ ਰੂਲਰ ਦੇ ਜਿਨ੍ਹਾਂ ਨੂੰ ਤੁਸੀਂ ਹੁਣ ਟਿਕਟ ਦਿੱਤੀ ਹੈ ਲਾਡੀ ਸਾਹਿਬ ਨੇ, ਮਨਪ੍ਰੀਤ ਬਾਦਲ ਫਾਈਨਾਂਸ ਮਿਨਿਸਟਰ ਦੇ ਉੱਪਰ ਜੋ ਇਲਜ਼ਾਮ ਲਾਏ ਨੇ, ਜੇ ਉਹ ਸੱਚੇ ਨਹੀਂ ਸੀ ਤਾਂ ਤੁਸੀਂ ਉਹਨਾਂ ਨੂੰ ਟਿਕਟ ਦਿੱਤੀ ਕਿਉਂ? ਜੇ ਉਹ ਗਲਤ ਸੀ ਤੁਸੀਂ ਟਿਕਟ ਦਿੱਤੀ ਉਹਨਾਂ ਨੂੰ। ਇਹਦਾ ਮਤਲਬ ਉਸ ਤੋਂ ਬਾਅਦ ਤੁਹਾਡੇ 4 ਐਮਐਲਏ ਨੇ ਰਾਣਾ ਗੁਰਜੀਤ ਦੇ ਅਗੇਂਸਟ ਚਿੱਠੀ ਲਿਖੀ, ਉਦੋਂ ਫਿਰ ਚੰਨੀ ਸਾਹਿਬ ਨੇ ਐਕਸ਼ਨ ਲਿੱਤਾ। ਤੁਹਾਡੇ ਆਪ ਦੇ ਪ੍ਰਧਾਨ ਸਿੱਧੂ ਸਾਹਿਬ ਤੁਹਾਡੇ ਕਈ ਐਮਐਲਏ ਦੇ ਅਗੇਂਸਟ ਜਾਂ ਕਈ ਮਿਨਿਸਟਰ ਦੇ ਅਗੇਂਸਟ ਬੋਲਦੇ ਆ, ਈਵਨ ਉਹ ਚੰਨੀ ਸਾਹਿਬ ਦੇ ਅਗੇਂਸਟ ਵੀ ਬੋਲਦੇ ਆ, ਫਿਰ ਚੰਨੀ ਸਾਹਿਬ ਨੇ ਕਿਉਂ ਨਹੀਂ ਐਕਸ਼ਨ ਲਿੱਤਾ? ਮਤਲਬ ਜੇ ਤੁਸੀਂ ਕਾਂਗਰਸ ਦਾ ਪਿਛਲੇ 111 ਦਿਨ ਦਾ ਹਾਲ ਹੀ ਦੇਖ ਲਓ, ਸਾਰਿਆਂ ਨੇ ਇੱਕ ਦੂਜੇ ਤੇ ਵੱਡੇ ਵੱਡੇ ਇਲਜ਼ਾਮ ਲਾਏ ਨੇ ਤੇ ਤੁਹਾਡੇ ਪ੍ਰਧਾਨ ਨੇ ਵੀ ਲਾਏ ਨੇ। ਜਿਹੜਾ ਕਾਂਗਰਸ ਦਾ ਪੰਜਾਬ ਦਾ ਪ੍ਰਧਾਨ ਹੈ ਉਸ ਨੇ ਵੀ ਇਲਜ਼ਾਮ ਲਾਏ ਨੇ। ਤੇ ਜੇ ਤੁਸੀਂ ਇਹ ਕਹਿੰਦੇ ਹੋ ਵੀ ਮੁੱਖ ਮੰਤਰੀ ਦਾ ਅਹੁਦਾ ਜ਼ਿਆਦਾ ਵੱਡਾ ਤਾਂ ਹਾਈ ਕਮਾਂਡ ਦੀ ਇਹੋ ਜਿਹੀ ਕੋਈ ਚੀਜ਼ ਨਹੀਂ ਹੈਗੀ, ਤਾਂ ਫਿਰ ਸਰ ਚੰਨੀ ਸਾਹਿਬ ਹੁਣ ਐਕਸ਼ਨ ਕਿਉਂ ਨਹੀਂ ਲੈਂਦੇ? ਚੰਨੀ ਸਾਹਿਬ, ਇਹ ਸਾਰਿਆਂ ਨੂੰ ਪਤਾ ਲੱਗ ਗਿਆ, ਬਹੁਤ ਵੱਡੇ ਵੱਡੇ ਨੋਟਾਂ ਦੀਆਂ ਗੱਡੀਆਂ ਉੱਥੋਂ ਫੜੀਆਂ ਜਾ ਚੁੱਕੀਆਂ ਗਈਆਂ, ਉਹਨਾਂ ਤੋਂ ਪੈਸੇ ਜਦੋਂ ਫੜੇ ਜਾ ਚੁੱਕੇ। ਚਲੋ ਮੈਂ ਕਹਿੰਦਾ ਵੀ 1% ਮੰਨ ਲਓ ਵੀ 1%, ਵੈਸੇ ਮੰਨਣਯੋਗ ਹੈ ਨਹੀਂ ਪਰ ਮੰਨ ਲਓ, ਤੇ ਫਿਰ ਉਹ 10 ਕਿਉਂ ਨਹੀਂ ਦਿੰਦੇ ਵੀ ਪੈਸੇ ਮੈਂ ਤਾਂ ਇਸ ਬੈਂਕ ਚੋਂ ਕਢਾਏ ਸੀ? ਉਹ 10 ਦਿਨ ਦੇ ਵਿੱਚ ਜਿਹੜੀਆਂ ਮੈਂ ਕਾਰਾਂ ਇੰਨੀਆਂ ਵੱਡੀਆਂ ਵੱਡੀਆਂ ਲਿੱਤੀਆਂ ਮੈਂ ਇੱਥੋਂ ਲਿੱਤੀਆਂ ਸੀ, ਉਹ 10 ਦਿਨ ਦੇ ਵਿੱਚ 56 ਕਰੋੜ ਦੀ ਮੇਰੀ ਐਂਟਰੀਆਂ ਇੱਥੋਂ ਆਈਆਂ ਸੀ। ਉਹ ਤਾਂ 5 ਮਿੰਟ ਚ ਕੰਮ ਸੀ। 10 ਦਿਨ ਦੇ ਮੈਂ ਪੈਸੇ ਇਸ ਬੈਂਕ ਚੋਂ ਕਢਾਏ ਸੀ, 10 ਕਰੋੜ ਜਾਂ 6 ਕਰੋੜ ਜਾਂ ਜਿੰਨੇ ਨੇ ਪੈਸੇ ਮਿਲੇ, ਜਿਹੜੇ ਇੰਨੇ ਕਰੋੜ ਮਿਲੇ ਆ, ਉਹ 5 ਮਿੰਟ 10 ਦਿਨ ਦੇ ਵੀ ਮੈਂ ਇਸ ਬੈਂਕ ਚੋਂ ਕਢਾ ਕੇ ਲਿਆਇਆ ਸੀ ਤੇ ਮੈਂ ਘਰੇ ਰੱਖੇ ਸੀ, ਇਸ ਕੰਮ ਵਾਸਤੇ ਰੱਖੇ। ਉਹ ਤਾਂ ਹਜੇ ਤੱਕ ਵੀ ਨਹੀਂ ਦੱਸਿਆ। ਸਿੱਧੂ ਸਾਹਿਬ ਨੇ ਮਿੰਟ ਠੀਕ ਹੈ ਮਹਿਤਾ ਸਾਹਿਬ, ਤੁਸੀਂ ਵੀ ਆਪਾਂ ਜਵਾਬ ਲੈ ਲੈਂਦੇ ਆ ਜੋ ਖੜਿਆਲ ਸਾਹਿਬ। ਇੱਕ ਮਿੰਟ ਤੁਸੀਂ ਇਹ ਦੇਖੋ ਵੀ ਇਸ ਤੋਂ ਪਹਿਲਾਂ ਰਾਘਵ ਚੱਡਾ ਜੀ ਨੇ ਖੁਦ ਜਾ ਕੇ ਕੈਮਰਿਆਂ ਦੇ ਸਾਹਮਣੇ ਲਾਈਵ ਹੋ ਕੇ ਦੱਸਿਆ ਸੀ ਵੀ ਆਹ ਦੇਖੋ ਗਲਤ ਮਾਈਨਿੰਗ ਹੋ ਰਹੀ ਹੈ, ਉਸ ਤੇ ਕੋਈ ਐਕਸ਼ਨ ਨਹੀਂ ਚੰਨੀ ਸਾਹਿਬ ਨੇ ਲਿੱਤਾ। ਉਹ ਫੋਰੈਸਟ ਦੀ ਲੈਂਡ ਸੀ, ਕੀ ਫੋਰੈਸਟ ਦੀ ਲੈਂਡ ਤੇ ਆਪਾਂ ਮਾਈਨਿੰਗ ਕਰ ਸਕਦੇ ਸੀ? ਕਦੇ ਵੀ ਨਹੀਂ ਕਰ ਸਕਦਾ। ਚਲੋ ਠੀਕ ਹੈ ਇਹ ਸਵਾਲ ਨੇ ਮਹਿਤਾ ਸਾਹਿਬ, ਇਹ ਸਵਾਲ ਨੇ ਅਸੀਂ ਵੀ ਪੁੱਛ ਰਹੇ ਹਾਂ ਸਾਫ਼ ਤੌਰ ਤੇ। ਖੜਿਆਲ ਸਾਹਿਬ, ਇੱਕ ਗੱਲ ਇਹ ਕਹੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿ ਮੈਂ ਜਦੋਂ ਪ੍ਰੈਸ ਨੇ ਪੁੱਛਿਆ ਕਿ ਤੁਸੀਂ ਨਾ ਜਨਤਕ ਕਰ ਦਿਓ ਤਾਂ ਕਹਿੰਦੇ ਨਾ ਜਨਤਕ ਨਹੀਂ ਮੈਂ ਕਰਾਂਗਾ ਹਲੇ। ਔਰ ਇਸ ਨੂੰ ਕਿਵੇਂ ਦੇਖਦੀ ਹੈ ਕਾਂਗਰਸ ਕਿ ਜਿਹੜਾ ਕੈਪਟਨ ਅਮਰਿੰਦਰ ਸਿੰਘ ਇਲਜ਼ਾਮ ਜ਼ਰੂਰ ਲਾ ਰਹੇ ਨੇ ਪਰ ਨਾਮ ਜਨਤਕ ਕਰਨ ਦੇ ਵਿੱਚ ਪੈਰ ਪਿੱਛੇ ਖਿੱਚ ਰਹੇ ਨੇ? ਦੇਖੋ ਜੀ, ਇਹ ਸਰਾਸਰ ਨਾ ਝੂਠ ਹੈ। ਮੈਂ ਤੁਹਾਨੂੰ ਇੱਕ ਐਵੀਡੈਂਸ ਦਿਖਾਉਣਾ ਹੁਣ, ਆ ਪ੍ਰੂਫ ਦੇਖ ਲਓ ਤੇ ਦਰਸ਼ਕਾਂ ਨੂੰ ਦਿਖਾ ਦਿਓ ਜ਼ਰਾ ਜ਼ੂਮ ਕਰਕੇ। ਇੱਥੇ ਬੜਾ ਕਲੀਅਰਲੀ ਲਿਖਿਆ ਹੈ, ਇੱਕ ਸੈਕਿੰਡ, ਇਹਨਾਂ ਦੇ ਐਮਪੀ ਨੇ ਸੰਜੇ ਪਾਟਿਲ, ਬੀਜੇਪੀ ਦੇ। ਬੀਜੇਪੀ ਐਮਪੀ ਸੰਜੇ ਪਾਟਿਲ ਦਾ ਬਿਆਨ ਹੈ ਕਿ ਈਡੀ ਮੇਰੇ ਪਿੱਛੇ ਨਹੀਂ ਆਊਗੀ ਬਿਕੋਜ਼ ਮੈਂ ਬੀਜੇਪੀ ਦਾ ਐਮਪੀ ਹਾਂ, ਮੈਂ ਬੜੀ ਚੈਨ ਦੀ ਨੀਂਦ ਸੌਣਾ ਹੈ ਜਦੋਂ ਮੈਂ ਬੀਜੇਪੀ ਚ ਆਇਆ। ਇਹ ਤੋਂ ਸਪਸ਼ਟ ਹੋ ਜਾਂਦਾ ਕਿ ਕਿਵੇਂ ਬੀਜੇਪੀ ਈਡੀ ਨੂੰ ਹਥਿਆਰ ਵਾਂਗੂ ਯੂਜ਼ ਕਰਦੀ ਹੈ ਕੈਂਪੇਨ ਕਰਨ ਲਈ। ਦੂਜੀ ਗੱਲ, ਜਿਹੜੇ ਇਲਜ਼ਾਮ ਮੇਰੇ ਫੈਲੋ ਪੈਨਲਿਸਟ ਨੇ ਲਾਏ, ਮੈਂ ਕਲੀਅਰ ਕਰ ਦੇਣਾ ਚਾਹਣਾ ਕਿ ਸ਼੍ਰੈਡ ਆਫ ਐਵੀਡੈਂਸ ਨਹੀਂ ਹੈ। ਤੁਸੀਂ ਕਹਿ ਹੀ ਨਹੀਂ ਸਕਦੇ ਕਿ ਉਹ ਦੋਸ਼ੀ ਹੈ ਜਿੰਨਾ ਚਿਰ ਇਹ ਚੀਜ਼ ਪ੍ਰੂਵ ਨਹੀਂ ਹੁੰਦੀ। ਜੇ ਇਹ ਸੱਚ ਹੈ ਤਾਂ 30% ਕ੍ਰਿਮੀਨਲ ਬੈਕਗ੍ਰਾਉਂਡ ਦੇ ਐਮਪੀਜ਼ ਐਮਐਲਏਜ਼ ਤੁਹਾਨੂੰ ਭਾਰੀ ਪੈਣਗੇ ਤੇ ਯੂ ਵਿਲ ਹੈਵ ਟੂ ਕੁਇਟ। ਜਿਹੜੇ ਆਪਣਾ ਸ਼੍ਰੋਮਣੀ ਅਕਾਲੀ ਦਲ ਹੈ ਇਹਨਾਂ ਨੂੰ ਵੀ ਕੁਇਟ ਕਰਨਾ ਪਊਗਾ, ਆਮ ਆਦਮੀ ਪਾਰਟੀ ਨੂੰ ਵੀ ਕੁਇਟ ਕਰਨਾ ਪਊਗਾ। ਇਹ ਲੌਜਿਕ ਕੀ ਇਹਨਾਂ ਦਾ ਫ੍ਰੈਕਚਰਡ। ਦੂਜੀ ਗੱਲ ਇਹ ਹੈ ਕਿ ਬੀਜੇਪੀ, ਤੁਹਾਨੂੰ ਇੱਕ ਹੋਰ ਐਗਜ਼ਾਮਪਲ ਦੇਣਾ, ਮਹਾਰਾਸ਼ਟਰ ਦੇ ਵਿੱਚ ਮਿਸਟਰ ਖਾੜਸੇ ਸੀ, ਬੀਜੇਪੀ ਛੱਡ ਕੇ ਗਏ, ਨਾਲ ਦੀ ਨਾਲ ਇਹਨਾਂ ਨੇ ਈਡੀ ਪਿੱਛੇ ਲਾਤੀ, ਆਨ ਟਵਿਸਟ ਕਰਨ ਲੱਗ ਗਏ ਵੀ ਉਹਨੂੰ ਵਾਪਸ ਲਿਆਇਆ ਜਾ ਸਕੇ। ਸੋ ਇਹ ਰੂਟੀਨ ਹੈ ਬੀਜੇਪੀ ਲਈ, ਇਟ ਸ਼ੁੱਡ ਨਾਟ ਬੀ ਟੇਕਨ ਸੀਰੀਅਸਲੀ। ਜਿਹੜੇ ਇਲਜ਼ਾਮ ਦੀ ਤੁਸੀਂ ਗੱਲ ਕਰਦੇ ਹੋ ਕੈਪਟਨ ਸਾਹਿਬ ਦੇ,
ਕੈਪਟਨ ਸਾਹਿਬ ਸਿਰਫ ਇੱਕ ਬਦਲਾ ਲੈਣ ਦੀ ਕੋਸ਼ਿਸ਼ ਕਰ ਰਹੇ ਆ, ਕਿਉਂਕਿ 78 ਐਮਐਲਏਜ਼ ਨੇ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾਇਆ। ਉਹਨਾਂ ਕੋਲ ਰੀਜ਼ਨ ਹੈ, ਕਾਰਨ ਹੈ ਉਹਨਾਂ ਕੋਲੇ, ਜਾਂ ਤਾਂ ਹੋਵੇ ਕਾਰਨ ਹੀ ਨਾ ਹੋਵੇ। ਦੇਅਰਫੋਰ ਉਹ ਇਸ ਚੀਜ਼ ਨੂੰ ਕਰ ਰਹੇ ਆ ਤਾਂ ਕਿ ਬਦਲਾ ਲਿਆ ਜਾ ਸਕੇ। ਲੇਕਿਨ ਇਹ ਤਾਂ ਸਭ ਤੋਂ ਜ਼ਿਆਦਾ ਐਕਸਪੋਜ਼ਰ ਕੈਪਟਨ ਸਾਹਿਬ ਨੂੰ ਦਿੰਦਾ। ਕੈਪਟਨ ਸਾਹਿਬ ਸਭ ਤੋਂ ਵੱਡੇ ਗੁਨਾਹਗਾਰ ਹੋਣਗੇ ਤੇ ਬੀਜੇਪੀ ਨੂੰ ਅਲਾਈਅੰਸ ਤੋੜਨੀ ਚਾਹੀਦੀ ਹੈ। ਦੇਖੋ ਗਲਤ ਕਰਨਾ ਅੱਛਾ ਖੜਿਆਲ ਸਾਹਿਬ ਤੁਸੀਂ ਈਡੀ ਦਾ ਜ਼ਿਕਰ ਕੀਤਾ, ਦੇਖਾ ਕਰ ਦੇਣਾ। ਖੜਿਆਲ ਸਾਹਿਬ ਤੁਸੀਂ ਈਡੀ ਦਾ ਜ਼ਿਕਰ ਕੀਤਾ ਕਿ ਈਡੀ ਦਾ, ਮੇਰਾ ਸਵਾਲ ਲੈ ਲਓ ਇੱਕ, ਫਿਰ ਤੁਸੀਂ ਕੰਪਲੀਟ ਕਰ ਲੈਣਾ। ਈਡੀ ਦਾ ਤੁਸੀਂ ਜ਼ਿਕਰ ਕੀਤਾ ਕਿ ਈਡੀ, ਬੀਜੇਪੀ ਦੇ ਆਗੂ ਕਹਿੰਦੇ ਨੇ ਕਿ ਸਾਨੂੰ ਈਡੀ ਦਾ ਡਰ ਨਹੀਂ ਹੈ। ਪਿਛਲੇ ਦਿਨੀ ਇੰਡੀਆ ਨਿਊਜ਼ ਪੰਜਾਬ ਦੇ ਉੱਪਰ ਹੀ ਨਵਜੋਤ ਕੌਰ ਸਿੱਧੂ ਉਹਨਾਂ ਦਾ ਬਿਆਨ ਸੀ, ਜਿਸ ਦੀਆਂ ਚਰਚਾਵਾਂ ਲਗਾਤਾਰ ਚੱਲ ਰਹੀਆਂ ਨੇ ਕਿ 10 ਕਰੋੜ ਰੁਪਇਆ ਫੜਿਆ, ਤਾਂ ਕਈ ਕਾਂਗਰਸੀ ਆਗੂਆਂ ਨੇ ਕਿਹਾ ਕਿ ਈਡੀ ਲੈ ਕੇ ਆਈ ਹੈ 10 ਕਰੋੜ। ਉਹਨਾਂ ਦਾ ਕਹਿਣਾ, ਸਾਫ਼ ਤੌਰ ਤੇ ਕਹਿਣਾ ਸੀ ਇੰਡੀਆ ਨਿਊਜ਼ ਪੰਜਾਬ ਦੇ, ਕਿ ਇਹ ਗੱਲ ਹਜ਼ਮ ਨਹੀਂ ਹੁੰਦੀ ਕਿ ਈਡੀ 10 ਕਰੋੜ ਰੁਪਇਆ ਲੈ ਕੇ ਆਈ ਹੋਵੇ ਤੇ ਉੱਥੇ ਰੱਖਿਆ ਹੋਵੇ। ਦੇਖੋ ਇਹ ਤੁਹਾਡੇ ਪਾਰਟੀ ਦੇ ਆਗੂ ਕਹਿ ਰਹੇ ਨੇ। ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ, ਦੇਖੋ ਤੁਸੀਂ ਪੰਜਾਬ ਦੇ ਵਿੱਚ ਜਿਹੜੇ FIRs ਵੀ ਹੁੰਦੀਆਂ, ਬੜੀ ਦਫਾ ਤੁਸੀਂ ਕੋਰਟ ਦੇ ਵਿੱਚ ਵੀ ਦੇਖਿਆ ਹੋਊਗਾ ਕਿ ਪੁਲਿਸ ਪਲਾਂਟ ਕਰ ਸਕਦੀ ਹੈ, ਤੇ ਇਹ ਇਨਸੀਡੈਂਟਸ ਹੋਏ ਆ ਹਿਸਟਰੀ ਦੇ ਵਿੱਚ, ਇਹ ਚੀਜ਼ਾਂ ਆਪਾਂ ਦੇਖੀਆਂ। ਉਵੇਂ ਹੀ ਈਡੀ ਲਈ ਇੱਕ ਸੈਂਟਰਲ ਗਵਰਨਮੈਂਟ ਲਈ 10 ਕਰੋੜ ਕਿੱਡੀ ਰਕਮ ਹੈ। ਉਹਨਾਂ ਕੋਲੇ ਲੱਖਾਂ ਕਰੋੜ ਰੁਪਏ ਦਾ ਐਕਸਚੇਕਰ ਹੈ, ਖਜ਼ਾਨਾ ਹੈ, ਉਹਨਾਂ ਲਈ 10 ਕਰੋੜ ਵੱਡੀ ਗੱਲ ਨਹੀਂ ਹੈ। ਦੂਜਾ, ਇਹ ਭੁੱਲ ਗਏ ਨੇ ਕਿ ਬੀਜੇਪੀ ਆਪਣਾ ਡੀਮੋਨੇਟਾਈਜੇਸ਼ਨ ਦੇ ਵਕਤ ਹਜ਼ਾਰਾਂ ਕਰੋੜ ਰੁਪਏ ਬੀਜੇਪੀ ਦੇ ਐਮਪੀਸ ਤੋਂ ਬਰਾਮਦ ਹੁੰਦੇ ਰਹੇ, ਐਮਐਲਏਸ ਤੋਂ ਬਰਾਮਦ ਹੁੰਦੇ ਰਹੇ ਆ। ਸੋ ਦੇਅਰਫੋਰ ਇਹਨੂੰ ਨਾ ਜਸਟ ਬਿਕੋਜ਼ ਰਿਕਵਰ ਹੋਏ ਹੈ, ਉਹਦਾ ਇਹ ਮਤਲਬ ਨਹੀਂ ਕਿ ਕਨਸਪੀਰੇਸੀ ਪਿੱਛੇ ਨਹੀਂ ਹੋ ਸਕਦੀ। ਐਂਗਲ ਹੋ ਸਕਦਾ ਪਲਾਂਟ ਦਾ ਵੀ, ਪੈਸੇ ਪਲਾਂਟਡ ਨੇ। ਐਂਗਲ ਹੋ ਸਕਦਾ ਵੀ ਅਕਾਊਂਟ ਬੰਦਾ ਕਰ ਸਕਦਾ। ਪੈਸਾ ਉਹ ਗਲਤ ਹੈ ਨਾ ਜਿਹਨੂੰ ਤੁਸੀਂ ਅਕਾਊਂਟ ਨਹੀਂ ਕਰ ਸਕਦੇ। ਜੇ ਬੰਦਾ ਅਕਾਊਂਟ ਹੀ ਕਰਦੇ ਫਿਰ ਉਹ ਪੈਸਾ ਗਲਤ ਨਹੀਂ ਹੈ। ਨਹੀਂ, ਨਵਜੋਤ ਕੌਰ ਸਿੱਧੂ ਦਾ ਬਿਆਨ ਗਲਤ ਹੈ ਫਿਰ ਖੜਿਆਲ ਸਾਹਿਬ? ਹੋ ਸਕਦਾ ਹੈ, ਮੇਰੀ ਗੱਲ ਤਾਂ ਸੁਣੋ, ਹੋ ਸਕਦਾ ਕੋਈ ਹੋਰ ਸਾਜ਼ਿਸ਼ ਇਹਦੇ ਪਿੱਛੇ ਹੋਵੇ, ਤਾਂ ਕੋਰਟ ਨੂੰ ਡਿਸਾਈਡ ਕਰਨ ਦਿਓ। ਯੂ ਐਂਡ ਆਈ, ਵੀ ਆਰ ਨਾਟ ਦ ਰਾਈਟ ਅਥਾਰਟੀ ਟੂ ਡਿਸਾਈਡ ਕੀ ਗਲਤ ਹੈ ਕੀ ਸਹੀ ਹੈ। ਉਹ ਜਦੋਂ ਪ੍ਰੂਵ ਹੋ ਗਿਆ ਉਹ ਤੋਂ ਬਾਅਦ ਆਪਣਾ ਸਪਸ਼ਟ ਹੋ ਜਾਊਗਾ। ਠੀਕ ਹੈ ਖੜਿਆਲ ਸਾਹਿਬ, ਉਹ ਕੋਰਟ ਨੇ ਡਿਸਾਈਡ ਕਰਨਾ। ਮੈਂ ਤਾਂ ਸਿੰਪਲ ਗੱਲ ਕਰ ਰਿਹਾ। ਉਹ ਠੀਕ ਹੈ, ਕੋਰਟ ਨੇ ਡਿਸਾਈਡ ਕਰਨਾ। ਮੈਂ ਸਿੰਪਲ ਗੱਲ ਕਰ ਰਿਹਾ ਕਿ ਕੀ ਫਿਰ ਨਵਜੋਤ ਕੌਰ ਸਿੱਧੂ ਦਾ ਬਿਆਨ ਗਲਤ ਹੈ? ਐਗਜ਼ੈਕਟਲੀ ਕੀ ਬਿਆਨ ਹੈ ਉਹਨਾਂ ਦਾ? ਇਹ ਕਹਿਣਾ ਸੀ ਕਿ 10 ਕਰੋੜ ਅਗਰ ਈਡੀ ਉੱਥੇ ਲਿਆ ਕੇ ਰੱਖਦੀ ਹੈ, ਜਿਵੇਂ ਕਿ ਕਾਂਗਰਸ ਦੇ ਕੁਝ ਆਗੂਆਂ ਨੇ ਪ੍ਰੈਸ ਕਾਨਫਰੰਸ ਕਰਕੇ ਕਹੀ ਸੀ ਗੱਲ ਇਹ, ਕਿ ਈਡੀ ਨੇ ਪਲਾਂਟ ਕੀਤਾ ਹੋ ਸਕਦਾ ਹੈ। ਤਾਂ ਉਹਨਾਂ ਦਾ ਕਹਿਣਾ ਸੀ ਕਿ ਗੱਲ ਹਜ਼ਮ ਨਹੀਂ ਹੁੰਦੀ ਕਿ ਈਡੀ 10 ਕਰੋੜ ਰੁਪਇਆ ਲੈ ਕੇ ਆਈ ਹੋਵੇ। ਦੇਖੋ ਅਸੀਂ ਲੋਕਤਾਂਤਰਿਕ ਪਾਰਟੀ, ਇੱਕ ਡੈਮੋਕ੍ਰੈਟਿਕ ਪਾਰਟੀ। ਇਹਦਾ ਹਾਸਾ ਆਉਂਦਾ ਮੈਨੂੰ ਇਹ ਗੱਲ ਤੇ। ਉਹ ਪਹਿਲਾਂ ਖੜਿਆਲ ਸਾਹਿਬ ਤੁਸੀਂ ਇਹ ਦੱਸੋ, ਉਹ ਤੁਸੀਂ ਨਵਜੋਤ ਸਿੱਧੂ ਦੇ, ਤੁਸੀਂ ਦੱਸੋ ਤੁਸੀਂ ਨਵਜੋਤ ਸਿੱਧੂ ਦੇ ਬੁਲਾ ਰਹੇ ਹੋ ਕਿ ਪਾਰਟੀ ਦੇ ਬੁਲਾ ਰਹੇ ਹੋ ਕਿ ਨਵਜੋਤ ਸਿੱਧੂ ਦੇ? ਤੁਹਾਡਾ ਪ੍ਰਧਾਨ ਹੀ ਤੁਹਾਡੇ ਨਾਲ ਨਹੀਂ, ਕੀ ਕਰੂਗਾ? ਧਾਲੀਵਾਲ ਸਾਹਿਬ ਕਰ ਲੈਣ, ਮੈਂ ਤੁਹਾਡੇ ਕੋਲ ਆਉਂਗਾ। ਮੈਂ ਧਾਲੀਵਾਲ ਸਾਹਿਬ ਕਰ ਲੈਣ ਦੋ। ਅਰਸ਼ਦੀਪ ਜੀ ਤੁਸੀਂ ਇਹਦਾ ਮਤਲਬ ਇਹ ਵੀ ਜੇ ਮਾਣਯੋਗ ਸੁਪਰੀਮ ਕੋਰਟ ਦਾ ਵਕੀਲ ਹੋਵੇ ਜੋ ਗਲਤ ਗੱਲ ਡਿਫੈਂਡ ਕਰੇ। ਗੱਲ ਨੂੰ ਨਾ ਸੁਣੋ ਨਾ। ਚਲੋ ਧਾਲੀਵਾਲ ਸਾਹਿਬ ਕੰਪਲੀਟ ਕਰ ਲੈਣ ਤੋਂ ਫਿਰ ਮੈਂ ਤੁਹਾਡੇ ਕੋਲ ਆਉਂਗਾ। ਖੜਿਆਲ ਸਾਹਿਬ ਕਰੋ, ਕੰਪਲੀਟ ਕਰੋ। ਤੁਹਾਡੀ ਆਵਾਜ਼ ਮਿਊਟ ਆ ਰਹੀ ਹੈ। ਮੇਰੀ ਆਵਾਜ਼ ਆ ਰਹੀ ਹੈ ਜੀ? ਹਾਂ ਜੀ ਜੀ ਆ ਰਹੀ ਹੈ। ਖੜਿਆਲ ਸਾਹਿਬ ਬਸ ਕਰੋ। ਮੈਂ ਕਹਿਣਾ ਚਾਹਣਾ ਹੈ, ਮਾਫੀ ਮੰਗ ਲਓ। ਇੱਕ ਲੋਕਤਾਂਤਰਿਕ ਪਾਰਟੀ ਹੈ, ਡਿਫਰੈਂਸ ਇਨ ਓਪੀਨੀਅਨ ਹੋ ਸਕਦਾ ਹੈ, ਲੇਕਿਨ ਲਾਅ ਨਹੀਂ ਬਦਲਦਾ। ਤੇ ਲਾਅ ਕਹਿੰਦਾ ਕਿ ਜਿੰਨਾ ਚਿਰ ਪ੍ਰੂਵ ਨਹੀਂ ਹੁੰਦਾ ਦੋਸ਼ੀ ਕਰਾਰ ਨਹੀਂ ਕਰ ਸਕਦੇ। ਤੇ ਜੇ ਇਹੀ ਲੌਜਿਕ ਨਾਲ ਚੱਲਣਾ ਹੈ ਤਾਂ ਪਹਿਲਾਂ ਆਪਣੀ ਪੀੜੀ ਥੱਲੇ ਸੋਟਾ ਮਾਰ ਲੈਣ। ਇਹਨਾਂ ਨੂੰ ਲੱਗ ਜੂਗਾ ਪਤਾ ਵੀ ਕਿੰਨੇ ਪਾਣੀ 'ਚ ਨੇ। ਮੈਂ ਤੁਹਾਨੂੰ 30% ਐਮਪੀਜ਼ ਐਮਐਲਏ ਦੱਸ ਰਹੇ ਨੇ। ਤਾਂ ਜਿਹੜਾ ਸੇਨਗਰ ਸੀਗਾ, ਰੇਪ ਕੇਸ ਦੇ ਵਿੱਚ ਫੜਿਆ ਗਿਆ ਸੀਗਾ, ਮਾਈਨਰ ਦੇ, ਉਹਨੂੰ ਡਿਫੈਂਡ ਕਰਦੀ ਰਹੀ ਹੈ ਬੀਜੇਪੀ। ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਚੀਫ ਨੇ ਉਹ ਬੇਲ ਤੇ ਨੇ, ਆਪਣੇ PLC ਦੇ ED ਤੇ IT ਦੀ ਇਨਕੁਆਇਰੀ ਫੇਸ ਕਰ ਰਹੇ ਕੈਪਟਨ ਸਾਹਿਬ। ਕੈਪਟਨ ਸਾਹਿਬ ਤੁਸੀਂ ਦੇਖੋ ਕਿੰਨਾ ਰੌਲਾ ਪੈਂਦਾ ਹੁੰਦਾ ਸੀ, ਸਮਝ ਆਉਂਦੇ ਹੁੰਦੇ ਸੀ। ਜਦੋਂ ਦੇ ਬੀਜੇਪੀ 'ਚ ਗਏ ਸਭ ਸ਼ਾਂਤ ਹੋ ਗਿਆ। ਇਹ ਕਹਿ ਰਿਹਾ ਕਿ ਕੈਪਟਨ ਸਾਹਿਬ ਸਪਸ਼ਟ ਕਰਨਗੇ। ਸਭ ਤੋਂ ਵੱਡੀ ਸਪਸ਼ਟਤਾ ਇਹ ਦੇਣੀ ਚਾਹੀਦੀ ਹੈ ਵੀ ਤੁਸੀਂ ਜੇ ਗਲਤ ਹੋ ਰਿਹਾ ਸੀਗਾ ਤੇ ਗਲਤ ਨੂੰ ਦੇਖ ਕੇ ਉਹਨੂੰ ਨਜ਼ਰਅੰਦਾਜ਼ ਕੀਤਾ, ਯੂ ਆਰ ਦ ਮੋਸਟ। ਚਲੋ ਇਹਦਾ ਆਪਾਂ ਲੈਣੇ ਆ, ਪ੍ਰਤੀਕਰਮ ਲੈਣੇ ਆ। ਸਿੱਧੂ ਸਾਹਿਬ, ਗੁਰਜਿੰਦਰ ਸਿੰਘ ਸਿੱਧੂ ਸਾਹਿਬ, ਠੀਕ ਹੈ ਖੜਿਆਲ ਸਾਹਿਬ ਤੁਹਾਡਾ ਪੁਆਇੰਟ ਆ ਗਿਆ। ਸਿੱਧੂ ਸਾਹਿਬ ਮੈਂ ਜਾਣਨਾ ਚਾਹੁੰਦਾ, ਜਿਹੜੇ ਖੜਿਆਲ ਸਾਹਿਬ ਗੱਲ ਕਰ ਰਹੇ ਨੇ, ਜਿਵੇਂ ਕਿ ਕਿਹਾ ਜਾਂਦਾ ਹੈ ਕਿ ਬੀਜੇਪੀ ਨੇ ਵਾਸ਼ਿੰਗ ਮਸ਼ੀਨ ਲਗਾਈ ਹੋਈ ਹੈ, ਜਿਵੇਂ ਕਿ ਵਿਰੋਧੀ ਪਾਰਟੀ ਹੈ ਕਾਂਗਰਸ ਵੀ ਇਹ ਗੱਲ ਕਹਿੰਦੀ ਹੈ ਕਿ ਉਧਰੋਂ ਜਦੋਂ ਆਗੂ ਆਉਂਦੇ ਨੇ ਦੂਜੀ ਪਾਰਟੀਆਂ ਤੋਂ ਦੁੱਧ ਧੋਤੇ ਹੋ ਜਾਂਦੇ ਨੇ। ਇਸ ਬਿਆਨ ਨੂੰ ਕਿਵੇਂ ਦੇਖਦੇ ਹੋ? ਦੇਖੋ ਜੀ, ਕਾਂਗਰਸ ਦੀ ਜਿਹੜੀ ਲਿਸਟ ਹੈਗੀ 86 ਬੰਦਿਆਂ ਦੀ, ਉਹਦੇ ਵਿੱਚ ਤੁਸੀਂ ਨਜ਼ਰ ਮਾਰ ਲਓ, ਇਹਨਾਂ ਨੇ 4 ਵੱਡੇ ਚੋਰ ਮੰਤਰੀਆਂ ਨੂੰ ਵੀ ਟਿਕਟਾਂ ਦੇ ਦਿੱਤੀਆਂ। ਤੁਸੀਂ ਕਾਂਗਰਸ ਦੀ ਗੱਲ ਕਰ ਰਹੇ ਹੋ? ਕਾਂਗਰਸ ਦੀ। ਜਿਹੜਾ ਇਹ ਦੂਜਿਆਂ ਨੂੰ ਕਹਿ ਰਹੇ ਨੇ ਵੀ 30% ਜਾਂ ਸਾਡੇ ਪਾਰਟੀ ਪ੍ਰਧਾਨ ਨੂੰ ਕਹਿ ਰਹੇ ਨੇ ਕਿ ਉਹ ਕ੍ਰਿਮੀਨਲ ਆ, ਉਹ ਬੇਲ ਤੇ ਆਊਟ ਨੇ,
ਜਾਂ ਮਜੀਠੀਆ ਸਾਹਿਬ ਤੇ ਉਂਗਲ ਕਰ ਰਹੇ ਨੇ। ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਜਿਹੜੀ ਇਹਨਾਂ ਦੀ ਪਾਰਟੀ ਆ, ਇਹਨਾਂ ਨੇ 4 ਮੰਤਰੀ ਜਿਹੜੇ ਚੋਰੀ ਦੇ ਚਾਰਜਾਂ ਦੇ ਹੇਠ, ਮਤਲਬ ਜਿਨ੍ਹਾਂ ਦਾ ਬਹੁਤ ਜ਼ਿਆਦਾ ਬਦਨਾਮੀ ਹੋ ਚੁੱਕੀ ਸੀ, ਜਿਵੇਂ ਧਰਮਸੋਤ ਹੋਣੀ ਨੇ, ਬਲਵੀਰ ਹੋਣੀ ਨੇ, ਕਾਂਗੜ ਹੋਣੀ ਨੇ, ਇਹਨਾਂ ਦੀ ਇੰਨੀ ਕੁ ਬਦਨਾਮੀ ਹੋ ਚੁੱਕੀ ਸੀ, ਇਹਨਾਂ ਨੂੰ ਇਹਨਾਂ ਨੇ ਟਿਕਟਾਂ ਨਾਲ ਨਵਾਜਤਾ ਜਸਟ ਬਿਕੋਜ਼ ਸਿੱਧੂ ਸਾਹਿਬ ਇਹ ਪੁਆਇੰਟ ਠੀਕ ਹੈ। ਮੈਂ ਜਾਣਨਾ ਇਹ ਚਾਹੁੰਦਾ, ਜਿਵੇਂ ਖੜਿਆਲ ਸਾਹਿਬ ਇਹ ਗੱਲ ਕਰ ਰਹੇ ਨੇ ਕਿ ਈਡੀ ਦਾ ਡਰ ਪਹਿਲਾਂ ਕੈਪਟਨ ਉਹਨਾਂ ਨੂੰ ਸਤਾਉਂਦਾ ਸੀ, ਪਰ ਹੁਣ ਜਦੋਂ ਬੀਜੇਪੀ ਚ ਆਏ ਨੇ ਤਾਂ ਡਰ ਚੱਕਿਆ ਗਿਆ, ਇਸ ਚੀਜ਼ ਦਾ ਜ਼ਿਕਰ ਕਰ ਰਹੇ ਨੇ। ਦੇਖੋ ਜੀ, ਈਡੀ ਨੂੰ ਕੋਈ ਮੈਂ ਤਾਂ ਕੰਟਰੋਲ ਕਰਦਾ ਨਹੀਂ, ਪਰ ਜਿਹੜੀ ਇਹ ਆਮ ਚਰਚਾ, ਮੈਂ ਖੜਿਆਲ ਸਾਹਿਬ ਨਾਲ ਸਹਿਮਤ ਹਾਂ ਕਿ ਕਿਤੇ ਨਾ ਕਿਤੇ ਆਮ ਟਵਿਸਟ ਲਈ ਯੂਜ਼, ਮਤਲਬ ਮਿਸਯੂਜ਼ ਜ਼ਰੂਰ ਹੁੰਦੀ ਆ, ਪਰ ਮੈਨੂੰ ਨਹੀਂ ਲੱਗਦਾ ਕਿ ਈਡੀ ਕੋਈ ਇੰਨੀ ਕੁ ਮਿਸਯੂਜ਼ ਹੋ ਜਾਏ ਕਿ, ਕਿਉਂਕਿ ਇਹ ਡੈਮੋਕ੍ਰੇਟਿਕ ਕੰਟਰੀ ਹੈ, ਇੱਥੇ ਹਰ ਇੱਕ ਚੀਜ਼ ਦਾ ਰਿਕਾਰਡ ਹੁੰਦਾ ਹੈ। ਇਹ ਨਹੀਂ ਕਿ ਜਿਹੜੇ ਸੈਂਟਰ ਗਵਰਨਮੈਂਟ ਕੋਲੇ ਪੈਸੇ ਪਏ ਨੇ ਲੋਕਾਂ ਦੇ ਟੈਕਸਾਂ ਦੇ, ਜਾਂ ਸੈਂਟਰ ਗਵਰਨਮੈਂਟ ਕੋਲ ਜਿਹੜੀ ਆਮਦਨੀ ਹੈ ਉਹ ਸੈਂਟਰ ਗਵਰਨਮੈਂਟ ਲੋਕਾਂ ਦੇ ਘਰਾਂ ਦੇ ਵਿੱਚ ਪੈਸੇ ਰਖਾਉਂਦੀ ਹੈ ਈਡੀ ਰਾਹੀਂ। ਮੈਨੂੰ ਨਹੀਂ ਇਹ ਲੱਗਦਾ, ਬਟ ਕਿਤੇ ਨਾ ਕਿਤੇ ਹੋ ਸਕਦਾ ਹੈ ਕਿ ਜਿਹੜੀ ਕੇਂਦਰ ਸਰਕਾਰ ਹੈ ਉਹ ਈਡੀ ਨੂੰ ਮਿਸਯੂਜ਼ ਕਰਦੀ ਹੋਵੇ, ਕਿਉਂਕਿ ਆਮ ਤੌਰ ਤੇ ਜਿਵੇਂ ਪਿਛਲੀ ਇਹਨਾਂ ਦੀ ਸਰਕਾਰ ਨੇ 3-4 ਡੀਜੀਪੀ ਬਦਲਤੇ ਜਸਟ ਫਾਰ ਮਜੀਠੀਆ ਦੇ ਉੱਤੇ ਪਰਚਾ ਕਰਨ ਲਈ। 3 ਡੀਜੀ ਇਹਨਾਂ ਨੇ ਬਦਲੇ, ਤੇ ਜਿਹੜੇ ਨੇ ਪਰਚਾ ਦਰਜ ਕੀਤਾ ਉਹਨੂੰ ਇਹਨਾਂ ਨੇ ਡੀਜੀਪੀ ਬਣਾਤਾ ਪੰਜਾਬ ਦਾ। ਤੇ ਇਸ ਲਈ ਮੈਂ ਇਹ ਸਾਰੀਆਂ ਸਰਕਾਰਾਂ, ਮਤਲਬ ਮੈਂ ਤਾਂ ਕਹਿੰਦਾ ਵੀ ਮਤਲਬ ਕੋਈ ਵੀ ਦੁੱਧ ਧੋਤਾ ਨਹੀਂ ਹੈ। ਇਹ ਮਤਲਬ ਕਾਂਗਰਸ ਪਾਰਟੀ ਜੇ ਕਹੇ ਵੀ ਕੈਪਟਨ ਗਲਤ ਹੈ ਅੱਜ, ਤੇ ਪਹਿਲਾਂ ਕੈਪਟਨ ਠੀਕ ਸੀ ਤੇ ਅੱਜ ਉਹ ਕਿਵੇਂ ਗਲਤ ਹੋ ਗਿਆ। ਤੇ ਜਿੱਥੇ ਤੱਕ ਈਡੀ ਦਾ ਸਵਾਲ ਹੈ, ਕਿਉਂਕਿ ਆਈ ਐਮ ਨਾਟ ਕੰਟਰੋਲਿੰਗ ਈਡੀ, ਸੋ ਆਈ ਕਾਂਟ ਸੇ ਐਨੀਥਿੰਗ ਪੋਜ਼ਿਟਿਵਲੀ ਕਿ ਈਡੀ ਕੋਈ ਮਤਲਬ ਇਹੋ ਜਿਹੇ ਆਮ ਟਵਿਸਟ ਦਾ ਕੰਮ ਕਰਦੀ ਹੈ। ਪਰ ਹਾਂ, ਅਸੀਂ ਪ੍ਰਜ਼ਿਊਮ ਕਰ ਸਕਦੇ ਹਾਂ ਅਸੀਂ ਕਿ ਹਾਂ ਵੀ ਜਿਹੜੀ ਈਡੀ ਹੈ ਉਹਨੂੰ ਮਿਸਯੂਜ਼ ਕੀਤਾ ਜਾ ਸਕਦਾ ਹੈ ਕਿਤੇ ਨਾ ਕਿਤੇ। ਇਹਨਾਂ ਨੂੰ ਆ ਤਾਂ ਪੁੱਛੋ ਧਾਲੀਵਾਲ ਸਾਹਿਬ ਨੂੰ ਵੀ ਆ ਤੁਹਾਡੇ ਐਮਪੀ ਕਹਿ ਰਹੇ ਸੰਜੇ ਪਾਟਿਲ, ਇਹਨੂੰ ਕਿਵੇਂ ਜਸਟੀਫਾਈ ਕਰਦੇ ਹੋ ਧਾਲੀਵਾਲ ਸਾਹਿਬ? ਸਿੱਧੂ ਸਾਹਿਬ ਮੇਰਾ ਸਵਾਲ ਇੱਕ ਹੋਰ ਹੈ। ਤੁਸੀਂ ਕਹਿ ਰਹੇ ਹੋ ਕਿ ਠੀਕ ਹੈ ਹੋ ਸਕਦਾ ਯੂਜ਼ ਜਾਂ ਨਹੀਂ ਹੋ ਸਕਦਾ। ਜਿਸ ਵੇਲੇ ਮਨਜਿੰਦਰ ਸਿੰਘ ਸਿਰਸਾ ਜਾਂਦੇ ਨੇ ਉਸ ਵੇਲੇ ਵੀ ਅਕਾਲੀ ਦਲ ਤਾਂ ਇਹੀ ਗੱਲ ਕਹਿੰਦਾ ਕਿ ਕੇਸਾਂ ਦਾ ਡਰ ਦਿਖਾਇਆ ਜਾਂਦਾ। ਨਹੀਂ, ਮਨਜਿੰਦਰ ਸਿੰਘ ਸਿਰਸਾ ਦੇ ਉੱਤੇ FIR ਸੀਗੀ, ਇਹਦੇ ਚ ਕੋਈ ਸ਼ੱਕ ਦੀ, ਇਹਦੇ ਚ ਕੋਈ ਦੋ ਰਾਇ ਨਹੀਂ ਹੈਗੀਆਂ, ਪਰ ਇਹ ਕੋਈ ਸਾਬਤ ਨਹੀਂ ਹੋਇਆ ਕਿ ਚਾਹੇ ਸਾਡੀ ਪਾਰਟੀ ਕਹਿੰਦੀ ਹੈ, ਪਰ ਕੋਈ ਐਸਾ ਸਾਬਤ ਨਹੀਂ ਹੋਇਆ ਕਿ ਉਹਨਾਂ ਨੇ ਉਹਦੀ ਆਰਮ ਟਵਿਸਟ ਕੀਤੀ ਤੇ ਉਹਨੂੰ ਬੀਜੇਪੀ ਚ ਲੈ ਲਿਆ। ਹਾਲਾਂਕਿ ਉਹ ਜਿਹੜਾ ਮਨਜਿੰਦਰ ਸਿਰਸਾ ਦੀ ਜਿਹੜੀ ਸਟੇਟਮੈਂਟ ਹੈ, ਉਹਨਾਂ ਨੇ ਕਦੇ ਵੀ ਪਾਰਟੀ ਪ੍ਰਤੀ ਕੋਈ ਮਾੜੇ ਸ਼ਬਦ ਨਹੀਂ ਕਹੇ, ਪਾਰਟੀ ਪ੍ਰਧਾਨ ਪ੍ਰਤੀ ਕੋਈ ਮਾੜੇ ਸ਼ਬਦ ਨਹੀਂ ਕਹੇ। ਉਹਨਾਂ ਨੇ ਕਿਹਾ ਕਿ ਸੁਖਬੀਰ ਬਾਦਲ ਬਹੁਤ ਹਾਰਡ ਵਰਕ ਕਰਦੇ ਨੇ, ਪਰ ਉਹਨਾਂ ਦੀ ਆਪ ਦੀ ਆਈਡੀਓਲੋਜੀ ਸੀ, ਉਹਨਾਂ ਨੇ ਆਪ ਦੇ ਜਿਹੜੇ ਠੀਕ ਹੈ ਸਿੱਧੂ ਸਾਹਿਬ ਤੁਹਾਡਾ ਪੁਆਇੰਟ ਆ ਗਿਆ। ਇਹ ਗੱਲ ਡਰਾਈਵ ਕੀਤੀ MK ਸ਼ਰਮਾ ਜੀ ਨਹੀਂ ਕਿ ਜਿਹੜੀ ਸਿੱਖ ਕਮਿਊਨਿਟੀ ਹੈ ਉਹ ਆਲ ਓਵਰ ਦਾ ਵਰਲਡ ਰਹਿੰਦੀ ਆ, ਤੋਂ ਆਲ ਓਵਰ ਦਾ ਵਰਲਡ ਤੇ ਉਹਨਾਂ ਨੇ ਕਿਹਾ ਕਿ ਮੇਰਾ ਜਿਹੜਾ ਟਵਿਸਟ ਦਾ ਜਿਹੜਾ ਮੇਨ ਰੀਜਨ ਆ ਉਹ ਹੈਗਾ ਅਫਗਾਨਿਸਤਾਨ ਦੇ ਸਿੱਖਾਂ ਦਾ, ਜਿਹੜਾ ਉਹਨਾਂ ਨੇ ਬਿਲਕੁਲ ਉੱਥੇ ਜ਼ੀਰੋ ਪਾਪੂਲੇਸ਼ਨ ਕਰ ਨਹੀਂ। ਪਰ ਉਹ ਸਿੱਧੂ ਸਾਹਿਬ ਉਹਦੇ ਉੱਪਰ ਵੀ ਸਵਾਲ ਖੜਾ ਹੋ ਜਾਂਦਾ ਨਾ, ਜਿਸ ਚੀਜ਼ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਅਫਗਾਨਿਸਤਾਨ ਦੇ ਸਿੱਖਾਂ ਦਾ ਜ਼ਿਕਰ ਕਰ ਰਹੇ ਹੋ ਕਿ ਬੀਜੇਪੀ ਉਹਨਾਂ ਨੂੰ ਮਦਦ ਕਰ ਸਕਦੀ ਹੈ, ਇਸੇ ਚੀਜ਼ ਦਾ ਜ਼ਿਕਰ ਕਰ ਰਹੇ ਹੋ ਮੇਰੇ ਖਿਆਲ। ਕਰ ਸਕਦੀ ਨਹੀਂ ਜੀ, ਕਰ ਸਕਦੀ ਸ਼ਬਦ ਗਲਤ ਹੈ। ਧਾਲੀਵਾਲ ਸਾਹਿਬ ਇੱਕ ਮਿੰਟ ਉਹਦਾ ਸਵਾਲ ਇਹ ਵੀ ਖੜਾ ਹੁੰਦਾ ਸਿੱਧੂ ਸਾਹਿਬ ਇੱਕ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਫਿਰ ਅਗਰ ਕਿਸੇ ਮਾਈਨੋਰਿਟੀ ਨੇ ਆਪਣੇ ਮਸਲੇ ਹੱਲ ਕਰਾਉਣੇ ਹੋਣਗੇ ਤਾਂ ਪਹਿਲਾਂ ਫਿਰ ਉਹਨੂੰ ਬੀਜੇਪੀ 'ਚ ਸ਼ਾਮਿਲ ਹੋਣਾ ਪਏਗਾ। ਇਹ ਵੀ ਆਪਣੇ ਆਪ 'ਚ ਵੱਡਾ ਸਵਾਲ ਹੈ ਇੱਕ। ਨਹੀਂ ਇਹ ਗੱਲ ਨਹੀਂ ਜੀ, ਉਹ ਦੇਖੋ ਉਹਦੀ ਬੰਦੇ ਦੀ ਆਪ ਦੀ ਪਰਸਨਲ ਹੈ, ਮੈਨੂੰ ਨਹੀਂ ਲੱਗਦਾ ਕਿ ਕੋਈ ਇਸ ਤਰ੍ਹਾਂ ਦੀ ਕੋਈ ਆਮ ਟਵਿਸਟ ਵਾਲੀ ਗੱਲ ਹੈ ਉਹਦੇ ਵਿੱਚ। ਉਹਦੀ ਪਰਸਨਲ ਸੋਚ ਹੈ, ਉਹਨੇ ਕਿਉਂਕਿ ਅਫਗਾਨਿਸਤਾਨ ਤੇ ਕੰਮ ਕੀਤਾ, ਕਿਉਂਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਮੇਸ਼ਾ ਜੰਮੂ ਕਸ਼ਮੀਰ ਦੇ ਵਿੱਚ ਵੀ, ਯੂਪੀ ਦੇ ਵਿੱਚ ਵੀ ਜਿੱਥੇ ਸਿੱਖਾਂ ਨਾਲ ਧੱਕਾ ਹੁੰਦਾ ਸੀ ਉਹਨਾਂ ਦੀ ਡਿਊਟੀ ਲਾਉਂਦੇ ਸੀ। ਚਲੋ ਠੀਕ ਹੈ ਸਿੱਧੂ ਸਾਹਿਬ, ਮੇਰੇ ਕੋਲ ਸਮਾਂ ਘੱਟ ਹੈ, ਮੈਨੂੰ ਮਾਫ ਕਰਨਾ ਸਮਾਂ ਘੱਟ ਹੈ। MK ਸ਼ਰਮਾ ਜੀ, ਕੈਪਟਨ ਅਮਰਿੰਦਰ ਸਿੰਘ ਅੱਜ ਬੇਸ਼ੱਕ ਇਹ ਕਹਿ ਰਹੇ ਨੇ ਕਿ ਕਾਂਗਰਸੀ ਆਗੂ ਮਾਈਨਿੰਗ ਦੇ ਵਿੱਚ ਸ਼ਾਮਲ ਸੀ, ਪਰ ਨਾਲ ਦੀ ਨਾਲ ਇਹ ਵੀ ਕਹਿ ਰਹੇ ਨੇ ਕਿ ਮੈਂ ਨਾਮ ਜਨਤਕ ਨਹੀਂ ਕਰਾਂਗਾ। ਇਹ ਕੀ ਡਰ ਹੈ ਕੈਪਟਨ ਸਾਹਿਬ ਦਾ? ਦੇਖੋ, ਪਹਿਲਾਂ ਮੈਂ ਥੋੜੀ ਜਿਹੀ ਗੱਲ ਸਪਸ਼ਟ ਕਰਨਾ ਚਾਹੁੰਦਾ ਕਿ ਇੱਕ ਸਾਡੀ ਪੰਜਾਬੀ ਦੀ ਕਹਾਵਤ ਹੈ ਕਿ ਮਾਪੇ ਕਮਾਪੇ ਨਹੀਂ ਹੁੰਦੇ, ਪੁੱਤ ਕਪੁੱਤ ਹੁੰਦੇ। ਅੱਜ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਇਹ ਜਿਹੜੀ ਇੰਬੈਰਸਮੈਂਟ ਵਾਲੀ ਸਿਚੁਏਸ਼ਨ ਜਿਹੜੀ ਫੇਸ ਕਰਨੀ ਪੈ ਰਹੀ ਹੈ ਨਾ, ਉਹ ਇਹ ਕਲੌਜ਼ ਜਿਹੜੀ ਨਾ, ਇਹ ਜਿਹੜੀ ਫਰੇਸ ਹੈ, ਇਹ ਆਪਣਾ ਬੜੀ ਢੁਕਵੀਂ ਉਹਨਾਂ ਲਈ। ਉਹਨਾਂ ਨੇ ਬੇਸਿਕਲੀ ਕੀ ਹੈ ਕਿ ਜਿਸ ਤਰ੍ਹਾਂ ਕੋਈ ਠੀਕ ਹੋ ਜਾਏਗਾ ਔਰ ਪ੍ਰੈਸ਼ਰ ਜਿਹੜਾ ਉੱਪਰ ਦਾ ਹਾਈ ਕਮਾਂਡ ਦਾ, ਔਰ ਜਿਹੜਾ ਉਸ ਤੋਂ ਬਾਅਦ ਅੱਜ ਕਪੁੱਤ ਹੋ ਗਏ ਨੇ ਸਾਰੇ ਪੁੱਤ, ਲੇਕਿਨ ਇਹ ਕਮਾਪੇ ਨਹੀਂ ਹੋਏ। ਬਸ ਗਲਤੀ ਇਹਨਾਂ ਦੀ ਇਹੋ ਹੀ ਸੀ, ਜਿਹੜਾ ਮੈਂ ਪਿਛਲੀ ਵਾਰੀ ਵੀ ਤੁਹਾਨੂੰ ਕਿਹਾ ਨਾ, ਲਾਸਟ ਟਾਈਮ ਵੀ,
ਕਿ ਉਹਨਾਂ ਨੇ ਇਹ ਤਾਂ ਫਿਰ ਸ਼ਰਮਾ ਸਾਹਿਬ ਤੁਸੀਂ ਇਹ ਵੀ ਕਹਿ ਰਹੇ ਹੋ ਕਿ ਕਾਂਗਰਸ ਨਾਲ ਹਲੇ ਵੀ ਕਿਤੇ ਨਾ ਕਿਤੇ ਪਿਆਰ ਹੈ ਕੈਪਟਨ ਸਾਹਿਬ ਦਾ? ਨਹੀਂ, ਅੱਜ ਦੀ ਗੱਲ ਨਹੀਂ ਕਰ ਰਿਹਾ ਮੈਂ। ਇਹ ਜਿਹੜੇ 42 ਬੰਦੇ ਨੇ, ਦੇਖੋ ਇਹ ਜੇ ਅੱਜ ਉਹਨਾਂ ਦੇ ਨਾਂ ਜਨਤਕ ਤੌਰ ਤੇ ਹੋ ਜਾਣਗੇ ਤੇ ਉਹ ਹੋ ਸਕਦਾ ਆਪਣੇ ਆਪ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਬਚਾ ਵੀ ਲੈਣ, ਆਪਣੇ ਐਵੀਡੈਂਸਿਸ ਜਿਹੜੇ ਨੇ ਉਹ ਰਿਮੂਵ ਕਰ ਦੇਣ। ਜਿੱਥੋਂ ਤੱਕ ਮਿਸਟਰ ਅਰਸ਼ਦੀਪ ਜਿਹੜੇ ਨੇ, ਦੇਖੋ ਅੱਜ ਇਹ ਸਾਰੀ ਚੀਜ਼ ਨੂੰ ਮੈਂ ਜਦੋਂ ਐਨਾਲਾਈਜ਼ ਕਰ ਰਿਹਾ, ਉਹ ਇਸ ਤਰ੍ਹਾਂ ਟਰੀਟ ਕਰ ਰਹੇ ਨੇ ਕਿ ਜਿਸ ਤਰ੍ਹਾਂ ਚੰਨੀ ਸਾਹਿਬ ਨੇ ਆਪਣੇ ਪੁਲਿਸ ਦੇ ਬਿਆਨਾਂ ਦੇ ਵਿੱਚ ਸਭ ਕੁਝ ਐਕਸੈਪਟ ਕਰ ਲਿਆ ਕਿ ਯੈਸ ਮੈਂ ਸਭ ਕੁਝ ਕੀਤਾ, ਤੇ ਉਹਨਾਂ ਦੀ ਬੇਲ ਲਈ ਜਦੋਂ ਬੰਦਾ ਸੈਸ਼ਨ ਜੱਜ ਦੇ ਅੱਗੇ ਬੋਲਦਾ ਨਾ, ਸੋ ਉਸੇ ਤਰੀਕੇ ਨਾਲ ਅਰਸ਼ਦੀਪ ਹੋਰੀ ਬੋਲਣ ਦੇ ਨੇ। ਸੋ ਇਨਫੈਕਟ ਜਿੱਥੋਂ ਤੱਕ ਸਰਦਾਰ ਚਰਨਜੀਤ ਸਿੰਘ ਚੰਨੀ ਹੋਰਾਂ ਦਾ ਸਵਾਲ ਹੈ, ਉਹਨਾਂ ਨੇ ਕਿਤੇ ਨਹੀਂ ਡਿਨਾਈ ਕੀਤਾ ਕਿ ਇਹ ਪਲੋਟਿੰਗ ਹੋਈ ਹੈ ਜਾਂ ਗਲਤ। ਉਹਨਾਂ ਨੇ ਕਿਹਾ ਠੀਕ ਹੈ ਜੇ ਈਡੀ ਦਾ ਹੋਇਆ, ਲੇਕਿਨ ਇਹ ਜਿਹੜੀ ਚੀਜ਼ ਹੈ ਇਹਦੇ ਹਰਾਸਮੈਂਟ ਨਹੀਂ ਹੋਣੀ ਚਾਹੀਦੀ। ਹਰਾਸਮੈਂਟ ਕਿਉਂ ਨਹੀਂ ਹੋਣੀ ਚਾਹੀਦੀ? ਜੇ ਕਿਸੇ ਨੇ ਕੀਤਾ ਤੇ ਉਹਨੇ ਭਰਨਾ ਵੀ ਹੈ। ਸੋ ਇਹ ਸਿੰਪਲ ਲੌਜੀਕ ਹੈ। ਅਸੀਂ ਅੱਜ ਕੀ ਹੈ ਕਿ ਸਿੰਪਲ ਇੱਕ ਐਕਸਕਿਊਜ਼ ਲੈ ਲਿਆ ਕਿ ਜੇ ਕਿਤੇ ਕੋਈ ਫਸ ਜਾਂਦਾ ਤੇ ਬਾਅਦ ਚੋਂ ਈਡੀ ਦਾ ਨਾਂ ਲੈ ਲੈਣਾ, ਈਡੀ ਦਾ ਨਾਂ ਲੈਣਾ ਨੂੰ ਕਹਿ ਦੇਣਾ ਇਟਸ ਅ ਟੂਲ ਆਫ ਦਾ ਬੀਜੇਪੀ ਜਸਟ ਟੂ ਹਰਾਸ ਦਾ ਅਦਰ ਪੀਪਲ। ਜੇ ਬੀਜੇਪੀ, ਈਡੀ ਇਜ਼ ਐਨ ਇੰਡੀਪੈਂਡੈਂਟ ਬਾਡੀ, ਉਹਦਾ ਇੱਕ ਆਪਣਾ ਪ੍ਰੋਸੈਸ ਹੈ। ਐਸ ਫਾਰ ਐਜ਼ FIR ਇਜ਼ ਕੰਸਰਨ, ਇਟ ਵਾਸ ਰਜਿਸਟਰਡ ਡਿਊਰਿੰਗ ਦਾ ਈਅਰ ਆਫ 2018 2018 ਦੇ ਵਿੱਚ ਹੋਈ। ਕੈਪਟਨ ਸਾਹਿਬ ਨੇ ਜਦੋਂ 2017 ਦੇ ਵਿੱਚ ਸਰਕਾਰ ਬਣਾਈ ਤੇ ਉਹਨਾਂ ਨੇ ਆਂਦਿਆਂ ਹੀ ਪਹਿਲਾਂ ਜਿਹੜੇ ਉਹਨਾਂ ਨੇ ਦੇਖਿਆ ਕਿ ਜਿਹੜੇ ਕੇਸਿਸ ਤੇ ਜਿੱਥੇ FIR ਹੋਣਾ ਚਾਹੀਦੀਆਂ, ਉਹਨਾਂ ਨੇ FIR ਦਰਜ ਕਰਵਾਈਆਂ। ਔਰ ਇਹ ਜਿਹੜਾ ਅੱਜ ਦਾ ਜਿਹੜਾ ਉੱਥੇ ਰੇਡ ਹੋਇਆ ਵਾ, ਜਿਹੜਾ ਹਨੀ ਦੇ ਘਰ, ਭੁਪਿੰਦਰ ਸਿੰਘ ਦੇ ਘਰ, ਜਿਹੜਾ ਚੰਨੀ ਹੋਰਾਂ ਦੇ ਸਾਲੀ ਸਾਹਿਬਾਂ ਦਾ ਬੇਟਾ, ਇਹ ਉਸੇ 2018 ਦੀ FIR ਦਾ ਹੀ ਸਿੱਟਾ ਹੈ। ਜੇ ਹੁਣ ਹੋਇਆ ਇਲੈਕਸ਼ਨਸ ਦੇ ਕੋਲ ਹੋਇਆ ਤਾਂ ਇਹ ਨਹੀਂ ਮਤਲਬ ਕਿ ਇਹ ਬੀਜੇਪੀ ਕਰਵਾ ਰਹੀ ਹੈ। ਇਟਸ ਅ ਪ੍ਰੋਸੈਸ ਆਫ ਈਡੀ, ਆਪਣਾ ਇਨਫੋਰਸਮੈਂਟ ਡਾਇਰੈਕਟੋਰੇਟ ਦਾ ਇੱਕ ਪ੍ਰੋਸੈਸ ਹੈ। ਉਹ ਜਦੋਂ ਉਹਦਾ ਟਾਈਮ ਪੀਰੀਅਡ ਆਇਆ ਉਦੋਂ ਉਹਨਾਂ ਨੇ ਕਰ ਦਿੱਤਾ। ਮਾਈਟ ਬੀ ਪੋਸੀਬਲ ਕਿ ਇਹਨਾਂ ਦਿਨਾਂ ਦੇ ਵਿੱਚ ਭੁਪਿੰਦਰ ਸਿੰਘ ਨੇ ਕੋਈ ਵੱਡੀ ਟ੍ਰਾਂਜੈਕਸ਼ਨ ਭਾਵੇਂ ਬੈਂਕ ਰਾਹੀਂ ਭਾਵੇਂ ਹੋਰ ਕਿਸੇ ਵੀ ਰਾਹੀਂ ਉਹਨਾਂ ਦੀ ਨੌਲੇਜ ਦੇ ਵਿੱਚ ਆਈ, ਉਹ ਬੇਸਡ ਔਨ ਦੈਟ ਉਹਨਾਂ ਨੇ ਰੇਡ ਉੱਤੇ ਕਰ ਦਿੱਤਾ ਔਰ ਇਹ ਚੀਜ਼ ਜਿਹੜੀ ਉਹ ਫੜੀ ਗਈ। ਔਰ ਇਹ ਚੀਜ਼ਾਂ ਜਿਸ ਤਰ੍ਹਾਂ ਸਾਰੇ ਉਹ ਕਹਿ ਰਹੇ ਸੀ ਕਿ ਤੁਸੀਂ ਕੈਪਟਨ ਸਾਹਿਬ ਨੇ ਇਹਨਾਂ ਤੇ ਕਿਉਂ ਨਹੀਂ ਐਕਸ਼ਨ ਲਿਆ, ਇਹ ਸਾਰੇ ਕਮਾਊ ਪੁੱਤ ਨੇ ਦਿੱਲੀ ਵਾਲਿਆਂ ਦੇ। ਅੱਜ ਜਦੋਂ ਮੰਤਰੀ ਬਣਦੇ ਨੇ ਤੇ ਲਿਸਟ ਕੈਪਟਨ ਸਾਹਿਬ ਨੇ ਨਹੀਂ ਬਣਾਈ ਕਿ ਆਹ ਮੰਤਰਾਲਾ ਕਿਹਨੂੰ ਦੇਣਾ ਤੇ ਆਹ ਮੰਤਰਾਲਾ ਕਿਹਨੂੰ ਦੇਣਾ। ਇਹ ਸਾਰੀ ਲਿਸਟ ਜਿਹੜੀ ਆ ਉੱਥੇ ਬਣਦੀ ਹੈ। ਤੇ ਵਿਚੋਲੇ ਕੌਣ ਨੇ? ਹਰੀਸ਼ ਚੌਧਰੀ। ਵਿਚੋਲੇ ਕੌਣ ਨੇ? ਪਹਿਲਾਂ ਆਸ਼ਾ ਕੁਮਾਰੀ। ਇਹ ਜਿੰਨੇ ਨੇ ਇਹ ਸਾਰਾ ਸ਼ਰਮਾ ਸਾਹਿਬ ਠੀਕ ਹੈ, ਉਹ ਅਲੱਗ ਮਸਲਾ ਹੈ, ਉਹਦੇ ਉੱਪਰ ਆਪਾਂ ਨਹੀਂ ਦੇਖੋ ਗੱਲ ਸੁਣੋ, ਇਹ ਅਲੱਗ ਮਸਲਾ ਨਹੀਂ ਹੈ। ਮਾਈਨਿੰਗ ਦਾ ਪੈਸਾ ਸਿਰਫ ਚੰਨੀ ਸਾਹਿਬ ਦੇ ਘਰ ਤੱਕ ਨਹੀਂ ਜਾਣਾ, ਇਹ ਪੈਸਾ ਅਲਟੀਮੇਟਲੀ ਦਿੱਲੀ ਤੱਕ ਜਾਣਾ। ਤੇ ਇਹ ਕਿਹੜੇ ਵਾਇਆ ਜਾਣਾ? ਇਹ ਚੀਜ਼ਾਂ ਬੜੀਆਂ, ਇਹ ਅੱਜ ਦਾ ਨਹੀਂ, ਇਹ ਪੁਰਾਣਾ ਸਿਸਟਮ ਹੈ। ਇਹ ਸਿਸਟਮ ਨੂੰ ਤੋੜਨ ਦੀ ਜ਼ਰੂਰਤ ਹੈ। ਔਰ ਇਹ ਜਦੋਂ ਅਸੀਂ ਅੱਜ ਦੇਖਦੇ ਹਾਂ ਕਿ ਅੱਜ ਕਿਸੇ ਵੀ ਮੰਤਰੀ ਨੂੰ ਹਟਾਉਣਾ ਜਾਂ ਬਣਾਉਣਾ, ਸੀਐਮ ਦੇ ਹੱਥ ਕੁਝ ਨਹੀਂ ਹੈ। ਇਹ ਸਾਰਾ ਜਿਹੜਾ ਉਹ ਅਲਟੀਮੇਟਲੀ ਹੈਡਕੁਆਰਟਰ ਕਰਦਾ ਸਭ। ਠੀਕ ਹੈ ਸ਼ਰਮਾ ਸਾਹਿਬ, ਆਪਾਂ ਜਵਾਬ ਲੈਂਦੇ ਹਾਂ। ਧਾਲੀਵਾਲ ਸਾਹਿਬ, ਨਹੀਂ ਸ਼ਰਮਾ ਸਾਹਿਬ ਮੇਰੇ ਕੋਲ ਸਮਾਂ ਘੱਟ ਹੈ, ਬਿਲਕੁਲ ਸਮਾਂ ਘੱਟ ਹੈ, ਮਾਫ ਕਰਨਾ ਮੇਰੇ ਕੋਲ ਸਮਾਂ ਘੱਟ ਹੈ। ਧਾਲੀਵਾਲ ਸਾਹਿਬ, ਇਸ ਚੀਜ਼ ਨੂੰ ਐਵੇਂ ਕਿਉਂ ਨਾ ਜੋੜ ਕੇ ਦੇਖਿਆ ਜਾਵੇ? ਕੈਪਟਨ ਜਿਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਸੀ ਉਸ ਵੇਲੇ ਈਡੀ ਵੱਲੋਂ ਕੋਈ ਖਾਸ ਇੰਨੀ ਕਾਰਵਾਈ ਨਹੀਂ ਹੁੰਦੀ। ਕੈਪਟਨ ਜੋ ਜਿਸ ਵੇਲੇ ਕਾਂਗਰਸ ਤੋਂ ਪਾਸੇ ਹੁੰਦੇ ਨੇ ਔਰ ਇਹ ਇਲਜ਼ਾਮ ਲੱਗਦੇ ਨੇ, ਉਹਨਾਂ ਦੇ ਆਗੂ ਲਾਉਂਦੇ ਨੇ ਕਿ ਬੀਜੇਪੀ ਦੇ ਨਾਲ ਰਲੇ ਹੋਏ ਸੀ। ਜਿਸ ਵੇਲੇ ਕੈਪਟਨ ਪਾਸੇ ਹੁੰਦੇ ਨੇ ਤਾਂ ਪੰਜਾਬ ਦੇ ਵਿੱਚ BSF ਦਾ ਦਾਇਰਾ ਵੱਧਦਾ। ਉਸ ਤੋਂ ਬਾਅਦ ਹੁਣ ਜੋ ਲਗਾਤਾਰ ਰੇਡਸ ਜਿਹੜੀਆਂ ਹੋ ਰਹੀਆਂ ਨੇ, ਛਾਪੇਮਾਰੀਆਂ ਹੋ ਰਹੀਆਂ ਨੇ, ਉਹ ਚੀਜ਼ ਸ਼ੁਰੂ ਹੁੰਦੀ ਹੈ। ਤਾਂ ਇਸ ਨੂੰ ਇਸ ਨਾਲ ਕਿਵੇਂ ਨਾ ਜੋੜ ਕੇ ਦੇਖਿਆ ਜਾਵੇ ਕਿ ਜੋ ਕੇਂਦਰ ਆਪਣੇ ਵੱਲੋਂ ਕੁਝ ਕਰਾਉਣਾ ਚਾਹੁੰਦਾ ਹੈ, ਅਗਰ ਉਹ ਆਸਾਨੀ ਨਾਲ ਕਿਸੇ ਲੀਡਰ ਦੇ ਥਰੂ ਚੱਲਦਾ ਹੈ, ਇੰਪਲੀਮੈਂਟ ਹੁੰਦਾ ਤਾਂ ਠੀਕ ਹੈ, ਅਗਰ ਨਹੀਂ ਹੁੰਦਾ ਤਾਂ ਫਿਰ ਕਾਰਵਾਈ ਕੇਂਦਰ ਕਰਦੀ ਹੈ। ਨਹੀਂ ਦੇਖੋ, ਉਹ ਮੈਂ ਪਹਿਲਾਂ ਹੀ ਸਪਸ਼ਟ ਕਰ ਚੁੱਕਿਆ ਕਿ ਮੈਂ ਤਾਂ ਖੁਸ਼ ਹੁੰਦਾ ਅੱਜ ਤੁਹਾਡੇ ਦਰਸ਼ਕ ਵੀ ਜੇ ਕਿਤੇ ਬੀਜੇਪੀ ਨਾਲ ਪਹਿਲਾਂ ਰਲੇ ਹੁੰਦੇ ਕੈਪਟਨ ਸਾਹਿਬ, ਤਾਂ ਅੱਜ ਜਿਹੜੇ ਸਾਰੇ ਹੈਗੇ ਆ ਅਪਰਾਧੀ ਸਾਰੇ ਸਲਾਖਾਂ ਦੇ ਪਿੱਛੇ ਹੁੰਦੇ ਜ਼ਰੂਰ। ਪਰ ਜਿਹੜਾ ਹੈਗਾ ਉਹ ਪਾਰਟੀ ਦਾ ਇੱਕ ਪ੍ਰੋਟੋਕੋਲ ਹੁੰਦਾ, ਜਿਵੇਂ ਅੱਜ ਕੈਪਟਨ ਸਾਹਿਬ ਨੇ ਵੀ ਆਪਦੀ PC ਦੇ ਵਿੱਚ ਸਾਰੀ ਗੱਲ ਦੱਸੀ ਹੈ ਕਿ ਕਿਸ ਤਰੀਕੇ ਨਾਲ ਹਾਈ ਕਮਾਂਡ ਜਿਹੜੀ ਹੈਗੀ ਆ ਉਹ ਸਾਰਾ ਗਵਰਨ ਕਰਦੀ ਹੈ ਸਾਰੇ ਕੰਮ ਨੂੰ, ਤੇ ਕੁਝ ਚੱਲਦਾ ਹੀ ਨਹੀਂ। ਪੰਜਾਬ ਦੇ ਮੁੱਖ ਮੰਤਰੀ ਦਾ ਇੱਕ ਡੰਮੀ ਦੇ ਤੌਰ ਤੇ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਕੰਮ ਕਰ ਰਿਹਾ ਸੀ, ਤਾਂ ਉਹ ਬੜੀ ਖਤਰਨਾਕ ਗੱਲ ਆ। ਉਸ ਤਰ੍ਹਾਂ ਦੀ ਪੋਜੀਸ਼ਨ ਦੇ ਵਿੱਚ ਇੱਕ ਬਾਰਡਰ ਸਟੇਟ ਨੂੰ ਸਾਨੂੰ ਬਿਲਕੁਲ ਨਹੀਂ ਦੇਣਾ ਚਾਹੀਦਾ। ਔਰ ਜੇ ਉਹ ਸਟੇਟ ਜਿਹਦੇ ਵਿੱਚ ਦੁਬਾਰਾ ਇੱਕ ਡੰਮੀ ਮੁੱਖ ਮੰਤਰੀ ਨੇ ਭਾਰਤ ਦੇ ਮਾਨਯੋਗ ਪ੍ਰਧਾਨ ਮੰਤਰੀ ਨੂੰ ਇੱਕ ਪੁਲੀ ਦੇ ਉੱਤੇ ਖੜਾ ਕਰਤਾ, ਸਿਕਿਉਰਿਟੀ ਸਾਰੇ ਦੇਸ਼ ਦੀ ਸੁਰੱਖਿਆ ਜਿਹੜੀ ਆ ਉਹ ਖਤਰੇ 'ਚ ਪਾਈ ਉਹਨਾਂ ਨੇ। ਉਹ ਚੀਜ਼ਾਂ ਸਾਰੀਆਂ ਸਾਡੇ ਸਾਹਮਣੇ ਮੈਨੂੰ ਪੂਰਾ ਕਰ ਲਿਆ। ਇਹ ਕਹਿ ਰਹੇ ਹੋ, ਤੁਸੀਂ ਇਹਦਾ ਮਤਲਬ ਇਹ ਕਹਿ ਰਹੇ ਹੋ ਵੀ ਕੈਪਟਨ ਡੰਮੀ CM ਸੀਗਾ ਤੇ 4.5 ਸਾਲ ਉਹਨੂੰ ਸੋਨੀਆ ਗਾਂਧੀ ਨੇ ਕੁਝ ਨਹੀਂ ਕਰਨ ਦਿੱਤਾ?
ਨਹੀਂ ਦੇਖੋ ਮੈਂ ਸਟੇਟਮੈਂਟ ਤੇ ਹੀ ਜਸਟੀਫਾਈ ਕਰਦੀ ਹੈ ਸਿੱਧੂ ਸਾਹਿਬ। ਮੈਂ ਬਿਲਕੁਲ ਜਿਹੜੀ ਗੱਲ ਹੈ ਇਹ ਮੈਂ ਨਹੀਂ ਕਹਿੰਦਾ, ਇਹ ਕੈਪਟਨ ਸਾਹਿਬ ਨੇ ਉਹਦੀ ਪੀਸੀ 'ਚ ਗੱਲ ਕਹੀ ਹੈ ਕਿ ਕਾਂਗਰਸ ਪਾਰਟੀ ਦੇ ਵਿੱਚ ਇਦਾਂ ਹੁੰਦਾ ਹੈ, ਪਿੱਛੋਂ ਪ੍ਰੈਸ਼ਰ ਹੁੰਦਾ ਹੈ। ਇਹ ਉਹਨਾਂ ਨੇ ਕਿਹਾ, ਮੇਰੇ ਕਹਿਣ ਦੀ ਗੱਲ ਨਹੀਂ, ਮੈਂ ਸਟੇਟਮੈਂਟ ਨਹੀਂ ਦਿੰਦਾ। ਔਰ ਜਿਹੜੀ ਉਸ ਤੋਂ ਬਾਅਦ ਇਸੇ ਕਰਕੇ ਉਹ ਸਟੇਟਮੈਂਟ ਬੜੀ ਅਜੀਬ ਨਹੀਂ ਲੱਗਦੀ ਕਿ ਕਾਂਗਰਸ ਦੇ ਆਪਣੇ ਆਗੂ ਨੇ ਜਿਹੜੇ ਉਹ 4.5 ਸਾਲ ਇਹ ਰੌਲਾ ਪਾਈ ਜਾਂਦੇ ਨੇ ਕਿ ਕੈਪਟਨ ਸਾਹਿਬ ਤਾਂ ਕਿਸੇ ਦੀ ਸੁਣਦੇ ਹੀ ਨਹੀਂ। ਤੁਸੀਂ ਕਹਿ ਰਹੇ ਹੋ ਕਿ ਡੰਮੀ ਮੁੱਖ ਮੰਤਰੀ ਸੀ। ਉਹ ਸੁਣ ਕੈਪਟਨ ਸਾਹਿਬ, ਇਹ ਵੀ ਗੱਲ ਹੁਣ ਰਿਲੇਟ ਕਰ ਗਈ। ਕੈਪਟਨ ਸਾਹਿਬ ਸੁਣ ਗਈ ਜਦੋਂ ਚੱਲਣੀ ਨਹੀਂ, ਚੱਲਣੀ ਤਾਂ ਵਾਲਿਆਂ ਦੀ ਹੈ, ਇਹ ਤਾਂ ਗੱਲ ਰਿਲੇਟ ਕਰ ਗਈ। ਉਹ ਚੱਲਣੀ ਨਹੀਂ ਜਿਹੜੇ ਬੰਦੇ ਦੀ, ਚੱਲਣੀ ਤਾਂ ਵਾਲਿਆਂ ਦੀ ਸੀ। ਉਹ ਗੱਲ ਉੱਥੇ ਖਤਮ ਹੋ ਗਈ। ਇਹਨਾਂ ਨੇ ਤਾਂ ਦੇਖੋ ਜਦੋਂ ਦੁਬਾਰਾ ਹੁਣ ਚੰਨੀ ਸਾਹਿਬ ਬਣੇ ਹੈ, ਆਪਾਂ ਚੰਨੀ ਸਾਹਿਬ ਨੂੰ ਟਾਰਗੇਟ ਕਰ ਰਹੇ ਹਾਂ। ਖੜਿਆਲ ਸਾਹਿਬ ਮੈਂ ਚੰਨੀ ਸਾਹਿਬ ਨੂੰ ਟਾਰਗੇਟ ਕਰਨ ਦੀ ਜ਼ਰੂਰਤ ਨਹੀਂ ਹੈ। ਪਿੱਛੋਂ ਇਹਨਾਂ ਦੇ ਜਿਹੜੇ ਯੁਵਰਾਜ ਆ ਉਹ ਇਟਲੀ 'ਚ ਬੈਠੇ ਸੀ, ਛੋਟੇ ਐਮਪੀ ਜਿਹੜੇ ਕਹਿ ਰਹੇ ਉਹਨਾਂ ਬਾਰੇ ਆਪਣਾ ਸਾਹਿਬ ਬਾਰੇ ਇਹ ਤਾਂ ਦੱਸ ਦੋ। ਧਾਲੀਵਾਲ ਸਾਹਿਬ ਸਾਰੇ ਜਿਹੜੇ ਇਹਨਾਂ ਦੇ ਪ੍ਰਵਕਤਾ ਸੀ ਇੱਕੋ ਹੀ ਗੱਲ ਕਰਦੇ ਰਹੇ। ਹੱਥ ਨਹੀਂ ਲਾ ਸਕਦੇ ਉਹਨਾਂ ਬਾਰੇ ਕੀ ਕਹਿਣਾ ਧਾਲੀਵਾਲ ਸਾਹਿਬ? ਚਲੋ ਬੀਜੇਪੀ ਦੇ ਐਮਪੀ ਕਹਿ ਰਹੇ ਆ। ਠੀਕ ਹੈ ਮਹਿਤਾ ਸਾਹਿਬ ਜੁੜੇ ਨੇ ਆਮ ਆਦਮੀ ਪਾਰਟੀ। ਮੈਂ ਖੜਿਆਲ ਸਾਹਿਬ ਆਉਂਗਾ, ਮੈਂ ਪੁਆਇੰਟ ਤੇ ਖੜਿਆਲ ਸਾਹਿਬ ਮਹਿਤਾ ਸਾਹਿਬ ਕੀ ਜੋ ਕੈਪਟਨ ਅਮਰਿੰਦਰ ਸਿੰਘ ਨੇ ਇਹ ਗੱਲ ਕਹੀ ਹੈ ਕਿ ਮੈਂ ਕਾਰਵਾਈ ਨਹੀਂ ਕੀਤੀ, ਕੀ ਇਸ ਨੂੰ ਲੈ ਕੇ ਵੀ ਹੁਣ ਜਵਾਬਦੇਹੀ ਕੈਪਟਨ ਅਮਰਿੰਦਰ ਸਿੰਘ ਦੀ ਤੈਅ ਹੋਣੀ ਚਾਹੀਦੀ ਹੈ? ਕਿਉਂਕਿ ਲੋਕਾਂ ਦਾ ਨੁਕਸਾਨ ਤਾਂ ਹੋਇਆ ਨਾ, ਪੰਜਾਬ ਦੇ ਲੋਕਾਂ ਦਾ। ਦੋ ਚੀਜ਼ਾਂ, ਇੱਕ ਮਿੰਟ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੁੰਦਾ ਵੀ ਮੇਰੇ ਵੱਡੇ ਵੀਰ ਖੜਿਆਲ ਸਾਹਿਬ ਨੇ ਖੁਦ ਹੀ ਮੰਨ ਲਿਆ ਵੀ ਕੈਪਟਨ ਸਾਹਿਬ ਮੁੱਖ ਮੰਤਰੀ ਸੀ ਤੇ ਉਹ ਕਰ ਸਕਦੇ ਸੀ। ਮੇਰਾ ਪਹਿਲਾ ਸਵਾਲ ਖੜਿਆਲ ਸਾਹਿਬ ਨੂੰ ਪਿਛਲੀ ਵਾਰ ਵੀ ਸੀ, ਉਹ ਵਿੱਚ ਰਹਿ ਗਿਆ ਸੀ, ਉਹ ਇਹ ਹੈਗਾ ਵੀ ਜੇ ਉਹ ਕਰ ਸਕਦੇ ਸੀ ਫਿਰ ਹੁਣ ਚੰਨੀ ਸਾਹਿਬ ਕਿਉਂ ਨਹੀਂ ਦਾਗੀਆਂ ਤੇ ਐਕਸ਼ਨ ਲੈਂਦੇ ਪਏ? ਜਦੋਂ ਚੰਨੀ ਸਾਹਿਬ ਨੂੰ ਪਤਾ, ਔਰ ਇੱਕ ਮਿੰਟ, ਜਦੋਂ ਚੰਨੀ ਸਾਹਿਬ ਨੂੰ ਇਹ ਪਤਾ ਔਰ ਤੁਹਾਡਾ ਆਪਦਾ ਪ੍ਰਧਾਨ ਇਹ ਕਹਿੰਦਾ ਪਿਆ ਵੀ ਹਾਂ ਸਾਡੇ ਤੇ ਮਾਫੀਆ ਰਾਜ ਹੈ, ਤੁਹਾਡਾ ਪ੍ਰਧਾਨ ਆਪ ਕਹਿੰਦਾ ਪਿਆ ਵੀ ਚੰਨੀ ਸਾਹਿਬ ਕਹਿੰਦੇ 5 ਰੁਪਏ ਨਹੀਂ ਅੱਜ ਵੀ 22 ਰੁਪਏ ਵਿਕਦਾ, ਇਹ ਅਸੀਂ ਨਹੀਂ ਕਹਿੰਦੇ, ਤੁਹਾਡਾ ਪ੍ਰਧਾਨ ਕਹਿੰਦਾ। ਨਵਜੋਤ ਕੌਰ ਸਿੱਧੂ ਨੇ ਬਿਆਨ ਨੇ ਤੁਹਾਡੇ ਅਗੇਂਸਟ ਦਿੱਤਾ ਹੈ, ਉਹ ਵੀ ਤੁਹਾਡੇ ਪ੍ਰਧਾਨ ਦੀ ਵਾਈਫ ਹੈਗੀ ਆ, ਉਹ ਕਹਿੰਦੀ ਪਈ ਹੈ। ਮੈਂ ਇਹ ਕਹਿਣਾ ਚਾਹੁੰਦਾ ਵੀ ਜਦੋਂ ਪੁਰਾਣੀ ਗੱਲ, ਚਲੋ ਇੱਕ ਮਿੰਟ ਮੈਨੂੰ ਇਹ ਦੱਸੋ ਵੀ ਅੱਜ ਕੀ ਹੈ ਤੁਹਾਡੇ, ਮੈਂ ਦੁਬਾਰਾ ਦੁਹਰਾਉਣਾ ਚਾਹੁੰਦਾ ਵੀ ਤੁਹਾਡੇ ਬਠਿੰਡਾ ਰੂਰਲ ਦੇ ਕੈਂਡੀਡੇਟ ਨੇ ਤੁਹਾਡੇ ਬਠਿੰਡਾ ਅਰਬਨ ਦੇ ਉੱਪਰ ਇੰਨੇ ਵੱਡੇ ਇਲਜ਼ਾਮ ਲਾਏ। ਜੇ ਉਹ ਗਲਤ ਲਾਉਂਦਾ ਤਾਂ ਤੁਸੀਂ ਉਹਨੂੰ ਟਿਕਟ ਕਿਉਂ ਦਿੰਦੇ ਹੋ? ਜੇ ਸਹੀ ਲਾਉਂਦਾ ਤਾਂ ਤੁਸੀਂ ਫਾਈਨਾਂਸ ਮਿਨਿਸਟਰ ਦੇ ਐਕਸ਼ਨ ਕਿਉਂ ਨਹੀਂ ਲੈਂਦੇ ਤੁਹਾਡੇ ਚੰਨੀ ਸਾਹਿਬ? ਇਹ ਤਾਂ ਤੁਹਾਡੇ ਆਪ ਦੇ ਬੰਦਿਆਂ। ਚਲੋ ਠੀਕ ਹੈ ਮਹਿਤਾ ਸਾਹਿਬ ਜਵਾਬ ਲੈਣੇ ਆਪਾਂ। ਖੜਿਆਲ ਸਾਹਿਬ ਜਵਾਬ ਦਿਓ, ਖੜਿਆਲ ਸਾਹਿਬ ਜਵਾਬ ਦਿਓ ਤੇ ਨਾਲ ਮੈਨੂੰ ਇਹ ਦੱਸੋ ਕਿ ਮਾਫੀਆ ਦੇ ਉੱਪਰ ਕੋਈ ਰੋਕ ਲੱਗੀ ਆ ਜਾਂ ਨਹੀਂ ਲੱਗੀ? ਉੱਠਾ ਪੀਪਾ ਦਿਖਾ ਕੇ ਪੈਸਾ ਉੱਪਰ ਭਰ ਰਹੇ ਸੀ। ਦੂਜੀ ਗੱਲ ਮੇਰੀ ਗੱਲ ਸੁਣੋ, ਇਹ ਨਾ ਤਾਂ ਇਹਨਾਂ ਨੇ ਡਿਸਾਈਡ ਕਰਨਾ, ਨਾ ਮੈਂ ਡਿਸਾਈਡ ਕਰਨਾ, ਤੁਸੀਂ ਡਿਸਾਈਡ ਕਰਨਾ। ਇਟ ਇਜ਼ ਟੂ ਬੀ ਡਿਸਾਈਡਡ ਇਨ ਦ ਕੋਰਟ ਆਫ ਲਾਅ। ਕੋਰਟ ਆਫ ਲਾਅ ਦੇ ਵਿੱਚ ਇਟ ਹੈਜ਼ ਨਾਟ ਬੀਨ ਰੂਲਡ ਆਊਟ, ਇਟ ਹੈਜ਼ ਨਾਟ ਬੀਨ ਰੂਲਡ ਆਊਟ। Therefore, ਪਹਿਲੀ ਗੱਲ ਤਾਂ ਕਾਈਂਡਲੀ ਸੁਣ ਲਓ, ਕਾਈਂਡਲੀ ਕਿਸੇ ਦੀ ਆਵਾਜ਼ ਨਹੀਂ। ਮਹਿਤਾ ਸਾਹਿਬ ਕਰ ਲੈਣ ਦਿਓ ਕੰਪਲੀਟ, ਉਹਨਾਂ ਨੂੰ ਕੰਪਲੀਟ ਕਰ ਲੈਣ ਦਿਓ। ਖੜਿਆਲ ਸਾਹਿਬ ਕਰੋ, ਕੰਪਲੀਟ ਕਰੋ ਤੁਸੀਂ ਆਪਣਾ ਜੀ। ਦੇਖੋ ਨੰਬਰ 1 ਬੜਾ ਕਲੀਅਰ, ਇਹਨਾਂ ਨੇ ਪਹਿਲਾਂ ਤਾਂ ਮੀਟੂ ਦੀ ਗੱਲ ਕੀਤੀ। ਮੀਟੂ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕਿਆ ਹੈ ਕਿ ਜ਼ਿਆਦਾ ਹੋਵੇ ਨਾ ਵੀ ਐਲੀਗੇਸ਼ਨ ਪ੍ਰੂਵਡ ਹੋਵੇ। ਉਹ ਜਿਹੜੇ ਆਈਐਸ ਆਫੀਸਰ ਸੀ ਉਹਨਾਂ ਨੇ ਆਪ ਕਿਹਾ ਕਿ ਦ ਮਿਸ ਅੰਡਰਸਟੈਂਡਿੰਗ ਹੈਜ਼ ਬੀਨ ਕਲੀਅਰਡ। unnecessarily लेके आ रहे हैं, ਜਿਹੜੀ ਉਹ ਪਾਰਟੀ ਲੈ ਕੇ ਆ ਰਹੀ ਹੈ ਜਿਨ੍ਹਾਂ ਖਿਲਾਫ 30% ਕੇਸਿਸ ਅਗੇਂਸਟ ਵਿਮਨ ਬੈਠੇ ਆ ਰਹੇ हैं। नहीं खुशी की चाहते हो। ਅੱਛਾ ਖੜਿਆਲ ਸਾਹਿਬ ਮੇਰਾ ਇੱਕ ਸਵਾਲ, ਮੈਂ ਸਵਾਲ ਪੁੱਛਿਆ ਸੀ ਕਿ ਕੀ ਰੇਤੇ ਦੇ ਉੱਪਰ ਜਿਹੜੀ ਹੈ ਉਹ ਮਾਫੀਆ ਖਤਮ ਹੋਇਆ, ਰੇਤ ਮਾਫੀਆ? ਖੜਿਆਲ ਸਾਹਿਬ ਆਵਾਜ਼ ਪਹੁੰਚ ਰਹੀ ਹੈ ਮੇਰੇ ਤੱਕ, ਤੁਹਾਡੀ ਤੱਕ? ਰੇਤ ਮਾਫੀਆ ਖਤਮ ਹੋਇਆ, ਰੇਤ ਮਾਫੀਆ ਖਤਮ, 5.5 ਰੁਪਏ ਫੁੱਟ ਮਿਲ ਰਿਹਾ ਰੇਤਾ? ਬਿਲਕੁਲ ਮਿਲ ਰਿਹਾ। ਆ ਜਾਓ ਤੁਹਾਨੂੰ ਦਵਾ ਦੇਣਾ ਮੈਂ ਇੱਥੇ, ਤੁਹਾਨੂੰ ਮੈਂ ਦੂਜੀ ਗੱਲ, ਇਹਨਾਂ ਨੂੰ ਤਕਲੀਫ ਹੋ ਰਹੀ ਹੈ, ਢਿੱਡ ਪੀੜ ਹੋ ਰਿਹਾ ਵੀ ਇਲੈਕਸ਼ਨ ਜਿੱਤਾਂਗੇ ਕਿਵੇਂ, ਬੀਜੇਪੀ ਮੁਕਤ ਪੰਜਾਬ ਹੋਊਗਾ, ਆਮ ਆਦਮੀ ਪਾਰਟੀ 20 ਤੇ ਸਿਮਟੂ ਕੀ ਜਿਵੇਂ ਲਾਸਟ ਟਾਈਮ ਹਿਸਟਰੀ ਹੋਈ ਸੀਗੀ ਉੱਥੇ ਰਿਪੀਟ ਹੋਊਗੀ। आज अपना डायनासोर वापस आ जाएंगे, श्रोमणी अकाली दल वापस नहीं आऊगा। पंजाब लोग कांग्रेस जे 2 पार कर जे नाल बहुत वड्डी अचीवमेंट होगी। जिथों तक इंक्वायरी दी गल है, इंक्वायरी दे विच पता लगदा हुंदा की सच है की झूठ। थोड़े कहना मेरे कहना किसी ने मनना नहीं, ना ही ओहदा कोई फायदा ना कोई ओहदी रेलेवेंस है। लास्ट बट नॉट द लीस्ट, चन्नी साहब दी बेदाग छवि है, उन्हां घरों रिकवरी नहीं हुई, ना उन्हां दे खिलाफ कोई एलीगेशन है। जिहड़ी नेफ्यू दी गल है, नेफ्यू दा सच ते झूठ कोर्ट दे विच पता लगूगा भी प्लांट होए है कि साजिश है कि की है।
ਜਿੱਥੋਂ ਤੱਕ FIR ਦੀ ਗੱਲ ਹੈ, ਜਦੋਂ FIR ਦੇ ਵਿੱਚ ਨਾਮ ਹੀ ਨਹੀਂ, ਉਹਨੂੰ ਕਿਵੇਂ ਅਕਿਊਜ਼ ਕਰ ਸਕਦੇ ਹੋ? ਮਾਰਚ 7 2018 ਦੀ FIR ਨੂੰ ਪੜ੍ਹ ਲਓ। ਜਿਹੜੇ ਮਜੀਠੀਆ ਸਾਹਿਬ ਫੋਟੋ ਵੀਡੀਓ ਕਹਿੰਦੇ ਕਿਹਨੇ ਵੈਰੀਫਾਈ ਕੀਤਾ? ਆ ਜਿਹੜੇ ਆਪਣਾ ਸ਼ਰਮਾ ਸਾਹਿਬ ਨੇ ਜਾਣਦੇ ਆ ਕੋਰਟ ਦੇ ਵਿੱਚ ਫੋਟੋ ਵੀਡੀਓ ਦਿੰਦੇ ਹੋ, ਉਹਨੂੰ ਵੈਰੀਫਾਈ ਕਰਨਾ ਪੈਂਦਾ। ਵੈਰੀਫਾਈ ਕਿਹਨੇ ਕੀਤਾ ਹੈ? ਕਿਵੇਂ ਪਤਾ ਵੀ ਡਾਕਟਰ ਨਹੀਂ ਹੈ? ਡਾਕਟਰ ਜਿੰਨੀਆਂ ਮਰਜ਼ੀਆਂ ਕਰਕੇ ਜਿਹਨੂੰ ਮਰਜ਼ੀ ਅਕਿਊਜ਼ ਕਰ ਦੋ, ਉਹ ਸੱਚ ਨਹੀਂ ਹੋ ਜਾਂਦਾ। ਤੇ ਧਾਲੀਵਾਲ ਸਾਹਿਬ, ਸੰਜੇ ਪਾਟਿਲ ਤੁਹਾਡੇ BJP ਦੇ MP ਨੇ ਕਿਹਾ ਸ਼ਰਿਆਮ ਵੀ ਮੈਨੂੰ ਈਡੀ ਹੱਥ ਨਹੀਂ ਲਾ ਸਕਦੀ, ਉਹਦਾ ਤੁਹਾਡੇ ਤੋਂ ਜਵਾਬ ਨਹੀਂ ਦਿੱਤਾ ਗਿਆ। ਠੀਕ ਹੈ ਖੜਿਆਲ ਸਾਹਿਬ, ਮੇਰਾ ਸਵਾਲ ਬਸ ਛੋਟਾ ਜਿਹਾ ਇੰਨਾ ਹੀ ਸੀਗਾ। ਮੇਰਾ ਸਵਾਲ ਸਿਰਫ ਇੰਨਾ ਹੀ ਸੀਗਾ ਕਿ ਕੈਪਟਨ ਅਮਰਿੰਦਰ ਸਿੰਘ ਵੀ ਕਹਿੰਦੇ ਰਹੇ ਕਿ ਮਾਫੀਆ ਜਿਹੜਾ ਖਤਮ ਕੀਤਾ ਹੈ, ਉਸ ਤੋਂ ਬਾਅਦ ਮੁੱਖ ਮੰਤਰੀ ਹੁਣ ਚੰਨੀ ਵੀ ਕਹਿ ਰਹੇ ਨੇ ਮਾਫੀਆ ਖਤਮ ਕੀਤਾ ਹੈ, ਪਰ ਉਸ ਤੋਂ ਬਾਅਦ ਲਗਾਤਾਰ ਜੋ ਈਡੀ ਦੀ ਰੇਡਸ ਹੋਣੀ ਆ ਔਰ ਬਰਾਮਦਗੀ ਹੋਣੀ, ਉਹ ਸਵਾਲ ਖੜੇ ਕਰਦੇ ਆ। ਔਰ ਹੁਣ ਕੈਪਟਨ ਆਪ ਕਹਿ ਰਹੇ ਆ ਕਿ ਉਹਨਾਂ ਦੇ ਟਾਈਮ ਦੇ ਵਿੱਚ ਜਿਹੜੇ ਨੇ ਉਹ ਮੰਤਰੀ ਨੇ ਜਿਹੜੇ ਉਹਨਾਂ ਦੇ, ਉਹ ਕਿਤੇ ਨਾ ਕਿਤੇ ਮਾਈਨਿੰਗ 'ਚ ਇਨਵੋਲਵ ਸੀ। ਤਾਂ ਕੈਪਟਨ ਸਾਹਿਬ ਕਰ ਪਾਉਂਦੇ, ਕੁਝ ਸੀਗਾ ਹੀ ਨਹੀਂ। ਲੇਕਿਨ ਜੇ ਕੁਝ ਚਲੋ ਠੀਕ ਹੈ ਮੇਰੇ ਕੋਲ ਸਮਾਂ ਸਮਾਪਤ ਹੋ ਚੱਲਿਆ। तमाम ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ। ਆਮ ਆਦਮੀ ਪਾਰਟੀ ਤੋਂ ਅਮਰਜੀਤ ਮਹਿਤਾ ਜੁੜੇ, BJP ਤੋਂ ਕੁਲਦੀਪ ਧਾਲੀਵਾਲ, ਪੰਜਾਬ ਲੋਕ ਕਾਂਗਰਸ ਤੋਂ ਅਰਸ਼ਪ੍ਰੀਤ ਖੜਿਆਲ, ਪੰਜਾਬ ਲੋਕ ਕਾਂਗਰਸ ਤੋਂ MK ਸ਼ਰਮਾ ਔਰ ਸ਼੍ਰੋਮਣੀ ਅਕਾਲੀ ਦਲ ਤੋਂ ਗੁਰਜਿੰਦਰ ਸਿੰਘ ਸਿੱਧੂ। तमाम ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ। ਸੋ ਗੱਲਬਾਤ ਕਰ ਰਹੇ ਸੀ ਕਿ ਜੋ ਅੱਜ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਿਹੜਾ ਉਹ ਬਿਆਨ ਦਿੱਤਾ ਗਿਆ ਔਰ ਕਿਹਾ ਗਿਆ ਕਿ ਮਾਈਨਿੰਗ ਮਾਫੀਆ ਸੀ ਜਿਹੜਾ, ਉਹ ਜਦੋਂ ਉਹ ਮੁੱਖ ਮੰਤਰੀ ਸੀ ਤਾਂ ਉਸ ਵੇਲੇ ਉਹਨਾਂ ਨੂੰ ਇਸ ਚੀਜ਼ ਦਾ ਪਤਾ ਲੱਗਿਆ ਸੀ ਬਕਾਇਦਾ ਤੌਰ ਤੇ, ਔਰ ਉਹਨਾਂ ਨੇ ਜਾਂਚ ਵੀ ਜਿਹੜੀ ਹੈ ਇਸ ਚੀਜ਼ ਦੀ ਬਿਠਾਈ ਸੀ ਔਰ ਇਸ ਚੀਜ਼ ਦੀ ਜਾਣਕਾਰੀ ਜਿਹੜੀ ਆ ਕਾਂਗਰਸ ਹਾਈ ਕਮਾਂਡ ਨੂੰ, ਸੋਨੀਆ ਗਾਂਧੀ ਉਹਨਾਂ ਨੂੰ ਦਿੱਤੀ ਗਈ ਸੀ, ਪਰ ਕਾਰਵਾਈ ਜਿਹੜੀ ਹੈ ਉਹ ਕੋਈ ਨਹੀਂ ਕੀਤੀ ਗਈ। ਇਹ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਕਿ ਕੀ ਕੈਪਟਨ ਅਮਰਿੰਦਰ ਸਿੰਘ ਨੂੰ ਉਸ ਵੇਲੇ ਕਾਰਵਾਈ ਨਹੀਂ ਕਰਨੀ ਚਾਹੀਦੀ ਸੀ? ਕੀ ਹਾਈ ਕਮਾਂਡ ਇੱਕ ਮੁੱਖ ਮੰਤਰੀ ਦੇ ਅਹੁਦੇ ਨਾਲੋਂ ਵੱਡੀ ਹੁੰਦੀ ਹੈ, ਜਾਂ ਫਿਰ ਇੱਕ ਸੂਬਾ, ਜੋ ਸੂਬੇ ਦੇ ਲੋਕ ਹੁੰਦੇ ਨੇ ਜੋ ਕਿ ਚੁਣ ਕੇ ਇੱਕ ਮੁੱਖ ਮੰਤਰੀ ਨੂੰ ਚੁਣਦੇ ਨੇ ਔਰ ਇੱਕ ਸਰਕਾਰ ਬਣਾਉਂਦੇ ਨੇ, ਕੀ ਉਹਨਾਂ ਦੀ ਭਲਾਈ ਪਹਿਲਾਂ ਨਹੀਂ ਸੀ ਹਾਈ ਕਮਾਂਡ ਦੇ ਨਾਲੋਂ ਜਾਂ ਆਪਣੀ ਪਾਰਟੀ ਦੇ ਨਾਲੋਂ? ਇਹ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਨੇ। ਕਹਿ ਰਹੇ ਨੇ ਕਿ ਮੁੱਖ ਮੰਤਰੀ ਚੰਨੀ ਵੀ ਉਸ ਜੋ ਮਾਈਨਿੰਗ ਦੇ ਵਿੱਚ ਇਨਵੋਲਵ ਸੀ, ਨਾਮ ਉਹਨਾਂ ਦਾ ਸਾਹਮਣੇ ਆਇਆ ਸੀ, ਪਰ ਹੁਣ ਬੋਲ ਰਹੇ ਨੇ ਕੈਪਟਨ ਅਮਰਿੰਦਰ ਸਿੰਘ। ਦੂਜੇ ਪਾਸੇ ਇਹ ਵੀ ਕਹਿ ਰਹੇ ਨੇ ਕਿ ਨਾ ਜਨਤਕ ਨਹੀਂ ਕਰਾਂਗਾ। ਇਹ ਵੀ ਸਵਾਲ ਹੈ ਆਪਣੇ ਆਪ ਦੇ ਵਿੱਚ ਕਿ ਆਖਿਰ ਹੁਣ ਤਾਂ ਪਾਰਟੀ ਤੋਂ ਬਾਹਰ ਨੇ, ਹੁਣ ਤਾਂ ਨਾ ਜਨਤਕ ਕਰ ਦੇਣੇ ਚਾਹੀਦੇ ਨੇ। ਖੈਰ, ਪੰਜਾਬ ਡਿਬੇਟ ਦੇ ਵਿੱਚ ਫਿਲਹਾਲ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ।